ਇੱਕ 2004 ਦੇ ਵਿੱਚ ਜਿਵੇਂ ਨਾ ਗਵਰਨਮੈਂਟ ਨੇ ਕੀ ਕੀਤਾ ਸੀਗਾ ਕਿ ਜਿਹੜੀ ਪੈਨਸ਼ਨ ਹੈ ਉਹ ਬੰਦ ਕਰ ਦਿੱਤੀ ਸੀ। ਜਿਹੜੀ ਸਰਕਾਰੀ ਪੈਨਸ਼ਨ, ਜਿਵੇਂ ਆਪਾਂ ਕਹਿ ਦਈਏ ਸਰਕਾਰੀ EMPLOYEES ਹੈ ਨਾ, GPF ਕੱਟਿਆ ਜਾਂਦਾ ਸੀਗਾ, ਤੇ ਉਹਦੇ ਬੇਸਿਸ ਤੇ ਉਹਨਾਂ ਨੂੰ ਪੈਨਸ਼ਨ ਲੱਗਦੀ ਸੀ। ਤਾਂ ਗਵਰਨਮੈਂਟ ਨੇ ਉਹ GPF ਬੰਦ ਕਰਕੇ ਜਿਹੜੇ ਪੁਰਾਣੇ ਮੁਲਾਜ਼ਮ ਸੀ ਉਹਨਾਂ ਦਾ ਕੰਟੀਨਿਊ ਰੱਖਿਆ। ਨਵੇਂ ਬੰਦਿਆਂ ਦੇ ਲਈ NPS ਇੱਕ ਪ੍ਰੋਡਕਟ ਲਾਂਚ ਕਰਤਾ ਸੀਗਾ, ਜਿਹੜਾ ਕਿ ਆਪਾਂ ਕਹਿ ਦਈਏ ਨੈਸ਼ਨਲ ਪੈਨਸ਼ਨ ਸਿਸਟਮ ਹੁੰਦਾ ਗਾ। ਇਹਦੇ ਵਿੱਚ ਇਹਨਾਂ ਨੇ ਇੱਕ ਐਡੀਸ਼ਨ ਕਰ ਦਿੱਤਾ ਕਿ ਜਿਹੜਾ ਕੋਈ ਵੀ ਬੰਦਾ, ਚਾਹੇ ਉਹ EMPLOYEE ਹੈ, ਚਾਹੇ ਉਹ ਸੈਲਫ EMPLOYED ਹੈ, ਜਾਂ ਉਹ ਐਂਟਰਪ੍ਰੇਨਿਓਰ ਹੈ, ਕੋਈ ਵੀ ਬੰਦਾ ਆਪਣਾ NPS ਕਰਵਾ ਸਕਦਾ ਗਾ, ਤਾਂ ਕਿ ਜੋ ਉਹਨੂੰ 60 ਸਾਲ ਦੀ ਏਜ ਤੋਂ ਬਾਅਦ ਉਹਨੂੰ ਪੈਨਸ਼ਨ ਲੱਗ ਸਕੇ। ਜੋ ਵੀ ਉਹ ਫਿਕਸ ਅਮਾਊਂਟ ਆਪਣੀ ਪੇ ਕਰਦਾ ਉਹਦੇ ਬੇਸਿਸ ਤੇ ਹੀ ਉਹਦੀ ਪੈਨਸ਼ਨ ਇੱਕ ਅਸਾਈਨ ਹੋ ਜਾਂਦੀ ਹੈ। ਉਹ ਸੋ ਤੁਸੀਂ ਆਪਣੇ ਆਪ ਦੇ ਲਈ NPS ਪਹਿਲਾਂ ਲਿੱਤਾ ਹੋਏਗਾ, ਜੇ ਨਹੀਂ ਲਿੱਤਾਗਾ ਤਾਂ ਅੱਜ ਦੇ ਇਸ ਤੋਂ ਆਪਣੇ ਸੈਸ਼ਨ ਤੋਂ ਬਾਅਦ ਮੇਬੀ ਤੁਹਾਨੂੰ ਜੇ ਵਧੀਆ ਲੱਗੇ ਤਾਂ ਤੁਸੀਂ NPS ਆਪਣਾ ਕਰਵਾ ਕੇ ਰੱਖੋ, ਕਿਉਂਕਿ ਫਿਊਚਰ ਇਹਦੇ ਨਾਲ ਬਈ ਸਿਕਿਉਰ ਹੋ ਜਾਂਦਾ ਗਾ। ਆਪਾਂ ਅੱਜ ਦੀ ਘੜੀ 'ਚ ਜੋ ਵੀ ਕੰਮ ਕਰ ਰਹੇ ਹਾਂ, ਠੀਕ ਹੈ, ਉਹਦੇ ਨਾਲ ਨਾਲ ਇਨ ਫਿਊਚਰ ਆਪਾਂ ਮੰਨ ਲਓ ਕੋਈ ਕੰਮ ਨਾ ਕਰ ਸਕੇ 60-65 ਸਾਲ ਦੀ ਏਜ ਤੋਂ ਬਾਅਦ, ਕੋਈ ਬਜ਼ੁਰਗ ਹੋ ਗਿਆ ਬੰਦਾ, ਜਾਂ ਆਪਾਂ ਕਹਿ ਦਈਏ ਕਿ ਨਹੀਂ ਸਰੀਰ ਸਾਡੇ ਆਪਣੇ ਸਾਥ ਦਿੰਦੇ, ਤਾਂ ਉਹ ਕਿਤੇ ਨਾ ਕਿਤੇ ਇੱਕ ਸੋਰਸ ਆਫ ਇਨਕਮ ਆਪਣੇ ਲਈ ਰਹੇਗਾ। ਸੋ ਇਸ ਚੀਜ਼ ਦੇ ਲਈ ਆਪਾਂ NPS ਦੀ ਅੱਜ ਸਟਾਰਟ ਕਰਨ ਲੱਗਿਆ। ਬਾਈ ਜੀ ਤੁਸੀਂ ਕਰ ਲਓ ਸ਼ੁਰੂ, ਤੇ ਜਿੱਥੇ ਵੀ ਕੋਈ ਇਸ਼ੂ ਆਉਂਦਾ ਵੀਰੇ ਮੈਨੂੰ ਦੱਸੋ। ਚਲੋ ਮੈਂ 18 ਸਾਲ ਤੋਂ 70 ਸਾਲ ਇਹਨਾਂ ਨੇ ਉਮਰ ਦਿੱਤੀ ਹੋਈ ਹੈ, ਜੋ ਤੁਸੀਂ ਸਲਾਈਡ ਅਗਰ ਦੇਖ ਪਾ ਰਹੇ ਹੋ ਤਾਂ 18 ਸਾਲ ਤੋਂ 65 ਸਾਲ ਦੇ ਵਿੱਚ ਆਪਣੀ ਜਿਹੜੀ ਹੈਗੀ ਹੈ NPS ਆਪਾਂ ਕਰ ਸਕਦੇ ਹੈਗੇ ਆ। ਉਹ ਬੰਦਾ ਸੈਲਰੀਡ ਹੋਏ ਜਾਂ ਸੈਲਫ ਇੰਪਲਾਈ ਹੋਏ, ਔਰ ਉਹਦੇ ਕੁਝ KYC ਡਾਕੂਮੈਂਟ ਚਾਹੀਦੇ ਹੁੰਦੇ ਨੇ ਤੇ ਬੈਂਕ ਡਿਟੇਲ ਉਹਦੀ ਚਾਹੀਦੀ ਹੁੰਦੀ ਹੈ, ਤੇ ਉਸ ਬੰਦੇ ਦੀ ਜਿਹੜੀ ਹੈ NPS ਜਦੋਂ ਓਪਨ ਕਰਦੇ ਆ ਤਾਂ ਮਿਨੀਮਮ 500 ਰੁਪਏ ਉਹਦਾ ਇੱਕ ਚਾਰਜ ਲੱਗਦੇ ਹੈਗੇ ਨੇ। ਤੇ 1 ਸਾਲ ਦਾ ਇੱਕ ਜੋ ਕਸਟਮਰ ਹੈ ਜਾਂ ਬੈਨੀਫੀਸ਼ੀਅਰ ਹੈ, ਉਹ 1000 ਰੁਪਇਆ ਮਿਨੀਮਮ ਜਿਹੜਾ ਉਹਦੇ ਵਿੱਚ ਕੰਟਰੀਬਿਊਟ ਕਰੇਗਾ 1 ਸਾਲ ਦਾ। ਮੈਕਸਿਮਮ ਜਿੰਨਾ ਵੀ ਕਰ ਸਕਦਾ ਹੈ, ਮਿਨੀਮਮ ਉਹ 1000 ਰੁਪਇਆ 1 ਸਾਲ ਦਾ ਕਰੇਗਾ। ਚਾਹੇ ਉਹਦੀਆਂ 2 ਕਿਸ਼ਤਾਂ ਦੇ ਦੇ 500 ਰੁਪਏ ਦੀਆਂ, ਚਾਹੇ 1000 ਰੁਪਏ ਦੀ ਸਿੰਗਲ ਕਿਸ਼ਤ ਵੀ ਦੇ ਦੇ, ਤਾਂ ਉਹਦਾ ਜਿਹੜਾ NPS ਹੈ ਚਾਲੂ ਰਹੇਗਾ ਪੂਰੇ ਬੈਨੀਫਿਟ ਦੇ ਨਾਲ। ਅੱਗੇ ਦੇਖੋ NPS ਦੇਖੋ ਆਪਾਂ ਮੇਨ ਇੱਥੇ ਆਨੇ ਆ, ਠੀਕ ਹੈ। ਆ ਮੋਟਾ ਚਾਰਟ ਦਿੱਤਾ ਹੋਇਆ NPS ਦੇ ਜੋ ਬੈਨੀਫਿਟ ਆਪਾਂ ਨੂੰ ਹੋ ਸਕਦਾ ਹੈ। ਜਿਵੇਂ ਕਿ 25 ਸਾਲ ਦੀ ਉਮਰ ਵਿੱਚ ਬੰਦਾ ਕਰਵਾ ਲੈਂਦਾ ਹੈ, ਤਾਂ ਉਹ ਅਗਲੇ 35 ਸਾਲ 60 ਸਾਲ ਹੋਣ ਤੱਕ, ਉਹ ਉਹਦੇ 35 ਸਾਲ ਹੋਣਗੇ ਤਾਂ 60 ਸਾਲ ਤੱਕ ਉਹ ਆਪਣੇ ਜਿਹੜਾ ਮਹੀਨੇ ਦਾ ਪਰ ਮੰਥ ਦਾ 1000 ਰੁਪਇਆ ਮਹੀਨਾ ਜਿਹੜਾ ਉਹ ਕੰਟਰੀਬਿਊਟ ਕਰ ਰਿਹਾ ਹੈ, ਜਿਹੜਾ ਆਪਣਾ ਪੈਸਾ ਜਮ੍ਹਾਂ ਕਰ ਰਿਹਾ ਹੈ, ਤਾਂ ਉਹ ਟੋਟਲ 35 ਸਾਲ ਦੇ ਵਿੱਚ 4,20,000 ਰੁਪਇਆ ਪੈਸਾ ਉਹਦਾ ਗਵਰਨਮੈਂਟ ਕੋਲੇ ਜਾਊਗਾ, ਠੀਕ ਹੈ। ਇਹਦੇ ਵਿੱਚ ਜਿਹਨੂੰ ਟੋਟਲ ਜਾਨੀ ਕਿ ਆਪਾਂ ਕਹਿ ਦਿੰਦੇ ਹਾਂ ਜਿਹੜਾ ਲਮਸਮ ਅਮਾਉਂਟ ਜੋ ਮਿਲੇਗੀ ਉਹ 38,28,270, ਜਾਂ ਇਹਦੇ ਤੋਂ ਥੋੜਾ ਬਹੁਤ ਉੱਪਰ ਨੀਚੇ ਹੋ ਸਕਦਾ ਹੈ ਉਸ ਟਾਈਮ ਦੇ ਅਕੋਰਡਿੰਗ, ਤਾਂ ਇੰਨਾ ਉਹਨੂੰ ਬੈਨੀਫਿਟ ਹੋਵੇਗਾ। ਉਹਨੇ ਟੋਟਲ ਦਿੱਤਾ 4,20,000 ਰੁਪਇਆ 35 ਸਾਲਾਂ ਦੇ ਵਿੱਚ, ਔਰ ਉਸ ਨੂੰ ਜਿਹੜਾ ਟੋਟਲ ਬੈਨੀਫਿਟ ਹੋ ਰਿਹਾ ਹੈ ਉਹ 38,28,000 ਸਮਥਿੰਗ ਦਾ ਹੋ ਰਿਹਾ ਹੈ। ਉਹਦੇ ਵਿੱਚੋਂ ਉਹ 60% ਜਿਹੜੀ ਅਮਾਉਂਟ ਹੈ ਉਸ ਨੂੰ ਡਾਇਰੈਕਟ ਵਿਡਰਾਅ ਹੋ ਜਾਏਗੀ। ਜਿਵੇਂ ਕਿ ਆਪਾਂ ਕੋਈ ਸਰਕਾਰੀ ਕਰਮਚਾਰੀ ਕੋਈ ਰਿਟਾਇਰ ਹੁੰਦਾ ਹੈ ਤਾਂ ਉਸ ਨੂੰ ਜਿਹੜੀ ਹੈ ਪੈਨਸ਼ਨ ਵੀ ਲੱਗਦੀ ਹੈ, ਤੇ ਇੱਕ ਅੱਛਾ ਖਾਸਾ ਫੰਡ ਵੀ ਉਹਨੂੰ ਨਾਲ ਦੇ ਨਾਲ ਮਿਲ ਜਾਂਦਾ ਹੈ। ਤਾਂ ਉਹ ਕਰੀਬ 22-23 ਲੱਖ ਰੁਪਏ ਦੇ ਜਿਹੜਾ ਸਮਥਿੰਗ ਹੈ ਉਸ ਬੰਦੇ ਨੂੰ ਜਿਹੜਾ ਹੈ ਉਹ 60% ਅਮਾਉਂਟ ਹੈ ਉਸ ਨੂੰ ਡਾਇਰੈਕਟ ਮਿਲ ਜੂਗੀ। ਔਰ ਜਿਹੜੀ ਉਹਦੀ 40% ਅਮਾਉਂਟ ਬਚੇਗੀ, ਜਿਵੇਂ 15,31,000 ਰੁਪਏ ਬਚ ਗਿਆ ਉਹਦਾ, ਤਾਂ ਉਹਦੇ ਵਿੱਚ ਉਹਦੀ ਜਿਹੜੀ 7657 ਰੁਪਏ ਦੀ ਮੰਥਲੀ ਪੈਨਸ਼ਨ ਸਟਾਰਟ ਹੋ ਜਾਏਗੀ, ਠੀਕ ਹੈ। ਇਦਾਂ ਹੀ ਹੈ ਕਿ 35 ਸਾਲ 45 ਸਾਲ ਇਹ ਕਿ ਰਾਉਂਡ ਫਿਗਰ ਏਜ ਹੀ ਦਿੱਤੀ ਹੋਈ ਹੈ, ਤੁਸੀਂ ਉਹਦੇ ਹਿਸਾਬ ਨਾਲ ਆਪਾਂ ਥੋੜਾ ਕੈਲਕੂਲੇਟ ਕਰ ਸਕਦੇ ਹਾਂ। ਔਰ ਨੀਚੇ ਇੱਕ ਕੈਲਕੂਲੇਟਰ ਵੀ ਦਿੱਤਾ ਹੋਇਆ ਹੈ, ਅਗਰ ਤੁਸੀਂ ਲਿੰਕ ਦੇਖ ਪਾ ਰਹੇ ਹੋਗੇ ਤਾਂ ਗੂਗਲ ਵਿੱਚ ਵੀ ਤੁਹਾਨੂੰ ਵੀ ਡਾਇਰੈਕਟ ਆਪਣੇ NPS ਕੈਲਕੂਲੇਟਰ ਸਰਚ ਕਰੋਗੇ ਤਾਂ ਕੈਲਕੂਲੇਟਰ ਆ ਜਾਏਗਾ, ਉੱਥੇ ਵੀ ਆਪਾਂ ਸਰਚ ਕਰ ਸਕਦੇ ਹੈਗੇ। ਪਰ ਤੁਸੀਂ ਆ ਮੋਟਾ ਆਪਣੇ ਦੇ ਮਾਈਂਡ 'ਚ ਰੱਖ ਕੇ ਚਲਿਓ, ਅਗਰ ਉਹ ਮਹੀਨੇ ਦਾ 1000 ਰੁਪਏ ਦਿੰਦਾ ਹੈ ਤੇ ਜਿਹੜੀ ਅਮਾਉਂਟ ਦਿਖ ਰਹੀ ਹੈ ਉਹ ਆਪਾਂ ਨੂੰ ਮਿਲੇਗੀ। ਅਗਰ ਉਹ 500 ਰੁਪਏ ਮੰਥਲੀ ਪੇ ਕਰਦਾ ਹੈ ਜਾਂ ਉਸ ਤੋਂ ਘੱਟ ਕਰਦਾ ਜਾਂ ਵੱਧ ਕਰਦਾ, ਤਾਂ ਉਹਦੇ ਹਿਸਾਬ ਨਾਲ ਜਿਹੜਾ ਉਹਦਾ ਅੱਗੇ ਉਸ ਨੂੰ ਜੋ ਅਮਾਉਂਟ ਲਾਸਟ ਤੇ ਮਿਲਣੀ ਹੈ ਤਾਂ ਉਹ ਹਿਸਾਬ ਨਾਲ ਉਹਦੀ ਪਰਸੈਂਟੇਜ ਵੱਧ ਜਾਣੀ ਹੈ। ਮੈਨੂੰ ਸਰ ਕੁਝ ਐਡ ਕਰਨਾ ਚਾਹੋਗੇ? ਜੀ ਰਾਮ ਭਾਈ ਠੀਕ ਹੈ। ਇਹ ਚੀਜ਼ ਇੱਕ ਬੈਕ ਸਾਈਡ ਤੋਂ ਹੀ ਨਾ ਆਪਣਾ ਸਕਰੀਨ ਕਰ ਲਓ, ਮੈਂ ਇੱਕ ਵਾਰੀ ਉਹਦੇ ਵਿੱਚ ਵੀ ਐਡ ਆਨ ਕਰ ਦਿੰਦਾਗਾ ਇਸ ਜਗ੍ਹਾ ਤੇ ਸਰ ਇਨੀਸ਼ੀਅਲੀ। ਹਾਂਜੀ ਬੈਕ ਚੱਲ ਪਏ ਵੀਰੇ, ਕੋਈ ਨਹੀਂ, ਜਿੱਥੇ ਆਪਾਂ ਪਹਿਲੇ ਪੇਜ ਤੇ ਸੀਗੇ। ਹਾਂਜੀ ਵੀਰੇ ਇਹ ਤੋਂ ਪਹਿਲਾਂ ਬਸ ਠੀਕ ਹੈ ਜੀ, ਹਾਂ ਇਹ ਤੋਂ ਹਾਂਜੀ ਨੈਕਸਟ ਪੇਜ ਤੇ ਆ ਜਾਓ ਵੀਰੇ। ਇਹਦੇ ਵਿੱਚ ਬੇਸਿਕਲੀ ਜਿਵੇਂ ਨਾ ਪਿਛਲੇ ਪੇਜ ਦੇ ਉੱਪਰ ਦਿਖਾਇਆ ਗਿਆ ਕਿ ਟਾਇਰ 1 ਆਪਾਂ ਰਜਿਸਟ੍ਰੇਸ਼ਨ ਕਰਦੇ ਹਾਂ
ਇਹਦੇ ਜੋ ਐਨਪੀਐਸ ਹੈ ਸੀਐਸਸੀ ਦੇ ਕੋਲ ਸਿਰਫ ਕੇ ਫਿਨਟੈਕ ਫਿਲਹਾਲ ਦੀ ਘੜੀ ਚੱਲ ਰਿਹਾ ਹੈਗਾ। ਐਨਪੀਐਸ ਇੰਡੀਆ ਦੇ ਵਿੱਚ ਦੋ ਕੰਪਨੀਆਂ ਕਰਦੀਆਂ ਨੇ, ਇੱਕ ਕਰਦੀ ਹੈ ਕੇ ਫਿਨਟੈਕ, ਇੱਕ ਕਰਦੀ ਹੈ ਐਨਐਸਡੀਐਲ। ਜਿਹੜੇ ਵੀ ਸਰਕਾਰੀ ਕਰਮਚਾਰੀਆਂ ਦਾ ਐਨਪੀਐਸ ਹੁੰਦਾ, ਜਿਹੜੇ ਆਪਾਂ ਲੋਕ ਕਰਵਾ ਕੇ ਦਿੰਦੇ ਆ, ਜਿਹੜੇ ਮੰਨ ਲਓ ਸਰਕਾਰੀ ਈਐਨਪੀਐਸ ਕਰਦੇ ਆ ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਐਨਐਸਡੀਐਲ ਕੰਪਨੀ ਕਰਦੀ ਹੈ, ਜੋ ਕਿ ਸੀਐਸਸੀ ਨਾਲ ਪਹਿਲਾਂ ਕੰਮ ਕਰ ਰਹੀ ਸੀ। ਬਟ ਹੁਣ ਕੁਝ ਅਪਡੇਸ਼ਨ ਦੇ ਕਾਰਨ ਉਹ ਪੋਰਟਲ ਨੂੰ ਐਨਐਸਡੀਐਲ ਨੂੰ ਬੰਦ ਕੀਤਾ ਗਿਆ, ਜੋ ਕਿ ਅਗਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੋਪਸ ਹੋ ਕੇ ਚੱਲ ਪਏਗਾ। ਦੂਜੀ ਚੀਜ਼, ਇੱਕ ਬੰਦੇ ਦਾ ਜੇ ਕਿਤੇ ਆਪਾਂ ਕਹਿ ਦਈਏ ਕੇ ਫਿਨਟੈਕ ਦੇ ਵਿੱਚ ਕੰਮ ਚੱਲ ਰਿਹਾ ਹੈਗਾ, ਐਨਪੀਐਸ ਖੁੱਲਿਆ ਹੋਏਗਾ, ਪ੍ਰੈਨ ਨੰਬਰ ਇਸ਼ੂ ਹੋਇਆ ਹੋਇਆ, ਉਹਨੇ ਚੇਂਜ ਕਰਵਾਉਣਾ ਹੈਗਾ ਐਨਐਸਡੀਐਲ ਦੇ ਵਿੱਚ। ਕੱਲ੍ਹ ਨੂੰ ਮੰਨ ਲਓ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਬੰਦੇ ਨੂੰ, ਉਸ ਟਾਈਮ ਤੇ ਇੱਕ ਸਬਸਕ੍ਰਾਈਬਰ ਮਾਈਗ੍ਰੇਸ਼ਨ ਫਾਰਮ ਆਉਂਦਾ ਹੈਗਾ, ਉਹ ਤੁਸੀਂ ਆਪਣੇ ਡੀਐਮ ਤੋਂ ਮੰਗਵਾ ਸਕਦੇ ਹੋ। ਤੇ ਜਿੱਦਾਂ ਹੀ ਡੀਐਮ ਨੂੰ ਤੁਸੀਂ ਉਹ ਭਰ ਕੇ ਦੋਗੇ, ਜਾਂ ਆਪਣੀ ਇੱਕ ਵੈਬਸਾਈਟ ਹੈ pension@csc.gov.in, ਉਸ ਆਈਡੀ ਦੇ ਉੱਪਰ ਤੁਸੀਂ ਉਹ ਸਬਸਕ੍ਰਾਈਬ ਆਪਣਾ ਜਿਹੜਾ ਫਾਰਮ ਹੈ, ਮਾਈਗ੍ਰੇਸ਼ਨ ਫਾਰਮ ਹੈ, ਉਹ ਅਪਡੇਟ ਕਰਕੇ ਭੇਜ ਦੇਣਾ ਹੈਗਾ। ਤੇ ਉਹ ਤੁਹਾਡਾ ਅਪਡੇਸ਼ਨ ਨੂੰ ਹਫਤਾ ਤੋਂ 15 ਦਿਨ ਲੱਗ ਜਾਂਦੇ ਨੇ, ਤੇ ਉਹ ਅਪਡੇਟ ਹੋ ਕੇ ਐਨਐਸਡੀਐਲ ਦੇ ਵਿੱਚ ਚੱਲ ਜਾਂਦਾ। ਮਤਲਬ ਇਹਦੇ ਵਿੱਚ ਇਹ ਸਿਕਿਉਰਿਟੀ ਹੋ ਜਾਂਦੀ ਹੈ ਕਿ ਅੱਜ ਐਨਪੀਐਸ ਆਪਾਂ ਕਰ ਲਿਆ, ਕੱਲ੍ਹ ਨੂੰ ਸਰਕਾਰੀ ਨੌਕਰੀ ਬਣਦੀ ਹੈ ਤਾਂ ਆਪਣਾ ਐਨਪੀਐਸ ਟ੍ਰਾਂਸਫਰ ਹੋ ਸਕਦਾ ਹੈਗਾ। ਕਿਉਂਕਿ ਮੈਕਸਿਮਮ ਇਸ਼ੂਜ਼ ਦੇ ਵਿੱਚ ਇਹ ਦੇਖਿਆ ਗਿਆ ਹੈਗਾ ਕਿ ਬੰਦਾ ਐਨਪੀਐਸ ਪਹਿਲਾਂ ਕਰਵਾ ਲੈਂਦਾ, ਪ੍ਰੈਨ ਨੰਬਰ ਇੱਕ ਹੋ ਗਿਆ, ਬਾਅਦ ਚੋਂ ਉਹ ਚੇਂਜ ਨਹੀਂ ਕਰਵਾ ਪਾਉਂਦਾ, ਉਹਦੇ ਨਾਲ ਉਹ 2-2 4-4 ਮਹੀਨੇ ਉਹਨੂੰ ਸੈਲਰੀ ਨਹੀਂ ਮਿਲਦੀ। ਸੋ ਇਹ ਚੀਜ਼ ਕਲੀਅਰ ਕਰ ਲਓ, ਜੇ ਤੁਸੀਂ ਐਨਪੀਐਸ ਆਲਰੇਡੀ ਕਰਦੇ ਹੋ ਤਾਂ ਉਹ ਚੇਂਜ ਹੋ ਜਾਂਦਾ ਹੈਗਾ, ਮਾਈਗ੍ਰੇਸ਼ਨ ਹੋ ਜਾਂਦੀ ਹੈ ਫਰੋਮ ਕੇ ਫਿਨਟੈਕ ਟੂ ਐਨਐਸਡੀਐਲ ਜਾਂ ਐਨਐਸਡੀਐਲ ਟੂ ਕੇ ਫਿਨਟੈਕ, ਜਿੱਦਾਂ ਵੀ ਬੰਦਾ ਕਰਵਾਉਣਾ ਚਾਹੁੰਦਾ ਹੈਗਾ। ਦੂਜੀ ਚੀਜ਼ ਆਉਂਦੀ ਹੈ ਜੀ, ਇਹਦੇ ਵਿੱਚ ਦੋ ਤਰ੍ਹਾਂ ਦੇ ਵਾਲਟ ਹੁੰਦੇ ਨੇ, ਇੱਕ ਹੁੰਦਾ ਟਾਇਰ 1, ਇੱਕ ਹੁੰਦਾ ਟਾਇਰ 2। ਇਨੀਸ਼ੀਅਲ ਐਨਪੀਐਸ ਜਦੋਂ ਵੀ ਕੋਈ ਵੀ ਬੰਦਾ ਆਪਣਾ ਪਰਚੇਜ਼ ਕਰਦਾ ਹੈਗਾ, ਉਹ ਟਾਇਰ 1 ਦੇ ਵਿੱਚ ਪਰਚੇਜ਼ ਕਰਦਾ, ਜਿਹਦੀ ਕਿ ਇਨੀਸ਼ੀਅਲ ਕਿਸ਼ਤ ਬਣਦੀ ਹੈ 500 ਰੁਪਏ, ਜਿਹਦਾ ਤੁਸੀਂ ਕਰਦੇ ਹੋ। ਨਾਲ ਤੁਹਾਨੂੰ 186 ਰੁਪਏ ਉਹਦੇ ਵਿੱਚ ਕਮਿਸ਼ਨ ਬਣ ਜਾਂਦਾ ਹੈਗਾ, ਜੋ TDS ਕੱਟ ਕੇ ਅਰਾਊਂਡ 175 ਰੁਪਏ ਤੁਹਾਨੂੰ ਮਿਲ ਜਾਂਦਾ ਹੈਗਾ। ਉਹਦੇ ਵਿੱਚ ਜੋ ਤੁਹਾਡੀ ਵੈਲਿਊ ਲੱਗ ਰਹੀ ਆ, ਉਹ ਲੱਗਦੀ ਹੈ ਅਰਾਊਂਡ 300 ਰੁਪਏ ਦੇ ਕਰੀਬ, ਜਿਸ ਚੋਂ ਕਿ TDS ਕੱਟ ਕੇ ਤੁਹਾਡਾ 260-65 ਰੁਪਏ ਤੁਹਾਡੇ ਐਨਪੀਐਸ ਟਾਇਰ 1 ਵਾਲਟ ਦੇ ਵਿੱਚ ਸ਼ੋਅ ਕਰਦੇ ਨੇ। ਇਸੇ ਤਰ੍ਹਾਂ ਟਾਇਰ 2 ਇੱਕ ਅਕਾਊਂਟ ਹੈਗਾ, ਐਨਪੀਐਸ ਸੇਮ ਰਹੇਗਾ, ਪ੍ਰੈਨ ਨੰਬਰ ਤੁਹਾਡਾ ਸੇਮ ਰਹੇਗਾ। ਜਿਵੇਂ ਪ੍ਰੈਨ ਨੰਬਰ ਬੇਸਿਕਲੀ ਕੀ ਹੁੰਦਾ ਹੈਗਾ ਕਿ ਜਿਹੜੀ ਤੁਹਾਡੀ ਆਪਣਾ ਕਹਿ ਦਈਏ ਕਿ ਜਿਵੇਂ ਪੈਨ ਨੰਬਰ ਹੈ ਨਾ ਤੁਹਾਡੇ ਕੋਲ, ਉਹ ਇੱਕ ਯੂਨੀਕ ਬੰਦੇ ਦਾ ਇੱਕ ਹੀ ਰਹਿੰਦਾ ਹੈਗਾ। ਇਸੇ ਤਰ੍ਹਾਂ ਰਿਟਾਇਰਮੈਂਟ ਅਕਾਊਂਟ ਨੰਬਰ ਹੁੰਦਾ ਹੈਗਾ, ਪਰਮਾਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ, ਤੇ ਉਹ ਵੀ ਤੁਹਾਡਾ ਇੱਕ ਹੀ ਰਹੇਗਾ। ਪ੍ਰੈਨ ਨੰਬਰ ਇੱਕ ਰਹੇਗਾ। ਟਾਇਰ 1 ਟਾਇਰ 2 ਇਹਦੇ ਵਿੱਚ ਕੀ ਫਰਕ ਹੈ? ਟਾਇਰ 1 ਦੇ ਵਿੱਚ ਜੋ ਵੀ ਤੁਸੀਂ ਪੈਸਾ ਅੱਜ ਦੀ ਘੜੀ ਲਗਾ ਰਹੇ, ਤੇ ਇਹਦੇ ਵਿੱਚ ਟੀਮ ਕੀ ਚੱਕਰ ਹੈ ਕਿ ਟਾਇਰ 1 ਦੇ ਵਿੱਚ ਕੀ ਸਕੀਮ ਹੁੰਦੀ ਹੈ, ਤੁਸੀਂ ਅੱਜ ਐਨਪੀਐਸ ਆਪਣਾ ਲਾਂਚ ਕਰ ਲਿਆ, ਬਣਾ ਲਿਆ, ਐਨਪੀਐਸ ਪ੍ਰੈਨ ਨੰਬਰ ਬਣਾ ਲਿਆ। ਐਨਪੀਐਸ ਦੇ ਵਿੱਚ ਤੁਸੀਂ ਪੈਸੇ ਆਪਣੇ ਮੰਥਲੀ, ਤੁਹਾਨੂੰ ਜਿਵੇਂ ਰਾਮ ਬਾਈ ਨੇ ਦੱਸਿਆ ਹੈਗਾ ਕਿ ਤੁਸੀਂ ਐਕਟਿਵ ਰੱਖਣ ਦੇ ਲਈ ਅਕਾਊਂਟ ਨੂੰ ਮਿਨੀਮਮ 1000 ਰੁਪਇਆ ਮੰਥਲੀ ਉਹਦੇ ਵਿੱਚ ਆਪਣਾ ਐਡੀਸ਼ਨ ਕਰਨਾ ਹੁੰਦਾ ਹੈਗਾ, ਤੁਸੀਂ ਪੇ ਕਰਨੇ ਹੁੰਦੇ ਨੇ। ਇਨ ਕੇਸ ਉਹ ਤੁਹਾਡਾ ਐਡੀਸ਼ਨ ਤੁਸੀਂ ਨਹੀਂ ਕਰ ਪਾਉਂਦੇਗੇ, ਅਗਲੇ ਸਾਲ ਤੁਸੀਂ ਉਹਨੂੰ ਐਕਟੀਵੇਟ ਕਰਾਉਣਾ ਚਾਹੁੰਦੇ ਹੋ, ਆਪਣਾ ਪੈਨ ਨੰਬਰ ਜਾਂ ਪ੍ਰੈਨ ਨੰਬਰ ਤੁਸੀਂ ਰਾਮ ਬਾਈ ਨੂੰ, ਅਜੀਤ ਬਾਈ ਨੂੰ ਸ਼ੇਅਰ ਕਰਨਾ ਕਿ ਮੈਂ ਇਹਨੂੰ ਐਕਟੀਵੇਟ ਕਰਵਾਉਣਾ ਚਾਹੁੰਦਾ, ਕਾਈਂਡਲੀ ਇਹਨੂੰ ਐਕਟੀਵੇਟ ਕੀਤਾ ਜਾਵੇ। ਸਾਡੇ ਵੱਲੋਂ ਪੀਓਪੀ ਸਾਡਾ ਸੀਐਸਸੀ ਹੈਗਾ, ਅਸੀਂ ਸੀਐਸਸੀ ਤੋਂ ਉਹ ਇਮੀਡੀਏਟ ਬੇਸਿਸ ਤੇ ਤੁਹਾਡਾ ਐਕਟੀਵੇਟ ਕਰਵਾ ਦਿੰਦੇ ਆ। ਇਨ ਕੇਸ ਉਹ ਬੰਦਾ ਅਵੇਲੇਬਲ ਨਹੀਂ ਹੁੰਦਾ ਤਾਂ 24 ਤੋਂ 48 ਘੰਟੇ ਦੇ ਵਿੱਚ ਉਹ ਤੁਹਾਡਾ ਹੋ ਜਾਂਦਾ, ਮਤਲਬ ਜਿੱਦਾਂ ਵੀ ਆਪਣੀ ਕੋਈ ਛੁੱਟੀ ਆਉਂਦੀ ਆ ਉਹ ਟਾਈਮ ਦੇ ਕੇ। ਦੂਜੀ ਚੀਜ਼ ਇਹਦੇ ਵਿੱਚ ਜਿਵੇਂ ਦੱਸਿਆ ਗਿਆ ਕਿ ਟਾਇਰ 1 ਟਾਇਰ 2 ਕੀ ਚੀਜ਼ ਹੈ, ਸੇਮ ਪ੍ਰੋਡਕਟ ਹੈ ਟਾਇਰ 1 ਦੇ ਹਿਸਾਬ ਦਾ। ਅਮਾਊਂਟ ਉਹਦੇ ਵਿੱਚ ਤੁਸੀਂ ਕਿਸੇ ਵੀ ਟਾਈਮ ਕਿੰਨੀ ਵੀ ਅਮਾਊਂਟ ਜਮ੍ਹਾਂ ਕਰਵਾ ਸਕਦੇ ਹੋ, ਕਿੰਨੀ ਵੀ ਅਮਾਊਂਟ ਕਢਵਾ ਸਕਦੇ ਹੋ। ਟਾਇਰ 1 ਦੇ ਵਿੱਚ ਕੀ ਕੇਸ ਹੁੰਦਾ ਕਿ ਜੋ ਵੀ ਤੁਹਾਡੀ ਅਮਾਊਂਟ ਆਪਾਂ ਸਬਮਿਟ ਕਰਵਾ ਰਹੇ ਹਾਂ, ਜਿਵੇਂ ਇਹਦੇ ਵਿੱਚ ਲਿਖਿਆ ਗਿਆ ਕਿ ਮੈਕਸਿਮਮ 60% ਤੁਸੀਂ ਲੰਮਸਮ ਕਢਵਾ ਸਕਦੇ ਹੋ ਜੇ ਤੁਸੀਂ 60 ਸਾਲ ਤੱਕ ਇਹਨੂੰ ਕੰਟੀਨਿਊ ਰੱਖਦੇ ਹੋ। ਤਾਂ ਮਿਨੀਮਮ 40% ਤੁਹਾਨੂੰ ਪੈਨਸ਼ਨ ਦੇ ਵਿੱਚ ਲਗਾਉਣਾ ਪੈਂਦਾ, ਮਿਨੀਮਮ 40, ਮੈਕਸਿਮਮ ਭਾਵੇਂ ਤੁਹਾਨੂੰ ਨਹੀਂ ਇਕੱਠਾ ਪੈਸਾ ਚਾਹੀਦਾ, ਤੁਸੀਂ 100% ਵੀ ਪੈਨਸ਼ਨ ਦੇ ਰੂਪ 'ਚ ਲੈ ਸਕਦੇ ਹੋ। ਇਨ ਕੇਸ ਤੁਹਾਡੇ ਕੋਲ ਜਿਹੜਾ ਕਾਰਪਸ ਵੈਲਿਊ ਹੈਗੀ ਹੈ ਉਹ 5 ਲੱਖ ਤੋਂ ਘੱਟ ਬਣਦੀ ਹੈ 60 ਸਾਲ ਦੀ ਏਜ ਤੇ, ਟਾਇਰ 1 ਦੀ ਗੱਲ ਕਰ ਰਹੇ ਹਾਂ ਜੀ, ਇਹ 5 ਲੱਖ ਤੋਂ ਘੱਟ ਵੈਲਿਊ ਬਣਦੀ ਹੈ 60 ਸਾਲ ਦੀ ਏਜ ਤੇ, ਤਾਂ ਤੁਸੀਂ ਇਕੱਠਾ 100% ਪੈਸਾ ਵੀ ਕਢਵਾ ਸਕਦੇ ਹੋ। ਦੂਜਾ ਸਿਨੈਰੀਓ ਆਉਂਦਾ ਹੈਗਾ ਬਿਫੋਰ 60 ਇਅਰਸ। ਮੰਨ ਲਓ ਅੱਜ ਤੁਸੀਂ ਐਨਪੀਐਸ ਲਿੱਤਾ, 5 ਸਾਲ ਤੁਸੀਂ ਚਲਾ ਕੇ 5 ਸਾਲ ਤੋਂ ਬਾਅਦ ਤੁਸੀਂ ਆਪਣਾ ਐਨਪੀਐਸ ਬੰਦ ਕਰਵਾ ਸਕਦੇ ਹੋ। ਇਹ ਵੀ ਮਤਲਬ ਇਹਦੇ ਵਿੱਚ ਇੱਕ ਕਹਿ ਦਈਏ ਕਿ ਪਹਿਲਾਂ 10 ਸਾਲ ਸੀਗੀ ਕੈਪਿੰਗ, ਉਹ 5 ਸਾਲ ਕਰ ਦਿੱਤੀ ਗਈ। ਉਸ ਟਾਈਮ ਤੇ ਜੇ ਤੁਹਾਡੇ ਐਨਪੀਐਸ ਅਕਾਊਂਟ ਦੇ ਵਿੱਚ ਟਾਇਰ 1 ਦੇ ਵਿੱਚ 2.5 ਲੱਖ ਰੁਪਇਆ ਜਮ੍ਹਾਂ ਹੈ, 2.5 ਲੱਖ ਤੋਂ 1 ਰੁਪਇਆ ਘੱਟ ਵੀ ਹੈ, ਤਾਂ ਉਹ ਤੁਸੀਂ 100% ਪੇਮੈਂਟ ਆਪਣੀ ਕਢਵਾ ਸਕਦੇ ਹੋ ਲਮਸਮ ਟੋਟਲ। ਇਨ ਕੇਸ 2.5 ਲੱਖ ਤੋਂ ਅਮਾਊਂਟ ਵੱਧ ਬਣਦੀ ਹੈ ਤਾਂ ਤੁਸੀਂ 20% ਲਮਸਮ ਕਢਵਾ ਸਕਦੇ ਹੋ, 80% ਤੁਹਾਨੂੰ ਤੁਹਾਡੀ ਪੈਨਸ਼ਨ ਦੇ ਰੂਪ ਦੇ ਵਿੱਚ ਮਿਲੇਗਾ। ਤੇ ਉਹ ਜਿਹੜਾ ਵੀ ਹੈ ਪੈਨਸ਼ਨ, ਉਹਦੀ ਤੁਹਾਡੇ ਕੋਲ ਆਪਸ਼ਨ ਆਉਂਦੀ ਹੈ ਕਿ ਕਿਹੜੀ ਕੰਪਨੀ ਦੇ ਨਾਲ ਤੁਸੀਂ ਪੈਨਸ਼ਨ ਆਪਣਾ ਪਰਚੇਜ਼ ਕਰਨਾ ਚਾਹੁੰਦੇ ਹੋ ਜਦੋਂ ਤੁਸੀਂ 60 ਸਾਲ ਦੇ ਹੋ ਜਾਂਦੇ ਹੋ।
ਹਾਂਜੀ, ਪੈਨਸ਼ਨ ਫੰਡ ਜਿਹੜੇ ਹੈਗੇ ਨੇ ਆਪਣੇ, ਕਿਹੜੀ ਕੰਪਨੀਆਂ ਆਪਣੀ ਪੈਨਸ਼ਨ ਫੰਡ ਦੇਖਦੀ ਆ? ਆਦਿਤਿਆ ਬਿਰਲਾ ਹੈਗੀ ਹੈ, HDFC, ICICI, ਕੋਟਕ ਮਹਿੰਦਰਾ, LIC, SBI ਤੇ UTI ਦੇ ਆਪਾਂ ਪੈਨ ਕਾਰਡ ਵੀ ਅਪਲਾਈ ਕਰਦੇ ਹਾਂ ਤੇ ਉਹ ਚੀਜ਼ ਹੈ। ਹੁਣ ਇਹਦੇ ਵਿੱਚ ਦੇਖਣ ਵਾਲੀ ਚੀਜ਼ ਹੈ ਕਿ ਜਿਹੜੇ ਬੰਦੇ ਨੇ NPS ਲੈਣਾ ਹੈ, ਉਹ ਬੰਦਾ ਜੇ ਤਾਂ ਸਰਕਾਰੀ ਵੱਲ ਨੂੰ ਜਾਣਾ ਚਾਹੁੰਦਾ ਤਾਂ ਉਹ LIC ਵੱਲ ਜਾ ਸਕਦਾ, SBI ਵੱਲ ਜਾ ਸਕਦਾ, UTI ਵੱਲ ਜਾ ਸਕਦਾ। ਜੇ ਉਹ ਪ੍ਰਾਈਵੇਟ ਵੱਲ ਜਾਣਾ ਚਾਹੁੰਦਾ, ਕੋਈ ਆਪਣਾ ਆਪਾਂ ਗੱਲ ਕਰੀਏ ਕਿ ਜਿਹੜੀ ਤੁਸੀਂ ਅਮਾਊਂਟ ਲਗਾ ਰਹੇ ਹੋ, ਸਪੈਂਡ ਕਰ ਰਹੇ ਹੋ, ਉਹਦੇ ਉੱਪਰ ਵਧੀਆ ਰਿਟਰਨ ਭਾਲਦਾ ਤਾਂ ਉਹ ਪ੍ਰਾਈਵੇਟ ਵੱਲ ਜਾ ਸਕਦਾ। HDFC ਸਭ ਤੋਂ ਵੱਧ ਰਿਟਰਨ ਦਿੰਦੀ ਹੈ। ਇਹਦੇ ਵਿੱਚ ਜਿਹੜੀ ਵੀ ਤੁਹਾਡੀ ਅਮਾਊਂਟ ਹੈ, ਉਹ 4 ਅਲੱਗ-ਅਲੱਗ ਸੈਕਸ਼ਨ ਹੈ ਜਿੱਥੇ ਪੈਨਸ਼ਨ ਸਕੀਮ ਹੈ, ਜਿੱਥੇ ਉਹ ਪੈਸਾ ਲੱਗਦਾ ਹੈ। ਪਹਿਲੇ ਨੰਬਰ ਤੇ ਆ ਜਾਂਦਾ ਜੀ ਐਸੈਟ ਕਲਾਸ E, ਇਕੁਇਟੀ ਕਹਿ ਦਿੰਦੇ ਆਪਾਂ ਜਿਹਨੂੰ। ਫਿਰ ਆ ਜਾਂਦਾ ਐਸੈਟ ਕਲਾਸ C, ਕਾਰਪੋਰੇਟ ਬੌਂਡਸ, ਜਿਹੜੀ ਮੰਨ ਲਓ ਆਪਾਂ ਕਹਿ ਦਈਏ ਕਿ ਕੰਪਨੀਆਂ ਵੱਡੀਆਂ ਨੇ, ਉਹਨਾਂ ਦੇ ਆਪਾਂ ਬੌਂਡ ਖਰੀਦ ਲਏ। ਇਕੁਇਟੀ ਹੋ ਗਈ ਜਿਵੇਂ ਆਪਾਂ ਕਹਿ ਦਈਏ ਸ਼ੇਅਰ ਮਾਰਕੀਟ ਦੇ ਵਿੱਚ ਤੁਹਾਡਾ ਪੈਸਾ ਲੱਗ ਗਿਆ। ਤੀਜੀ ਚੀਜ਼ ਆਉਂਦੀ ਹੈ ਗਵਰਨਮੈਂਟ ਸਿਕਿਉਰਿਟੀਜ਼, ਕਿ ਜਿਹੜੇ ਗਵਰਨਮੈਂਟ ਬੌਂਡਸ ਹੈਗੇ ਨੇ ਜਾਂ ਗੋਲਡ ਸੋਵਰਨਿਟੀ ਬੌਂਡਸ ਹੁੰਦੇ ਨੇ, ਉਹਦੇ ਵਿੱਚੋਂ ਤੁਹਾਡੇ ਪੈਸਾ ਲਗਾਇਆ ਜਾਂਦਾ ਹੈ। ਚੌਥੇ ਨੰਬਰ ਦੇ ਉੱਪਰ ਆ ਜਾਂਦਾ ਜੀ ਅਲਟਰਨੇਟ ਐਸੈਟਸ। ਇਹ ਨਵੀਂ ਚੀਜ਼ ਇਨਕਲੂਡ ਹੋਈ ਹੈ। ਤੁਸੀਂ ਮੰਨ ਲਓ ਆਪਾਂ ਗੱਲ ਕਰੀਏ ਕਿ ਪੈਸਾ ਲਗਾ ਦਿੱਤਾ, ਔਰ ਇਹ ਤਿੰਨਾਂ ਚੀਜ਼ਾਂ ਤੋਂ ਇਲਾਵਾ ਤੁਸੀਂ ਪੈਸਾ ਕਿਸੇ ਹੋਰ ਪਾਸੇ ਲਗਾਉਣਾ ਚਾਹੁੰਦੇ ਹੋ, ਇਹ ਆਪਸ਼ਨ ਵੀ ਤੁਹਾਡੇ ਕੋਲ ਹੁੰਦੀ ਹੈ। ਹਾਂਜੀ ਵੀਰ, ਬਸ ਠੀਕ ਹੈ ਜੀ। ਅੱਛਾ, ਉਹ ਤੋਂ ਬਾਅਦ ਹੁਣ ਜਦੋਂ ਆਪਾਂ ਮੰਨ ਲਓ ਅਕਾਊਂਟ ਆਪਣਾ ਪਰਚੇਜ਼ ਕਰਦੇ ਹਾਂ, ਟਾਇਰ 1 ਵੀ ਪਰਚੇਜ਼ ਕੀਤਾ ਹੈਗਾ, ਉਸ ਟਾਈਮ ਤੇ ਤੁਹਾਡੇ ਕੋਲ ਇਨਵੈਸਟਮੈਂਟ ਹੈ, ਇਹ ਦੋ ਤਰ੍ਹਾਂ ਦੇ ਆਪਸ਼ਨ ਹੁੰਦੇ ਨੇ। ਇੱਕ ਹੋ ਗਿਆ ਐਕਟਿਵ, ਇੱਕ ਹੋ ਗਿਆ ਆਟੋ। ਐਕਟਿਵ ਦੇ ਵਿੱਚ ਹੋ ਗਿਆ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਕਿੰਨੀ ਵੀ ਪਾਰਟੀਸ਼ਨ ਤੁਸੀਂ ਕਰ ਸਕਦੇ ਹੋ ਕਿ ਮੈਂ ਇਕੁਇਟੀ 'ਚ ਵੱਧ ਪੈਸੇ ਲਾਉਣੇ ਆ, ਮੈਂ ਕਾਰਪੋਰੇਟ ਬੌਂਡ 'ਚ ਵੱਧ ਪੈਸੇ ਲਾਉਣੇ ਆ, ਮੈਂ ਗਵਰਨਮੈਂਟ ਬੌਂਡ 'ਚ ਵੱਧ ਲਾਉਣੇ ਆ, ਆਲਟਰਨੇਟ ਇਨਵੈਸਟਮੈਂਟ ਕਰਨੀ ਹੈ। ਇਹ ਖੱਬੇ ਹੱਥ ਤੁਸੀਂ ਦੇਖ ਰਹੇ ਹੋ ਇੱਕ ਟੇਬਲ ਬਣਿਆ ਹੋਇਆ ਹੈਗਾ, ਕੈਪ ਔਨ ਇਨਵੈਸਟਮੈਂਟ। ਇਹ ਇਨਵੈਸਟਮੈਂਟ ਦੀ ਕੈਪਿੰਗ ਕੀਤੀ ਜਾਂਦੀ ਹੈ। ਇਹਦੀ ਇਨਵੈਸਟਮੈਂਟ ਦੀ ਕੈਪਿੰਗ ਹੈ ਕਿ ਤੁਸੀਂ ਇਕੁਇਟੀ ਦੇ ਵਿੱਚ 75% ਹੀ ਮੈਕਸਿਮਮ ਲਗਾ ਸਕਦੇ ਹੋ, ਕਾਰਪੋਰੇਟ 'ਚ ਤੁਸੀਂ 100% ਤੱਕ ਲਗਾ ਸਕਦੇ ਹੋ, ਗਵਰਨਮੈਂਟ ਸਿਕਿਉਰਿਟੀ 'ਚ 100% ਤੱਕ ਲਗਾ ਸਕਦੇ ਹੋ। ਅਜੀਤ ਇੱਕ ਵਾਰੀ ਮਿਊਟ ਕਰ ਲਓ ਵੀਰੇ, ਮੈਨੂੰ ਲੱਗਦਾ ਆਵਾਜ਼ ਕੋਈ ਬੰਦਾ ਹੈ ਉਹਦੀ ਨਾ। ਕਈ ਵਾਰ ਕਰਤਾ ਮੀਨਾਕਸ਼ੀ ਜੋਸ਼ੀ ਮੈਮ ਨੂੰ, ਪਤਾ ਨਹੀਂ ਸਮਝ ਨਹੀਂ ਆ ਰਹੀ ਵੀ ਮਿਊਟ ਰੱਖੀ ਦਾ ਹੁੰਦਾ ਜਾਂ ਤੁਸੀਂ ਇੱਕ ਕੰਮ ਕਰੋ, ਇਹਦੇ ਵਿੱਚ ਨਾ ਆਪਣੇ ਕੋਲ ਕੋ-ਹੋਸਟ ਦੀ ਆਪਸ਼ਨ ਆਉਂਦੀ ਹੈ, ਕੋ-ਹੋਸਟ ਦੀ ਆਪਸ਼ਨ ਇਨੇਬਲ ਕਰਕੇ ਰਾਮ ਬਾਈ ਨੂੰ ਕੋ-ਹੋਸਟ ਬਣਾ ਲਓ। ਉਸ ਤੋਂ ਬਾਅਦ ਮਿਊਟ ਆਲ ਦੀ ਆਪਸ਼ਨ ਆ ਜਾਏਗੀ, ਤੁਸੀਂ ਆਪਣੇ ਵੱਲੋਂ ਹੀ ਕਰੋਗੇ ਤਾਂ ਅਨਮਿਊਟ ਹੋਏਗਾ, ਅਦਰਵਾਈਜ਼ ਨਹੀਂ। ਜੋ ਕਰ ਲਓ ਤੇ ਫਿਰ ਆਪਾਂ ਕੁਐਸਚਨ ਆਨਸਰ ਸੈਸ਼ਨ ਰੱਖਾਂਗੇ। ਤੇ ਜਿਹੜੇ ਵੀ ਮੇਰੇ ਵੀਰ ਦਾ ਕੋਈ ਕੁਐਸਚਨ ਹੈ ਕਾਈਂਡਲੀ ਨੋਟ ਡਾਊਨ ਕਰ ਲਿਓ, ਆਪਾਂ ਸੈਸ਼ਨ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਇਹਦੇ ਆਨਸਰ ਦੱਸਾਂਗੇ ਜੀ। ਤੇ ਇਹਦੇ ਵਿੱਚ ਜੀ ਆਪਸ਼ਨ ਜਿਵੇਂ ਤੁਹਾਨੂੰ ਐਕਟਿਵ ਦੱਸਿਆ ਗਿਆ ਕਿ ਤੁਸੀਂ ਪਰਸੈਂਟੇਜ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਕਿ ਮੈਂ 75% ਤੱਕ ਇਕੁਇਟੀ 'ਚ ਲਗਾਉਣਾ ਹੈ, ਮੈਂ 5% ਲਗਾਉਣਾ, ਮੈਂ 20% ਲਗਾਉਣਾ, ਉਹ ਤੁਹਾਡੇ ਉੱਪਰ ਡਿਪੈਂਡ ਕਰਦਾ। ਦੂਜੀ ਚੀਜ਼ ਆਉਂਦੀ ਹੈ ਕਿ ਆਟੋ ਦੇ ਵਿੱਚ ਕੀ ਹੈ ਕਿ ਤੁਹਾਡੇ ਕੋਲ 3 ਸਾਈਕਲ ਆ ਜਾਂਦੇ ਨੇ। ਐਗਰੈਸਿਵ ਲਾਈਫ ਸਾਈਕਲ ਆ ਜਾਂਦਾ, ਮੋਡਰੇਟ ਆ ਜਾਂਦਾ, ਕੰਜ਼ਰਵੇਟਿਵ ਆ ਜਾਂਦਾ। ਬੇਸਿਕਲੀ ਐਗਰੈਸਿਵ ਦੇ ਵਿੱਚ ਕੀ ਰਹੇਗਾ ਕਿ ਇਕੁਇਟੀ ਦੇ ਵਿੱਚ ਤੁਹਾਡਾ 75% ਲੱਗ ਜਾਏਗਾ, ਜਿਹੜੇ ਤੁਹਾਡੇ 25% ਰਹਿ ਗਏ ਉਹ ਤੁਹਾਡੇ ਕਾਰਪੋਰੇਟ ਬੌਂਡ ਤੇ ਗਵਰਨਮੈਂਟ ਸਿਕਿਉਰਿਟੀ 'ਚ ਲੱਗ ਜਾਣਗੇ। ਮੋਡਰੇਟ ਦੇ ਵਿੱਚ ਕੀ ਹੈ ਕਿ ਜਿਹੜਾ ਤੁਹਾਡਾ ਇਕੁਇਟੀ ਆ ਉਹ ਤੁਹਾਡਾ 50% ਰਹਿ ਜਾਏਗਾ, 50% ਬਾਕੀ ਦੋਨਾਂ ਦੇ ਵਿੱਚ ਡਿਸਟ੍ਰੀਬਿਊਟ ਹੋ ਜਾਣਗੇ। ਕੰਜ਼ਰਵੇਟਿਵ ਦੇ ਵਿੱਚ ਇਕੁਇਟੀ 'ਚ ਘਟ ਜਾਏਗਾ, ਜਿਹੜਾ ਆਪਾਂ ਕਹਿ ਦਈਏ ਸ਼ੇਅਰ ਮਾਰਕੀਟ ਵਗੈਰਾ 'ਚ ਘਟ ਜਾਏਗਾ, ਬਾਕੀ ਗਵਰਨਮੈਂਟ ਸਿਕਿਉਰਿਟੀਜ਼ ਤੇ ਕਾਰਪੋਰੇਟ ਬੌਂਡਸ ਦੇ ਵਿੱਚ ਤੁਹਾਡੀ ਵੱਧ ਜਾਂਦੀ ਹੈ। ਇਹ ਤੁਸੀਂ ਖੁਦ ਵੀ ਐਡਜਸਟ ਕਰ ਸਕਦੇ ਹੋ ਤੇ ਇਹ ਜਿਹੜੀ ਐਡਜਸਟਮੈਂਟ ਹੈ ਇਹ ਤੁਸੀਂ ਆਪਣਾ ਚੇਂਜ ਵੀ ਕਰ ਸਕਦੇ ਹੋ ਸਾਲ ਦੇ ਵਿੱਚ 2 ਵਾਰ। ਤੁਹਾਨੂੰ ਲੱਗਦਾ ਕਿ ਅੱਜ ਦੀ ਘੜੀ ਤੁਹਾਨੂੰ ਜੋ ਸਹੀ ਲੱਗਦਾ, ਤੁਹਾਡੀ ਮੰਨ ਲਓ ਏਜ 30 ਸਾਲ ਹੈ ਤਾਂ ਆਪਾਂ ਕਹਿੰਦੇ ਐਗਰੈਸਿਵ ਲਾਈਫ ਸਾਈਕਲ ਆਪਾਂ ਅਪਣਾ ਸਕਦੇ ਹਾਂ, ਬਟ ਦੇਖਦੇ ਹੋਏ ਕਿ ਨਹੀਂ ਮਾਰਕੀਟ ਡਾਊਨ ਚੱਲ ਰਹੀ ਹੈ ਬਟ ਤੁਸੀਂ ਉਹ ਪੈਸਾ ਪੂਰੇ ਦਾ ਪੂਰਾ ਉੱਧਰ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਉਹਨੂੰ ਸਾਲ ਦੇ ਵਿੱਚ 2 ਵਾਰੀ ਚੇਂਜ ਵੀ ਕਰਵਾ ਸਕਦੇ ਹੋ। ਇਸੇ ਤਰ੍ਹਾਂ ਜਿਵੇਂ ਪਿਛਲੇ ਪੇਜ ਦੇ ਉੱਪਰ ਦਿਖਾਇਆ ਗਿਆ ਸੀਗਾ ਕਿ ਕਿਹੜੇ ਕੰਪਨੀਜ਼ ਹੈਗੀਆਂ, ਕਿਹੜੇ ਬੈਂਕ ਹੈਗੇ ਨੇ ਜਿਹੜੇ ਕਿ ਇਹਨਾਂ ਨੂੰ ਪੈਨਸ਼ਨ ਫੰਡ ਨੂੰ ਮੈਨੇਜ ਕਰਦੇ ਨੇ, ਸਾਲ ਦੇ ਵਿੱਚ 1 ਵਾਰੀ ਤੁਸੀਂ ਉਹ ਵੀ ਚੇਂਜ ਕਰ ਸਕਦੇ ਹੋ। ਬਾਕੀ ਜਿਹੜੀ ਵੀ ਤੁਹਾਡੀ ਕੋਲ ਇਹਦੀ ਸੇਵਿੰਗ ਬਣਦੀ ਹੈ 1.5 ਲੱਖ ਤੱਕ ਤੁਸੀਂ ਸੇਵਿੰਗ ਆਪਣੀ ਦਿਖਾ ਕੇ ਐਗਜ਼ੈਂਪਸ਼ਨ ਲੈ ਸਕਦੇ ਹੋ, ਰਿਬੇਟ ਲੈ ਸਕਦੇ ਹੋ। ਨੈਕਸਟ ਪੇਜ ਤੇ ਚੱਲ ਪਓ। ਇੱਥੇ ਉਹੀ ਚੀਜ਼ ਆ ਗਈ ਕਿ ਪਾਰਸ਼ੀਅਲ ਵਿਡਰਾਲ। ਅੱਜ ਮੰਨ ਲਓ ਤੁਸੀਂ NPS ਆਪਣਾ ਪਰਚੇਜ਼ ਕਰ ਲਿਆ, ਸਾਲ 2 ਸਾਲ 3 ਸਾਲ ਪੈਸੇ ਆਪਾਂ ਜਮ੍ਹਾਂ ਕਰਾਏ, ਤੁਸੀਂ ਟੋਟਲ ਉੱਤੇ 5-7 ਲੱਖ ਰੁਪਏ ਇਕੱਠਾ ਕਰ ਲਿਆ, ਮੰਨ ਲਓ ਐਗਜ਼ਾਮਪਲ ਦੇ ਰਹੇ ਹਾਂ। ਤੁਹਾਨੂੰ ਕਿਤੇ ਪੈਸਿਆਂ ਦੀ ਸਡਨ ਲੋੜ ਪੈ ਜਾਂਦੀ ਆ ਤਾਂ ਮਿਨੀਮਮ ਤੁਹਾਡਾ NPS 3 ਸਾਲ ਚੱਲਿਆ ਹੋਣਾ ਚਾਹੀਦਾ ਹੈਗਾ। ਜਾ ਕੇ ਤੁਸੀਂ ਬਈ ਮਿਊਟ ਕਰ ਲਿਓ ਵੀਰੇ, ਦੇਖੋ ਕਿਹਦਾ ਹੈਗਾ। ਅਜੀਤ ਇੱਕ ਵਾਰੀ ਵੀਰੇ ਮਿਊਟ ਕਰ ਦਿਓ, ਦੇਖ ਲਿਓ ਮੇਰੇ ਕੋਲ ਡਿਸਟਰਬੈਂਸ ਆਉਂਦੀ ਸੀ। ਅਸੀਂ ਮੁੱਲਾਂਪੁਰ ਤੋਂ ਹੈਗੇ ਨੇ ਰੀਅਲੀ। ਅਜੀਤ
भाई मेरे को राइट दे दें तो मैं तो देख ਲਾਂ ਅਜੀਤ ਕਰ ਦਿੰਦਾ ਕੋਈ ਨਹੀਂ। ਜੀ 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 ਸਰ ਪਲੀਜ਼ ਸਟਾਰਟ। ਅੱਛਾ, ਇਹਦੇ ਵਿੱਚ ਕੀ ਹੈ ਕਿ ਤੁਸੀਂ ਮੰਨ ਲਓ 3 ਸਾਲ ਤੁਹਾਡੇ ਐਨਪੀਐਸ ਨੂੰ ਹੋ ਚੁੱਕੇ ਨੇ, ਤੁਸੀਂ ਪਾਰਸ਼ੀਅਲ ਵਿਡਰਾਅਲ ਲੈਣਾ ਚਾਹੁੰਦੇ ਹੋ ਤਾਂ 3-3 ਸਾਲ ਦੇ ਗੈਪ ਦੇ ਉੱਪਰ ਤੁਸੀਂ 3 ਵਾਰੀ ਪਾਰਸ਼ੀਅਲ ਵਿਡਰਾਅਲ ਲੈ ਸਕਦੇ ਹੋ, ਜਿੰਨੀ ਤੁਹਾਡੀ ਅਮਾਉਂਟ ਤੁਸੀਂ ਖੁਦ ਜਮ੍ਹਾਂ ਕਰਵਾਈ ਹੈ। ਕਾਰਪਸ ਦੀ ਗੱਲ ਨਹੀਂ ਇੱਥੇ ਕੀਤੀ ਜਾ ਰਹੀ, ਇੱਥੇ ਜਿੰਨੀ ਤੁਸੀਂ ਅਮਾਉਂਟ ਖੁਦ ਜਮ੍ਹਾਂ ਕਰਵਾਈ ਹੈ। ਮੰਨ ਲਓ ਤੁਸੀਂ 5 ਲੱਖ ਰੁਪਏ ਆਪਣਾ ਜਮ੍ਹਾਂ ਕਰਵਾ ਲਿਆ 5 ਸਾਲ 'ਚ, ਤੁਹਾਨੂੰ ਲੋੜ ਪੈਗੀ 25% ਤੁਸੀਂ 5 ਲੱਖ ਦਾ ਕਢਵਾ ਸਕਦੇ ਹੋ, ਬਸ਼ਰਤੇ ਉੱਥੇ ਭਾਵੇਂ ਤੁਹਾਡੇ ਕੋਲ ਕਾਰਪਸ 5 ਲੱਖ ਦੀ ਜਗ੍ਹਾ 15 ਲੱਖ ਬਣ ਗਿਆ ਹੋਵੇ, ਬਟ ਤੁਸੀਂ ਸਿਰਫ 5 ਲੱਖ ਦਾ 25% ਕਢਵਾ ਸਕਦੇ ਹੋ। ਇਹ ਹੈਗਾ ਪਾਰਸ਼ੀਅਲ ਵਿਡਰਾਅਲ ਦੀ ਗੱਲ ਹੈ। 3 ਵਾਰੀ ਆਪਾਂ 3-3 ਸਾਲ ਦੇ ਗੈਪ ਤੇ ਆਪਾਂ ਕਢਵਾ ਸਕਦੇ ਹਾਂ। ਪਰਪਸ ਕਿਹੜੇ ਹੈ ਕਿ ਹਾਇਰ ਐਜੂਕੇਸ਼ਨ ਹੋ ਗਿਆ, ਮੈਰਿਜ ਹੋ ਗਿਆ, ਕਿਸੇ ਬੱਚੇ ਦਾ ਵਿਆਹ ਕਰਨਾ ਆਪਾਂ, ਜਾਂ ਆਪਾਂ ਕਹਿ ਦਈਏ ਕਿ ਘਰ ਲੈਣਾ ਹੈ, ਜਾਂ ਆਪਾਂ ਕਹਿ ਦਈਏ ਕਿ ਉਹਦੇ ਵਿੱਚ ਕੰਸਟਰਕਸ਼ਨ ਕਰਨੀ ਹੈ, ਕੁਝ ਐਡੀਸ਼ਨ ਕਰਨੀ ਚਾਹੁੰਦੇ ਹਾਂ ਆਪਾਂ, ਟ੍ਰੀਟਮੈਂਟ ਕਰਾਉਣਾ ਕਿਸੇ ਮੈਡੀਕਲ ਉਹਦਾ ਇਲਨੈਸ ਦਾ, ਜਾਂ ਆਪਾਂ ਕਹਿ ਦਈਏ ਸਕਿੱਲ ਡਿਵੈਲਪਮੈਂਟ ਕੋਈ ਕੋਰਸ ਵਗੈਰਾ ਤੁਸੀਂ ਕਰਨਾ ਚਾਹੁੰਦੇ ਹੋ, ਜਾਂ ਐਸਟੈਬਲਿਸ਼ਮੈਂਟ ਆਫ ਔਨ ਵੈਂਚਰ, ਮਤਲਬ ਕਿ ਤੁਸੀਂ ਆਪਣਾ ਕੋਈ ਕੰਮ ਸੈਟਅਪ ਕਰਨਾ ਨਵਾਂ। ਇਹ ਪਾਰਸ਼ੀਅਲ ਵਿਡਰਾਅਲ ਦਾ ਸੀਨ ਹੁੰਦਾ ਜੀ। ਨੈਕਸਟ ਪੇਜ ਕਰ ਲਓ ਵੀਰੇ। ਇਹ ਤੁਹਾਨੂੰ ਆਲਰੇਡੀ ਡਿਸਕਸ ਕਰ ਲਿਆ ਕਿ ਐਗਜ਼ਿਟ ਵਿਡਰਾਅਲ ਆਪਾਂ ਕਿਵੇਂ ਕਰਵਾਉਣਾ ਗਾ। ਡੈਥ ਜੇ ਹੋ ਜਾਂਦੀ ਹੈ, ਇਹਦੇ ਵਿੱਚ ਇੱਕ ਚੀਜ਼ ਰਹਿ ਗਈ ਸੀ, ਇਨ ਕੇਸ ਆਪਾਂ ਜੋ ਵੀ ਫੰਡ ਆਪਣੇ ਕੋਲ ਬਣਿਆ ਹੈਗਾ, ਉਹ 60 ਸਾਲ ਤੋਂ ਪਹਿਲਾਂ ਬੰਦੇ ਦੀ ਡੈਥ ਹੋ ਜਾਂਦੀ ਹੈ, ਜਿੰਨੀ ਵੀ ਕਾਰਪਸ ਵੈਲਿਊ ਬਣਦੀ ਹੈ ਉਹ ਤੁਹਾਡੇ ਨੋਮੀਨੀ ਨੂੰ ਮਿਲ ਜਾਂਦੀ ਹੈ। ਨੈਕਸਟ ਕਰ ਲਓ ਵੀਰੇ। ਐਨੂਇਟੀ ਦੀ ਗੱਲ ਹੈ ਕਿ ਐਨੂਇਟੀ ਕੀ ਹੁੰਦੀ ਹੈ। ਆਪਾਂ ਜਿਵੇਂ ਗੱਲ ਕਰਦੇ ਹਾਂ ਕਿ ਰਾਮ ਬਾਈ ਨੇ ਦੱਸਿਆ 60% ਤੁਸੀਂ ਲੰਪਸਮ ਵੈਲਿਊ ਲੈ ਲਈ, 40% ਐਨੂਇਟੀ ਲੈਣੀ ਹੈ। ਐਨੂਇਟੀ ਬੇਸਿਕਲੀ ਤੁਹਾਨੂੰ ਇੱਕ ਫੰਡ ਜਿਹੜਾ ਤੁਹਾਡਾ ਇਕੱਠਾ ਹੋਇਆਗਾ ਉਹਦੇ ਬੇਸਿਸ ਤੇ ਇੱਕ ਪਲਾਨ ਦੇ ਦਿੱਤਾ ਜਾਂਦਾ ਹੈ, ਜਿਚੋਂ ਕਿ ਉਹ ਪਲਾਨ ਤੁਹਾਡੀ ਮਤਲਬ ਆਪਣੀ ਸਮਝ ਦੇ ਅਕੋਰਡਿੰਗ ਦਿੱਤਾ ਜਾਂਦਾ ਹੈ। ਉਹ ਇੱਕ ਅਮਾਊਂਟ ਤੁਹਾਨੂੰ ਮੰਥਲੀ ਬੇਸਿਸ ਤੇ, ਕੁਆਰਟਰਲੀ ਬੇਸਿਸ ਤੇ, ਹਾਫ ਈਅਰਲੀ ਜਾਂ ਈਅਰਲੀ ਬੇਸਿਸ ਤੇ ਤੁਹਾਨੂੰ ਅਮਾਊਂਟ ਮਿਲਦੀ ਰਹਿੰਦੀ ਹੈ ਟਾਈਮਲੀ। ਉਹ ਚੀਜ਼ ਹੈ ਜੀ ਇਹ ਐਨੂਇਟੀ ਜਿਹੜੀ ਹੁੰਦੀ ਹੈ ਜੀ। ਹੁਣ ਗੱਲ ਆਉਂਦੀ ਹੈ ਕਿ ਐਨੂਇਟੀ ਦੇ ਵਿੱਚ ਫਾਇਦਾ ਕਿਵੇਂ ਹੈ। ਰਾਮ ਬਾਈ ਨੇ ਜਿਹੜਾ ਪਹਿਲਾਂ ਇੱਕ ਕੇਸ ਦੱਸਿਆ ਸੀਗਾ ਤੁਹਾਨੂੰ 25 ਸਾਲ ਵਾਲਾ, ਉਹੀ ਆਪਾਂ ਕੇਸ ਲੈ ਕੇ ਚੱਲਦੇ ਹਾਂ ਕਿ ਮੰਨ ਲਓ 15,30,000 ਸਮਥਿੰਗ ਦੇ ਕਰੀਬ ਸੀ ਐਨੂਇਟੀ ਬੰਦੇ ਨੇ ਪਰਚੇਜ਼ ਕਰ ਲਈ। ਪਹਿਲਾ ਕੇਸ ਆ ਜਾਂਦਾ ਜੀ ਕਿ 15 ਲੱਖ ਦੇ ਅਗੇਂਸਟ ਉਸ ਬੰਦੇ ਨੂੰ ਪੈਨਸ਼ਨ ਲੱਗ ਜਾਂਦੀ ਹੈ, ਐਕਸ ਅਮਾਊਂਟ ਮੰਨ ਲਓ ਕੋਈ ਪੈਨਸ਼ਨ ਲੱਗ ਗਈ, ਉਹ ਜਿੰਨੀ ਦੇਰ ਬੰਦਾ ਜਿਉਂਦਾ ਰਹਿੰਦਾ ਉਹਨੂੰ ਪੈਨਸ਼ਨ ਮਿਲੀ ਜਾਂਦੀ ਹੈ, ਜਦੋਂ ਬੰਦਾ ਮਰ ਗਿਆ ਉਹ ਪੈਨਸ਼ਨ ਉਹਦਾ ਪੈਸਾ ਖਤਮ। ਇਹ ਪਹਿਲਾ ਕੇਸ ਹੈ। ਦੂਜਾ ਕੇਸ ਆ ਜਾਂਦਾ ਹੈਗਾ ਕਿ ਉਹ ਬੰਦੇ ਨੂੰ ਪੈਨਸ਼ਨ ਮਿਲੇਗੀ 60 ਸਾਲ ਤੋਂ ਬਾਅਦ, ਜਿੰਨੀ ਦੇਰ ਵੀ ਜਿਉਂਦਾ, ਮੰਨ ਲਓ 70 ਸਾਲ ਜਿਉਂਦਾ, 80 ਸਾਲ ਹੈਗਾ, ਜੋ ਵੀ ਹੈ, ਉਹਦੀ ਡੈਥ ਤੋਂ ਬਾਅਦ ਜਿਹੜਾ ਉਹ 15,30,000 ਸੀਗਾ ਉਹ ਟੋਟਲ ਵੈਲਿਊ ਉਹਦੇ ਘਰ ਦੀ ਨੂੰ ਮਿਲ ਸੀ। ਬੰਦੇ ਨੂੰ ਵੀ ਪੈਨਸ਼ਨ ਮਿਲੇਗੀ, ਫਿਰ ਉਹਦੀ ਘਰ ਦੀ ਨੂੰ ਮਿਲ ਸੀ। ਫਿਰ ਤੀਜਾ ਕੇਸ ਆਉਂਦਾ ਹੈਗਾ ਕਿ ਐਨੂਇਟੀ ਪੇਬਲ ਫॉर ਲਾਈਫ ਵਿਦ ਐਨੂਇਟੀ ਪੇਬਲ ਟੂ ਸਪਾਊਸ। ਇਹਦੇ ਵਿੱਚ ਕੀ ਆਉਂਦਾ ਕੇਸ 'ਚ ਕਿ ਪਹਿਲਾਂ ਬੰਦੇ ਨੂੰ ਜਿਹਦੇ ਨਾਮ ਤੇ ਵੀ ਐਨਪੀਐਸ ਹੈ, ਜਿਹੜਾ ਸਬਸਕ੍ਰਾਈਬਰ ਹੈਗਾ, ਉਹ ਤੋਂ ਬਾਅਦ ਉਹਦੀ ਘਰ ਦੀ ਨੂੰ ਪੈਨਸ਼ਨ ਲੱਗੀ ਰਹੇਗੀ ਸਾਰੀ ਉਮਰ, ਤੇ ਐਟ ਦ ਐਂਡ ਆਫ ਮਤਲਬ ਕਿ ਡੈਥ ਉਹ ਟੋਟਲ ਪੈਸਾ ਜੋ ਹੈ ਉਹ ਉੱਥੇ ਖਤਮ ਹੋ ਜਾਏਗਾ। ਚਾਹੇ ਉਹ 20 ਸਾਲ ਲੈ ਲੈਣ, ਚਾਹੇ ਉਹ 50 ਸਾਲ ਲੈ ਲੈਣ, ਉਹ ਪੈਸਾ ਉਹਨਾਂ ਨੂੰ ਮਿਲਦਾ ਰਹੇਗਾ। ਚੌਥਾ ਤੇ ਲਾਸਟ ਕੇਸ ਜਿਹੜਾ ਹੈਗਾ, ਇਹਦੇ ਵਿੱਚ ਕੀ ਕੇਸ ਕਹਿੰਦਾ ਕਿ ਤੁਹਾਨੂੰ ਪੈਸਾ ਟੋਟਲ ਮਿਲੇਗਾ ਜਿੰਨੀ ਦੇਰ ਤੁਸੀਂ ਜਿਉਂਦੇ ਹੋ, ਉਹ ਤੋਂ ਬਾਅਦ ਤੁਹਾਡੀ ਜੋ ਸਪਾਊਸ ਹੈਗੇ ਨੇ ਉਹਨਾਂ ਨੂੰ ਪੈਸਾ ਮਿਲਦਾ ਰਹੇਗਾ। ਲਾਸਟ ਤੇ ਜਿਹੜਾ ਨੋਮੀਨੀ ਹੈ, ਚਾਹੇ ਉਹ ਬੱਚਾ ਬਣਾਇਆ ਹੋਇਆ ਤੁਸੀਂ, ਤਾਂ ਉਹਨੂੰ ਉਹ ਟੋਟਲ ਅਮਾਊਂਟ ਮਿਲ ਜੇਗੀ, 17.5 ਲੱਖ ਜੋ ਹੈ ਉਹ ਉਹਨੂੰ ਅਮਾਊਂਟ ਮਿਲ ਜੇਗੀ। ਮੰਨ ਲਓ ਬੰਦਾ 60 ਸਾਲ ਤੋਂ ਬਾਅਦ 5 ਸਾਲ ਜਿਉਂਦਾ ਤਾਂ 5 ਸਾਲ ਪਹਿਲਾਂ ਉਹ ਪੈਨਸ਼ਨ ਲਏਗਾ, ਜੋ ਵੀ ਐਕਸ ਅਮਾਊਂਟ ਮਿਲ ਰਹੀ ਹੈ, ਸੇਮ ਐਕਸ ਅਮਾਊਂਟ ਉਹਦੀ ਵਾਈਫ ਨੂੰ ਮਿਲੇਗੀ। ਮੰਨ ਲਓ ਉਹ 70 ਸਾਲ ਤੱਕ ਜਿਉਂਦੀ ਹੈ ਤਾਂ 10 ਸਾਲ ਉਹ ਲੈਗੀ, ਤੇ ਉਹ ਤੋਂ ਬਾਅਦ ਉਹਦਾ ਜਿਹੜਾ ਵੀ ਟੋਟਲ ਪੈਸਾ 15,30,000 ਆ ਉਹਦੇ ਬੱਚੇ ਨੂੰ ਟੋਟਲ ਪੈਸਾ ਮਿਲ ਜਾਏਗਾ। ਇਹਦਾ 4 ਸਿਨੈਰੀਓ ਹੈ। ਆਪਾਂ ਕਿ ਕਿੱਦਾਂ ਦਾ ਪਲਾਨ ਲੈਣਾ, ਕਿਹੜੀ ਕੰਪਨੀ ਤੋਂ ਲੈਣਾ, ਇਹ ਤੁਸੀਂ ਜਦੋਂ ਵੀ ਮੰਨ ਲਓ ਐਗਜ਼ਿਟ ਕਰਦੇ ਹੋ ਤਾਂ ਉੱਥੇ ਤੁਹਾਡੇ ਕੋਲ ਆਪਸ਼ਨ ਮੰਗੀ ਜਾਂਦੀ ਹੈ, ਤੁਸੀਂ ਉੱਥੇ ਉਹ ਚੀਜ਼ ਸਿਲੈਕਟ ਕਰ ਸਕਦੇ ਹੋ। ਨੈਕਸਟ ਕਰ ਦਿਓ ਵੀਰੇ। ਧਿਆਨ ਨਾਲ ਸੁਣ ਲਿਓ ਨਾ, ਇਹ ਚੀਜ਼ਾਂ ਕੁਝ ਜ਼ਿਆਦਾ ਉਹ ਡੀਪਲੀ ਹੈਗੀਆਂ ਨੇ, ਅਸੀਂ ਇੰਨਾ ਡੀਐਮ ਲੈਵਲ ਤੇ ਅਸੀਂ ਇੰਨਾ ਜ਼ਿਆਦਾ ਨਹੀਂ ਸਮਝਾ ਪਾਉਂਦੇ ਹੈਗੇ, ਇਸੇ ਕਰਕੇ ਸਾਨੂੰ ਵੀ ਲੈ ਕੇ ਆਂਦਾ ਸੀਗਾ ਲਾਈਨ ਤੇ, ਤਾਂ ਪਲੀਜ਼ ਥੋੜਾ ਧਿਆਨ ਨਾਲ ਸੁਣ ਲਿਓ ਨਾ। ਹਾਂਜੀ ਅੱਗੇ। ਤੇ ਇਹਦੇ ਵਿੱਚ ਇਸ ਪੇਜ ਤੇ ਦਿਖਾ ਰਿਹਾ ਕਿ ਰਿਟਰਨ ਐਜ਼ ਔਨ ਡੇਟ ਜੂਨ 17 2022, ਇਹ ਰਿਟਰਨ ਕੌਣ ਦਿੰਦਾ, ਵੱਧ ਕਿਵੇਂ ਨਹੀਂ ਹੈ। ਈ ਫॉर ਇਕੁਇਟੀ, ਸੀ ਫॉर ਕਾਰਪੋਰੇਟ ਬੌਂਡ, ਉਹ ਜਿੱਦਾਂ ਤੁਹਾਨੂੰ ਦੱਸਿਆ ਗਿਆ ਹੈਗਾ ਜੀ। ਸਭ ਤੋਂ ਵੱਧ ਰਿਟਰਨ ਅੱਜ ਦੇ ਟਾਈਮ ਤੇ ਜੋ ਦੇ ਰਿਹਾ ਉਹ HDFC ਬੈਂਕ ਦੇ ਰਿਹਾ, ਪ੍ਰਾਈਵੇਟ ਹੈ। ਬਟ ਜੇ ਤੁਸੀਂ ਗਵਰਨਮੈਂਟ ਵੱਲ ਜਾਣਾ ਚਾਹੁੰਦੇ ਹੋ ਤਾਂ LIC ਪੈਨਸ਼ਨ ਫੰਡ ਹੈ, ਉਹ ਵੀ ਪੈਸੇ ਵੱਧ ਦਿੰਦਾ ਹੈਗਾ। ਉਹ ਲਗਭਗ 11.22% ਇਕੁਇਟੀ ਤੇ ਦਿੰਦਾ, 9.17 ਦਿੰਦਾ ਹੈ ਕਾਰਪੋਰੇਟ ਬੌਂਡ ਤੇ ਗਵਰਨਮੈਂਟ ਸਿਕਿਉਰਿਟੀ ਤੇ 9.78 ਹੈ। ਜੇ ਆਪਾਂ ਇਹਦੀ ਟੋਟਲ ਐਵਰੇਜ ਲਗਾ ਕੇ ਚੱਲੇ ਤਾਂ ਇਹ ਅਰਾਊਂਡ 10 ਦੇ ਕਰੀਬ ਆਪਾਂ ਨੂੰ ਇਹਦੀ ਐਵਰੇਜ ਬਣ ਜਾਂਦੀ ਹੈ। ਬਟ ਜੇ ਇਹੀ ਐਵਰੇਜ ਆਪਾਂ HDFC ਦੇ ਲਗਾ ਕੇ ਚੱਲੀਏ ਤਾਂ HDFC ਦੇ ਵਿੱਚ ਜੋ ਗਵਰਨਮੈਂਟ ਸਿਕਿਉਰਿਟੀਜ਼ 'ਚ ਉੱਥੇ ਥੋੜ੍ਹਾ ਘੱਟ ਬਣ ਜਾਂਦਾ, ਕਾਰਪੋਰੇਟ ਬੌਂਡਸ ਦੇ ਵਿੱਚ ਲਗਭਗ ਆਪਾਂ ਕਹਿੰਦੇ ਥੋੜ੍ਹਾ ਵੱਧ ਇਹਦੇ ਨਾਲੋਂ LIC ਨਾਲੋਂ,
ਤੇ ਇਕੁਇਟੀ ਦੇ ਵਿੱਚ ਕਾਫੀ ਜ਼ਿਆਦਾ ਇਹਦੇ ਵਿੱਚ ਚੇਂਜਸ ਹੈਗੇ ਨੇ। ਬਟ ਜੇ ਤੁਸੀਂ ਆਲਰੇਡੀ ਕਿਸੇ ਹੋਰ ਕੰਪਨੀ ਨਾਲ, ਕਿਸੇ ਹੋਰ ਬੈਂਕ ਦੇ ਨਾਲ ਵਧੀਆ ਕੰਮ ਕਰ ਰਹੇ ਹੋ, ਲਾਈਫ ਟਾਈਮ ਤੁਸੀਂ ਉਹਦੇ ਨਾਲ ਹੀ ਮੰਨ ਲਓ ਆਈਸੀਸੀ ਨਾਲ ਤੁਸੀਂ ਕੰਮ ਕਰਦੇ ਆ ਰਹੇ ਹੋ, ਤੁਸੀਂ ਆਈਸੀਸੀ ਤੋਂ ਲੈਣਾ ਚਾਹੁੰਦੇ ਹੋ, ਤੁਸੀਂ ਉਹ ਵੀ ਕਰਵਾ ਸਕਦੇ ਹੋ। ਐਸਬੀ ਤੋਂ ਲੈਣਾ ਤੁਸੀਂ ਐਸਬੀ ਕਰਵਾ ਸਕਦੇ ਹੋ। ਇਹ ਉਹਦੇ ਮਤਲਬ ਕਿ ਐਜ਼ ਔਨ ਡੇਟ ਜਿਹੜੇ ਪਰਸੈਂਟੇਜ ਹੈਗੀਆਂ ਨੇ, ਉਹ ਪਰਸੈਂਟੇਜ ਇੱਥੇ ਸ਼ੋਅ ਕੀਤੀ ਗਈ ਹੈ ਜੀ। ਮੈਂ ਖੁਦ ਆਪਣਾ ਐਨਪੀਐਸ ਕੀਤਾ ਹੋਏਗਾ। ਮੈਂ ਟਾਇਰ 1 ਟਾਇਰ 2 ਜਿਹੜੇ ਹੈਗੇ ਨੇ, ਟਾਇਰ 1 ਮੇਰਾ LIC ਦੇ ਨਾਲ ਚੱਲ ਰਿਹਾ ਹੈਗਾ। ਟਾਇਰ 2 ਹੈ, ਉੱਥੇ ਮੈਨੂੰ ਪਤਾ ਕਿ ਮੇਰੇ ਕੋਲ ਇਕੱਠਾ ਪੈਸਾ ਆ ਗਿਆ, ਮੈਂ ਅੱਜ ਪਾ ਦਾਂਗਾ, ਕੱਲ ਨੂੰ ਲੋੜ ਪੈਂਦੀ ਹੈ ਮੈਂ ਪੂਰੇ ਦਾ ਪੂਰਾ ਪੈਸਾ ਕਢਵਾ ਸਕਦਾ। ਮਤਲਬ ਸ਼ਾਰਟ ਟਰਮ ਮੈਂ ਉਹਦੇ ਵਿੱਚ ਆਪਣਾ ਕਹਿ ਸਪੈਂਡ ਕਰ ਸਕਦਾ। ਬਟ ਇਹਦੇ ਵਿੱਚ ਟਾਇਰ 2 ਦੇ ਵਿੱਚ ਇੱਕ ਮੈਂ ਤੁਹਾਨੂੰ ਐਡੀਸ਼ਨ ਕਰਨਾ ਭੁੱਲ ਗਿਆ। ਟਾਇਰ 1 ਦੇ ਵਿੱਚ ਤੁਸੀਂ 1.5 ਲੱਖ ਤੱਕ ਦਾ ਆਪਣਾ ਐਗਜ਼ੈਂਪਸ਼ਨ ਆਪਾਂ ਲੈ ਸਕਦੇ ਹਾਂ, ਟੈਕਸ ਐਗਜ਼ੈਂਪਸ਼ਨ ਰਿਬੇਟ ਲੈ ਸਕਦੇ ਹੋ। ਟਾਇਰ 2 ਦੇ ਵਿੱਚ ਉਹ ਚੀਜ਼ ਐਪਲੀਕੇਬਲ ਨਹੀਂ ਹੈ। ਨੈਕਸਟ ਕਰ ਲਓ ਵੀਰੇ। ਜੀ ਸਰ। ਹਾਂਜੀ, ਇਹ ਤੁਹਾਨੂੰ ਰਾਮ ਬਾਈ ਨੇ ਜਿਵੇਂ ਪਹਿਲਾਂ ਦੱਸ ਦਿੱਤਾ ਕਿ ਏਜ ਜੋ ਹੈ, ਏਜ ਦੇ ਹਿਸਾਬ ਦੇ ਨਾਲ ਆਪਾਂ ਕਿੰਨੇ ਸਾਲ ਪੈਸੇ ਦੇਣੇ ਆ, ਇਨਵੈਸਟਮੈਂਟ ਕੀ ਰਹੇਗੀ, ਟੋਟਲ ਇਨਵੈਸਟਮੈਂਟ ਤੇ ਐਕਿਊਮੂਲੇਟਡ ਕਾਰਪਸ ਤੁਹਾਡਾ ਕੀ ਬਣ ਜਾਏਗਾ, ਤੇ ਉਹਦੇ ਅਗੇਂਸਟ ਲਮਸਮ 60%। ਇਹਦੇ ਵਿੱਚ ਇੱਕ ਚੀਜ਼ ਮੈਂ ਕਲੀਅਰ ਕਰ ਦਿੰਦਾ, ਜੋ 60% ਇੱਥੇ ਆਪਾਂ ਕਿਹਾ ਕਿ ਲਮਸਮ ਆਪਾਂ ਲੈਣਾ ਹੈ। 40% ਤੱਕ ਜੇ ਤੁਸੀਂ ਲੈਂਦੇ ਹੋ ਤਾਂ ਤੁਹਾਨੂੰ ਕੋਈ ਵੀ ਉਹਦੇ ਉੱਪਰ ਟੈਕਸ ਨਹੀਂ ਪਏਗਾ। ਬਟ ਜੇ ਤੁਸੀਂ 60% ਲੈਂਦੇ ਹੋ ਤਾਂ 40 ਤੋਂ ਕੋਈ ਟੈਕਸ ਨਹੀਂ, 20% ਜਿਹੜਾ ਐਡੀਸ਼ਨ ਆ ਉਹਦੇ ਉੱਪਰ ਤੁਹਾਨੂੰ ਟੈਕਸ ਵਗੈਰਾ ਪਏਗਾ। ਜਦੋਂ ਵੀ ਘੱਟ ਤੇ ਤੁਸੀਂ ਪੈਸੇ ਲੈਣੇ ਆ ਉਹਦੇ ਉੱਪਰ ਤੁਹਾਨੂੰ ਟੈਕਸ ਪਏਗਾ। ਦੂਜੀ ਚੀਜ਼ 40% ਜਿਹੜੀ ਆਪਾਂ ਪੈਨਸ਼ਨ ਦੇ ਵਿੱਚ ਲਗਾ ਰਹੇ ਹਾਂ, ਉਹ ਕੋਈ ਦਿੱਕਤ ਨਹੀਂ, ਉਹ ਤੁਸੀਂ 40 to 100 ਕੋਈ ਵੀ ਅਮਾਊਂਟ ਆਪਣੀ ਕਰਵਾ ਸਕਦੇ ਹੋ। ਜਿੰਨੀ ਜ਼ਿਆਦਾ ਤੁਸੀਂ ਅਮਾਊਂਟ ਇਹਦੇ ਵਿੱਚ ਪੈਸੇ ਲਗਾਓਗੇ ਉਨਾ ਹੀ ਜ਼ਿਆਦਾ ਤੁਹਾਨੂੰ ਮੰਥਲੀ ਪੈਨਸ਼ਨ ਮਿਲੇਗੀ। ਇਹ ਸਾਰਾ ਕੁਝ ਤੁਸੀਂ ਆਪਣੇ ਹਿਸਾਬ ਦੇ ਨਾਲ ਦੇਖ ਕੇ ਕਰਵਾ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਅੱਜ ਫੰਡ ਵਧੀਆ ਹੈਗਾ, ਤੁਸੀਂ ਪੈਸਾ ਇਕੱਠਾ ਲਗਾ ਰਹੇ ਹੋ ਐਟ ਦਾ ਏਜ ਆਫ 60, ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਪੈਸਾ ਇਕੱਠਾ ਹੋਇਆ ਐਨਪੀਐਸ ਤੋਂ ਇਲਾਵਾ, ਤੁਹਾਨੂੰ ਲਮਸਮ ਵੈਲਿਊ ਦੀ ਕੋਈ ਲੋੜ ਹੈ ਨਹੀਂ ਗੀ। ਤੁਹਾਨੂੰ ਇਹ ਹੈ ਕਿ ਚੱਲ ਮੈਨੂੰ ਇੱਕ ਸਟੱਡੀ ਸੋਰਸ ਮੇਰਾ ਇਨਕਮ ਦਾ ਇੱਕ ਗਿਰੀ ਜਾਵੇ ਬਹੁਤ ਹੈ, ਤੇ ਇਨ ਫਿਊਚਰ ਮੇਰੇ ਬੱਚੇ ਨੂੰ, ਮੇਰੇ ਘਰ ਦੇ ਨੂੰ ਕੋਈ ਫਾਇਦਾ ਹੋ ਜਾਵੇ, ਤਾਂ ਤੁਸੀਂ ਉਹ 100% ਆਪਣੀ ਐਨੂਟੀ ਵੀ ਲੈ ਸਕਦੇ ਹੋ। ਬਟ ਜੇ ਤੁਹਾਨੂੰ ਲੱਗਦਾ ਕਿ ਨਹੀਂ, ਤੁਸੀਂ ਪੈਸਾ ਹੀ ਇਕੱਠਾ ਪਹਿਲਾਂ ਕਰਨਾ ਹੈਗਾ, ਤਾਂ 60% ਤੁਸੀਂ ਕਢਵਾ ਸਕਦੇ ਹੋ ਇਹਦੇ ਵਿੱਚ। ਬਟ ਇਹ ਜਿਹੜਾ ਵੀ ਸਿਨੈਰੀਓ ਇੱਥੇ ਆਪਾਂ ਡਿਸਕਸ ਕੀਤਾ ਹੈਗਾ, ਇਹਦੇ ਵਿੱਚ ਜਿਹੜੀ ਰਿਟਰਨ ਆਫ ਇਨਵੈਸਟਮੈਂਟ ਹੈਗੀ ਉਹ 10% ਐਜ਼ਿਊਮ ਕੀਤੀ ਗਈ ਹੈ, ਬਟ ਜੋ ਕਿ ਪ੍ਰੈਜ਼ੈਂਟ ਡੇਟ ਤੇ ਅਰਾਊਂਡ 12 ਚੱਲ ਰਹੀ ਹੈ। ਠੀਕ ਹੈ ਜੀ। ਪੈਨਸ਼ਨ ਪ੍ਰੋਵਾਈਡਰ ਜਿਹੜੇ ਹੈਗੇ ਨੇ, ROPs ਜਿਵੇਂ ਆਪਾਂ ਕਹਿੰਦੇ, ਜੋ ਵੀ ਤੁਸੀਂ ਐਨੂਟੀ ਪਰਚੇਜ਼ ਕਰ ਰਹੇ ਹੋ 60% ਦੀ, ਉਹ ਤੇ 6% ਲਗਾਇਆ ਗਿਆ। ਇਹ ਅਰਾਊਂਡ 7-7.5% ਅੱਜ ਤੱਕ ਚੱਲ ਰਿਹਾ ਹੈ। ਇਹ ਮਿਨੀਮਮ ਆਪਾਂ ਲੈ ਕੇ ਚੱਲੇ ਤਾਂ ਕਿ ਇਹ ਤੋਂ ਘੱਟ ਅਮਾਊਂਟ ਤੁਹਾਨੂੰ ਨਾ ਮਿਲੇ। ਇਹ ਤੋਂ ਵੱਧ ਜਾਏਗੀ, ਜਿੱਦਾਂ ਵੀ ਮਾਰਕੀਟ ਤੁਹਾਡਾ ਸਿਨੈਰੀਓ ਵੱਧਦਾ, ਉਹ ਅਮਾਊਂਟ ਤੁਹਾਡੀ ਵੱਧ ਜਾਏਗੀ। ਕਰ ਦਿਓ ਵੀਰੇ ਅਗਲਾ ਪੇਜ। ਟੀਮ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਵੋ, ਤੁਹਾਡੇ ਨਾਲ ਇਹ ਬਹੁਤ ਫਾਇਦੇਮੰਦ ਹੋਏਗਾ। ਤੁਸੀਂ PPT ਸ਼ੇਅਰ ਕਰ ਸਕਦੇ ਹੋ ਵੀਰੇ, ਕੋਈ ਦਿੱਕਤ ਨਹੀਂ, PPT ਸ਼ੇਅਰ ਕਰ ਸਕਦੇ ਹੋ ਜੀ। ਜੀ। ਹੁਣ ਗੱਲ ਆਉਂਦੀ ਹੈ ਕਿ ਆਪਾਂ ਇਹਦੇ ਵਿੱਚ ਚਾਰजेस ਕੀ ਹੈਗੇ ਨੇ। ਇੱਕ ਐਨਪੀਐਸ ਆਪਾਂ ਰਜਿਸਟਰ ਕਰਦੇ ਆ, ਉਹਦੇ ਵਿੱਚ 160 ਰੁਪਏ ਤੁਹਾਡਾ ਕਮਿਸ਼ਨ ਬਣ ਜਾਂਦਾ ਹੈ, ਤੇ ਜਿਹੜਾ ਇਨੀਸ਼ੀਅਲ ਕੰਟਰੀਬਿਊਸ਼ਨ ਆਪਾਂ ਕਹਿ ਦਈਏ ਹੁੰਦਾ ਹੈਗਾ, ਉਹਦੇ ਉੱਪਰ 24 ਰੁਪਏ ਕਮਿਸ਼ਨ ਮਿਲਦਾ, ਤਾਂ ਕਿ ਜੋ ਤੁਹਾਡਾ ਟੋਟਲ ਕਮਿਸ਼ਨ 184 ਰੁਪਏ ਬਣ ਜਾਂਦਾ। ਇਸ ਤੋਂ ਬਾਅਦ ਤੁਸੀਂ ਮੰਨ ਲਓ 500 ਰੁਪਇਆ ਆਪਣੇ ਵੱਲੋਂ ਜਮ੍ਹਾਂ ਕਰਾਉਣਾ, 1000 ਜਮ੍ਹਾਂ ਕਰਾਉਣਾ, ਉਹ ਅਮਾਊਂਟ ਮਿਨੀਮਮ 24 ਰੁਪਏ ਮਿਲਣਗੇ। ਮੈਕਸਿਮਮ ਤੁਸੀਂ 25,000 ਤੱਕ ਕਮਿਸ਼ਨ ਕਮਾ ਸਕਦੇ ਹੋ, ਜਿੱਥੇ ਕਿ 0.4% ਹੈ ਕੰਟਰੀਬਿਊਸ਼ਨ ਅਮਾਊਂਟ ਦਾ ਤੁਹਾਨੂੰ ਕਮਿਸ਼ਨ ਮਿਲਦਾ ਹੈਗਾ। ਇੱਕ ਚੀਜ਼ ਇਹਦੇ ਵਿੱਚ ਐਡੀਸ਼ਨ ਹੋਰ ਮੈਂ ਕਰ ਦਾਂਗਾ, ਜੇ ਕੋਈ VLE ਆਪਣੇ ਨਾਮ ਤੇ ਐਨਪੀਐਸ ਲਿੱਤਾ ਹੋਇਆ ਕਿਸੇ ਨੇ, ਆਪਣੇ ਐਨਪੀਐਸ ਕਟਵਾਉਣਾ ਹੈਗਾ, ਆਪਣੀ ਪੇਮੈਂਟ ਮੰਨ ਲਓ ਬਾਅਦ ਚੋਂ ਕਰਵਾਉਣੀ ਚਾਹੁੰਦਾ ਹੈਗਾ, ਤਾਂ ਉਹਦੇ ਲਈ ਜਿਹੜੇ ਚਾਰजेस ਨੇ, ਜਿਹੜਾ ਕਿ 30 ਰੁਪਏ ਉੱਪਰ ਕੱਟੇ ਜਾਂਦੇ ਨੇ, ਉਹ ਫ੍ਰੀ ਹੁੰਦੇ ਨੇ। ਉਹ ਉਹਨਾਂ ਦੇ ਵਾਲਟ ਦੇ ਵਿੱਚ ਦੀ ਐਜ਼ ਇਟ ਇਜ਼ ਹੀ ਕੱਟ ਹੋ ਜਾਣਗੇ। ਉਹਦੇ ਲਈ ਉਹਨਾਂ ਨੂੰ ਆਪਣੀ ਡਿਜੀਟਲ ਸੇਵਾ ਪੋਰਟਲ ਤੇ ਮਾਈ ਅਕਾਊਂਟ ਸੈਕਸ਼ਨ ਪ੍ਰੋਫਾਈਲ ਦੇ ਵਿੱਚ ਜਾ ਕੇ ਨਾ, ਉੱਥੇ ਐਨਪੀਐਸ ਦੀ ਇੱਕ ਆਪਸ਼ਨ ਆਈ ਆ, ਉੱਥੇ ਤੁਸੀਂ ਆਪਣੀ ਡਿਟੇਲ ਫਿਲ ਕਰ ਦਿਓ, ਕਿੰਨੀ ਅਮਾਊਂਟ ਤੁਸੀਂ ਵਿਡਰੋਲ ਆਪਣਾ ਡਿਪੋਜ਼ਿਟ ਚਾਹੁੰਦੇ ਹੋ ਮੰਥਲੀ ਬੇਸਿਸ ਤੇ, ਉਹ ਸਿਲੈਕਟ ਕਰ ਲਓ, ਤਾਂ ਉਨੀ ਅਮਾਊਂਟ ਤੁਹਾਡੇ ਵਾਲਟ 'ਚੋਂ ਡਿਡਕਟ ਹੁੰਦੀ ਰਹੇਗੀ। ਇਹ ਆਟੋ ਹੋਏਗੀ ਹਾਂ ਬਈ ਜੀ ਸਰ। ਹਾਂਜੀ ਵੀਰੇ ਅਗਲਾ ਪੇਜ। ਸਰ ਇਹਦੇ ਬਾਰੇ ਥੋੜਾ ਜਿਹੜੀ ਆਪਾਂ ਕੰਟਰੀਬਿਊਸ਼ਨ ਦੀ ਉਹ ਗੱਲ ਕੀਤੀ ਗਈ ਹੈ ਕਿ ਆਪਾਂ ਕਿੰਨਾ ਕਮਿਸ਼ਨ ਮਿਲਦਾ ਜੀ। ਹਾਂਜੀ, ਇਹ ਦੱਸ ਦਿੱਤਾ ਨਾ ਰੈਵਨਿਊ ਮੋਡ। ਹਾਂ, ਇਹ 24 ਰੁਪਏ ਜਿਹੜੇ ਹੈਗੇ ਆ ਉਹਨਾਂ ਨੂੰ ਐਡੀਸ਼ਨਲ ਕੰਟਰੀਬਿਊਸ਼ਨ ਦੇ ਮਿਲਣਗੇ। ਹਾਂਜੀ ਵੀਰੇ, ਮਿਨੀਮਮ 24 ਰੁਪਏ ਮਿਲਣਗੇ। ਤੇ ਜੇ ਮੰਨ ਲਓ ਵੱਧ ਬੰਦਾ ਕਰਦਾ, ਮੰਨ ਲਓ ਲੱਖ ਰੁਪਏ ਦੀ ਆਪਣੀ ਟ੍ਰਾਂਸਫਰ ਮਾਰਨੀ, ਟ੍ਰਾਂਜੈਕਸ਼ਨ ਮਾਰਨੀ ਹੈ, ਤਾਂ ਉਹਨੂੰ ਪੁਆਇੰਟ ਆਪਸ਼ਨ ਆ ਜਾਏਗੀ ਲਾਸਟ ਦੇ ਉੱਪਰ NPS ਐਂਡ PM SIM। ਆਪਾਂ NPS ਜਾਂ PM SIM ਤੇ ਕਲਿੱਕ ਕਰ ਲੈਣਾਗਾ, ਉੱਥੇ ਤੁਹਾਡਾ ਪ੍ਰੈਨ ਨੰਬਰ ਮੰਗੇਗਾ, ਜਿਹੜਾ ਵੀ ਤੁਹਾਡਾ ਪੈਨਸ਼ਨ ਪ੍ਰੈਨ ਨੰਬਰ ਹੈਗਾ, ਉਹ ਨੰਬਰ ਫਿਲ ਕਰਕੇ ਤੁਸੀਂ ਕਿੰਨੀ ਅਮਾਊਂਟ ਡਿਡਕਸ਼ਨ ਚਾਹੁੰਦੇ ਹੋ, ਤੁਸੀਂ 500 ਚਾਹੁੰਦੇ ਹੋ, ਤੁਸੀਂ 100 ਚਾਹੁੰਦੇ ਹੋ, 1000 ਚਾਹੁੰਦੇ ਹੋ, 15,000, ਜੋ ਵੀ ਤੁਹਾਡੀ ਮਤਲਬ। ਜਿਵੇਂ ਆਪਣੀ ਮੇਰੀ ਪਹਿਲਾਂ ਕੀਤੀ, ਤਕਰੀਬਨ ਸਾਲ ਪਹਿਲਾਂ ਕੀਤੀ ਸੀਗੀ, ਤੇ ਉਹਦੇ ਬਾਅਦ ਕੋਈ ਕਿਸ਼ਤ ਨਹੀਂ ਕੱਟੀ ਗਈ ਹੈਗੀ, ਉਹਦਾ ਫਿਰ ਕੋਈ ਦਿੱਕਤ ਤਾਂ ਨਹੀਂ ਹੈਗੀ ਦੁਬਾਰਾ ਆਪਾਂ ਉਹਨੂੰ ਐਕਟੀਵੇਟ ਕਰਨਾ? ਤੁਸੀਂ ਆਪਣਾ ਨਾ ਪ੍ਰੈਨ ਨੰਬਰ ਇੱਕ ਵਾਰੀ ਮੈਨੂੰ ਸ਼ੇਅਰ ਕਰ ਦਿਓ, ਪੈਨ ਨੰਬਰ ਸ਼ੇਅਰ ਕਰ ਦਿਓ, ਚਾਹੇ ਰਾਮ ਬਾਈ ਨੂੰ ਸ਼ੇਅਰ ਕਰ ਦਿਓ, ਬਾਈ ਵੀਜ਼ੀ ਤੋਂ ਬਾਅਦ ਮੈਨੂੰ ਭੇਜ ਦੇਣਗੇ, ਤੇ ਮੈਂ ਤੁਹਾਡਾ ਐਕਟੀਵੇਸ਼ਨ ਸਟੇਟਸ ਚੈੱਕ ਕਰ ਲਾਂਗਾ
ਜੇ ਐਕਟੀਵੇਟ ਕਰਨੀ ਪਈ ਦੁਬਾਰਾ ਤਾਂ ਤੁਸੀਂ ਕਰ ਸਕਦੇ ਹੋ। ਇੱਕ ਚੀਜ਼ ਟੀਮ ਮੈਂ ਸਾਰਿਆਂ ਨੂੰ ਇਹ ਚੀਜ਼ ਮੈਸੇਜ ਲਾਉਣਾ ਚਾਹੁੰਦਾ, ਇਨੀਸ਼ੀਅਲ ਲੈਵਲ ਤੇ ਤੁਸੀਂ ਆਪਣਾ ਪ੍ਰੈਨ ਨੰਬਰ ਜਨਰੇਟ ਕਰ ਲਿਆ, ਤੁਹਾਡੇ ਕੋਲ ਰਸੀਦ ਆ ਜਾਂਦੀ ਹੈ ਬਾਈ, ਇੱਕ ਵਾਰੀ ਰਸੀਦ ਦਿਖਾ ਦਿਓ ਬੈਕ ਕਰਕੇ ਨਾ ਰਾਮ ਬਾਈ। ਇੱਥੇ ਤਾਂ ਮੇਰੇ ਖਿਆਲ ਆਪਣਾ ਉਹ ਚਲਾ ਰਹੇ ਹੋ ਤੁਸੀਂ, ਹਾਂ ਇਹ ਰਸੀਦ ਆ ਜਾਂਦੀ ਹੈ ਜੀ ਜਦੋਂ ਆਪਾਂ ਅਪਲਾਈ ਕਰਦੇ ਹਾਂ। ਇੱਥੇ ਦੇਖੋ ਜਿੱਥੇ ਤੁਹਾਡਾ ਰਿਸਿਪਟ ਨੰਬਰ ਲਿਖਿਆ ਹੋਇਆ ਖੱਬੇ ਹੱਥ ਕਸਟਮਰ ਪ੍ਰੈਨ, ਉਹ ਪ੍ਰੈਨ ਨੰਬਰ ਨੂੰ ਇਹਨਾਂ ਨੇ ਨਾ ਉਹ ਕੀਤਾ ਹੋਇਆਗਾ, ਆਪਾਂ ਕਹਿ ਦਈਏ ਕਿ ਲਾਈਟ ਉਹ ਕੀਤਾ ਹੋਇਆਗਾ, ਮਾਰਕਰ ਮਾਰਿਆ ਹੋਇਆ। ਆਪਾਂ ਕੀ ਕਰਨਾ ਜੀ, ਉਹ ਪ੍ਰੈਨ ਨੰਬਰ ਲੈ ਕੇ ਕੇ ਫਿਨਟੈਕ ਐਨਪੀਐਸ ਸਰਚ ਕਰ ਲੈਣਾ ਗੂਗਲ ਤੇ। ਕੇ ਫਿਨਟੈਕ ਐਨਪੀਐਸ ਦੀ ਜਿਹੜੀ ਵੈਬਸਾਈਟ ਆ ਉਹਦੇ ਉੱਪਰ ਜਾ ਕੇ ਪ੍ਰੈਨ ਨੰਬਰ ਫਿਲ ਕਰਨਾ ਤੇ ਨਾਲ ਉੱਥੇ ਲੌਗਇਨ ਦੀ ਕਲਿੱਕ ਕਰ ਲੈਣਾ। ਫਿਰ ਉੱਥੇ ਆਪਸ਼ਨ ਆ ਜਾਏਗੀ ਫੋਰਗੇਟ ਪਾਸਵਰਡ, ਫੋਰਗੇਟ ਪਾਸਵਰਡ ਤੇ ਪ੍ਰੈਨ ਨੰਬਰ ਆਪਣਾ ਫਿਲ ਕਰਨਾ, ਤੁਸੀਂ ਆਪਣਾ ਪੈਨ ਨੰਬਰ ਫਿਲ ਕਰਨਾ, ਆਪਣੀ ਡੇਟ ਆਫ ਬਰਥ ਫਿਲ ਕਰਨੀ ਹੈ। ਤੁਹਾਡੇ ਰਜਿਸਟਰਡ ਮੋਬਾਈਲ ਦੇ ਉੱਪਰ ਇੱਕ OTP ਆ ਜਾਏਗਾ, OTP ਵੈਰੀਫਿਕੇਸ਼ਨ ਤੋਂ ਬਾਅਦ ਤੁਸੀਂ ਆਪਣਾ ਉਹਨੂੰ ਪਾਸਵਰਡ ਸੈੱਟ ਕਰ ਲੈਣਾ। ਉੱਥੇ ਲੌਗਇਨ ਕਰਕੇ ਤੁਸੀਂ ਆਪਣੇ ਆਪ ਨੂੰ ਚੈੱਕ ਕਰ ਸਕਦੇ ਹੋ ਕਿ ਕਿੰਨਾ ਤੁਹਾਡੇ ਕੋਲ ਪੈਸਾ ਹੋ ਗਿਆ ਇਕੱਠਾ। ਜੇ ਤੁਸੀਂ ਐਡੀਸ਼ਨਲ ਕੰਟਰੀਬਿਊਸ਼ਨ ਕਰਨਾ ਹੈਗਾ ਉਹ ਡਾਇਰੈਕਟ ਕਰਵਾ ਸਕਦੇ ਹੋ ਤੁਸੀਂ ਉੱਥੋਂ। ਤੇ ਜਿਵੇਂ ਹੁਣ ਬਾਈ ਨੇ ਇੱਕ ਮੇਰੇ ਖਿਆਲ ਅਵਤਾਰ ਜੀ ਨੇ ਇੱਕ ਕੁਐਸਚਨ ਹੁਣ ਪੁੱਛਿਆ ਸੀਗਾ, ਇਹਦੇ ਵਿੱਚ ਕੀ ਹੈ ਕਿ ਤੁਸੀਂ ਖੁਦ ਲੌਗਇਨ ਕਰਕੇ ਭਾਈ ਉੱਥੇ ਚੈੱਕ ਕਰ ਸਕਦੇ ਹੋ ਕਿ ਕੀ ਤੁਹਾਡਾ ਪ੍ਰੈਨ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ। ਠੀਕ ਹੈ। ਜਿਹੜਾ ਆਪਾਂ ਟਾਇਰ 1 ਦੀ ਗੱਲ ਕਰਦੇ, ਇੱਕ ਮਿੰਟ ਰਾਮ ਵਾਲੀ ਐਪ ਵੀ ਤੁਸੀਂ ਇੰਸਟਾਲ ਕਰ ਸਕਦੇ ਹੈਗੇ ਹੋ। ਹਾਂ ਬਟ ਇੱਕ ਚੀਜ਼ ਧਿਆਨ ਦੇਣੀ ਹੈ ਕਿ ਜੇ ਐਨਪੀਐਸ ਐਪ ਤੇ ਚਲਾਉਣਾ ਚਾਹੁੰਦੇ ਹੋ ਤਾਂ ਪਹਿਲੀ ਵਾਰੀ ਲੌਗਇਨ ਤੁਹਾਨੂੰ ਸਿਸਟਮ ਤੇ ਜਿਵੇਂ ਮੈਂ ਦੱਸਿਆ ਨਾ ਪ੍ਰੋਸੈਸ ਉਹ ਕਰਨਾ ਪੈਣਾ, ਉਸ ਤੋਂ ਬਾਅਦ ਐਪ ਤੇ ਉੱਪਰ ਲੌਗਇਨ ਹੋ ਜਾਏਗਾ। ਜੇ ਤੁਸੀਂ ਪਹਿਲਾਂ ਪਾਸਵਰਡ ਹੀ ਐਪ ਤੇ ਉਹ ਕਰੋਗੇ ਰੀਸੈਟ ਕਰਨ ਦੀ ਕੋਸ਼ਿਸ਼ ਕਰੋਗੇ ਉਹ ਤੁਹਾਡਾ ਲੌਗਇਨ ਨਹੀਂ ਹੋ ਪਾਏਗਾ, ਉਹ ਤੁਹਾਡਾ ਕੋਈ ਨਾ ਕੋਈ ਐਰਰ ਸ਼ੋ ਕਰਦਾ ਰਹੇਗਾ। ਦੂਜੀ ਚੀਜ਼ ਇੱਕ ਮੈਂ ਇਹਦੇ ਵਿੱਚ ਇਹ ਐਡੀਸ਼ਨ ਕਰਨੀ ਹਾਲੇ ਤੱਕ ਭੁੱਲ ਗਿਆ ਕਿ ਜਿਵੇਂ ਆਪਾਂ ਕਿਹਾ ਕਿ ਐਨਪੀਐਸ ਜਦੋਂ ਪਰਚੇਜ਼ ਕਰਨਾ 500 ਰੁਪਏ ਦੇ ਨਾਲ ਐਨਪੀਐਸ ਤੁਹਾਡਾ ਬਣਦਾ ਹੈਗਾ, ਜਿਹਦੇ ਵਿੱਚ ਦੀ ਅਰਾਊਂਡ 253 ਰੁਪਏ ਤੁਹਾਡੇ ਇਨਵੈਸਟ ਹੁੰਦੇ ਨੇ, ਬਾਕੀ ਵਨ ਟਾਈਮ ਫੀਸ ਹੁੰਦੀ ਹੈ ਜਿਸ ਚੋਂ ਕਿ ਤੁਹਾਡਾ 170-80 ਰੁਪਏ ਕਮਿਸ਼ਨ ਹੁੰਦਾ। ਦੂਜੀ ਚੀਜ਼ ਇਹਦੇ ਵਿੱਚ ਇਹ ਹੈ ਕਿ ਜਦੋਂ ਟਾਇਰ 1 ਐਕਟੀਵੇਟ ਹੋਣ ਤੋਂ ਬਾਅਦ ਤੁਸੀਂ ਟਾਇਰ 2 ਐਕਟੀਵੇਟ ਕਰਨਾ ਤਾਂ 1000 ਰੁਪਏ ਮਿਨੀਮਮ ਫੀਸ ਉਸ ਦੀ ਹੁੰਦੀ ਹੈ, ਜਿਹੜੀ ਕਿ ਤੁਸੀਂ ਅੱਜ ਜਿਵੇਂ ਇਨਵੈਸਟ ਕੀਤਾ ਤਾਂ ਤੁਹਾਡਾ ਅਕਾਊਂਟ ਓਪਨ ਹੋ ਗਿਆ, 1000 ਰੁਪਏ ਉਸ ਖਾਤੇ ਦੇ ਵਿੱਚ ਪੈ ਗਿਆ। ਤੁਸੀਂ ਉਹ 1000 ਰੁਪਏ ਆਪਣਾ ਵਾਪਸ ਵੀ ਲੈ ਸਕਦੇ ਹੋ, ਇੱਕ ਦਿਨ ਬਾਅਦ 2 ਦਿਨ ਬਾਅਦ ਨਾ ਉਹ ਆਪਣਾ ਪੇ ਆਊਟ ਮਾਰ ਕੇ ਤੁਸੀਂ ਵਾਪਸ ਵੀ ਲੈ ਸਕਦੇ ਹੋ। ਮਤਲਬ ਉਹ ਫੀਸ ਨਹੀਂ ਹੈ, ਉਹ ਪੈਸਾ ਤੁਹਾਡਾ 1000 ਦਾ 1000 ਹੀ ਤੁਹਾਡਾ ਵਾਪਸ ਹੋ ਜਾਏਗਾ, ਕੋਈ ਅਲੱਗ ਤੋਂ ਰਜਿਸਟ੍ਰੇਸ਼ਨ ਫੀਸ ਨਹੀਂ ਆ ਉਹਦੀ। ਤੁਸੀਂ ਲੌਗਇਨ ਕਰੋਗੇ ਉੱਥੇ ਤੁਹਾਡੇ ਕੋਲ ਆਪਸ਼ਨ ਆ ਜਾਂਦੀ ਹੈ ਕਿ ਆਪਣੇ ਆਪ ਨੂੰ ਤੁਸੀਂ ਇੱਥੇ ਲੌਗਇਨ ਕਰਕੇ ਤੁਸੀਂ ਇਹਦੇ ਉੱਪਰ ਐਕਟੀਵੇਟ ਕਰ ਲਓ ਟਾਇਰ 2। ਹਾਂਜੀ ਰਾਮ ਬਾਈ ਜੀ, ਹੋਰ ਜੀ ਕਿਸੇ ਮੇਰੇ ਵੀਰ ਦਾ ਕੋਈ ਕੁਐਸਚਨ ਹੋਵੇ? ਹਾਂਜੀ ਹੈਲੋ ਨਮਸਕਾਰ। ਹੈਲੋ ਹਾਂਜੀ ਹੈਲੋ ਸਰ ਮੈਂ ਜਿਹੜੀ ਅਸੀਂ ਐਡੀਸ਼ਨਲ ਕੰਟਰੀਬਿਊਸ਼ਨ ਕਰਦੇ ਆ ਹਾਂਜੀ ਬੇਸਿਕਲੀ ਉਹ ਚ ਸਾਨੂੰ ਮਤਲਬ ਕੀ ਕਮਿਸ਼ਨ ਕੀ ਆਉਂਦਾ ਉਹਦੇ ਵਿੱਚ? ਬਾਈ ਜੀ 500 ਰੁਪਏ ਤੋਂ ਆਪਾਂ ਸ਼ੁਰੂ ਕਰ ਲੈਂਦੇ ਐਡੀਸ਼ਨਲ ਕੰਟਰੀਬਿਊਸ਼ਨ ਨਾ, ਮਿਨੀਮਮ ਤੁਹਾਨੂੰ 24 ਰੁਪਏ ਆਏਗਾ ਹੀ ਆਏਗਾ ਪਰ ਟ੍ਰਾਂਜੈਕਸ਼ਨ। ਚਾਹੇ ਮੈਂ 1000 ਕਰਾਂ ਮਤਲਬ? ਨਹੀਂ ਮੈਂ ਉਹੀ ਗੱਲ ਕਹਿ ਰਿਹਾ, ਤੁਹਾਨੂੰ 24 ਰੁਪਏ ਮਿਨੀਮਮ ਆਏਗਾ, ਠੀਕ ਹੈ, ਤੇ 0.4% ਅਮਾਉਂਟ ਦਾ ਜੇ ਤੁਹਾਡੀ ਜਿਹੜੀ ਵੀ ਅਮਾਉਂਟ ਵੱਧ ਬਣਦੀ ਹੈ, ਜੇ ਮੰਨ ਲਓ 0.4% 1000 ਦੇ ਉੱਪਰ ਆਪਾਂ ਕਹਿ ਦਈਏ ਕਿ ਵੱਧ ਬਣਦੀ ਹੈ ਤਾਂ ਉਹ ਤੁਹਾਨੂੰ ਵੱਧ ਆਏਗਾ। ਓਕੇ ਮਤਲਬ ਜੇ ਮੰਨ ਲਓ ਮੈਨੇ ਜਿਵੇਂ ਇੱਕ ਕਿਸੇ ਦਾ 6000 ਰੁਪਏ ਕੀਤਾ ਸੀਗਾ ਕੰਟਰੀਬਿਊਟਰ ਤਾਂ ਉਹ ਚ 24 ਰੁਪਏ ਆਏ, ਮਤਲਬ 0.4 ਨਾਲ 24 ਰੁਪਏ ਬਣੇ। ਹਾਂਜੀ ਮਤਲਬ ਜੇ ਅਸੀਂ 12 ਜੇ ਮੈਂ 12000 ਉਹਦਾ ਕਰਦਾ ਤਾਂ ਉਹ 40 ਤੁਹਾਨੂੰ ਵੱਧ ਅਮਾਉਂਟ ਵੱਧ ਜਾਣੀ ਸੀ। ਅਮਾਉਂਟ ਵੱਧ ਜਾਣੀ ਸੀ ਜਿਵੇਂ ਮੰਨ ਲਓ ਆਪਾਂ ਲੈ ਕੇ ਚੱਲਦੇ ਆ ਨਾ ਕਿ 1000 ਰੁਪਏ ਮੰਨ ਲਓ ਆਪਾਂ ਜਮ੍ਹਾਂ ਕਰਾ ਰਹੇ ਹਾਂ, 1000 ਰੁਪਏ ਦੇ ਉੱਪਰ 0.4 ਆਪਾਂ ਲੈ ਕੇ ਚੱਲੀਏ ਤਾਂ 4 ਰੁਪਏ ਬਣੇ। ਹਾਂ ਲੇਕਿਨ 24 ਰੁਪਏ ਉੱਤੇ 4 ਦੀ ਜਗ੍ਹਾ ਤੁਹਾਨੂੰ 24 ਆਉਂਦੇ ਨੇ, ਬਟ ਉਹੀ ਜਦੋਂ ਆਪਾਂ 1000 ਦੀ ਜਗ੍ਹਾ ਇਹਨੂੰ 10000 ਕਰ ਦਿੰਦੇ ਆ ਤਾਂ 10000 ਦੇ ਉੱਪਰ ਤੁਹਾਡੇ 4 ਦੀ ਜਗ੍ਹਾ 40 ਰੁਪਏ ਆਉਣੇ ਚਾਹੀਦੇ ਨੇ, ਤਾਂ ਉਹ 24 ਦੀ ਜਗ੍ਹਾ ਤੁਹਾਨੂੰ 40 ਆਉਣਗੇ। ਠੀਕ। ਇਹ ਜਿੰਨੀ ਵੀ ਆਪਾਂ ਜਿਹੜੀ ਕੰਟਰੀਬਿਊਸ਼ਨ ਕਰਦੇ ਆ ਉਹਦੇ ਵਿੱਚ ਜਿਹੜਾ ਕਸਟਮਰ ਨੂੰ ਬੈਲੈਂਸ ਮਿਲਦਾ ਹੈ ਉਹ ਚ ਕੱਟ ਕੇ ਮਿਲਦਾ ਉਹਨੂੰ ਕੁਝ 30 ਰੁਪਏ? ਨਹੀਂ ਉਹਦੇ ਵਿੱਚ ਭਾਜੀ ਕੀ ਹੁੰਦਾ ਕਿ ਜਿਹੜਾ ਵੀ ਤੁਹਾਡਾ ਕੰਟਰੀਬਿਊਸ਼ਨ ਅਮਾਉਂਟ ਬਣਦੀ ਹੈ ਨਾ ਉਹ ਉਹਦੇ ਉੱਪਰ ਅਮਾਉਂਟ ਬਣ ਜਾਂਦੀ ਹੁੰਦੀ ਹੈ ਜਿਹੜਾ ਤੁਹਾਡਾ ਕਮਿਸ਼ਨ ਹੈ। ਓਕੇ ਨਹੀਂ ਉਹ ਚ ਨਾ 35 ਪਤਾ ਨਹੀਂ 36 ਰੁਪਏ ਕੱਟ ਹੁੰਦੇ ਨੇ, ਚਾਹੇ ਉਹ 500 ਕਰੀਏ ਚਾਹੇ ਉਹ 1000 ਕਰੀਏ, ਉਹ 30 ਰੁਪਏ ਉੱਪਰ ਹੁੰਦੇ ਨੇ ਜਿਸ ਚੋਂ ਕਿ ਮੇਰੇ ਖਿਆਲ 24 ਰੁਪਏ ਕਮਿਸ਼ਨ ਬਣਦਾ ਹੁੰਦਾਗਾ। ਉਹਦੇ ਚਾਰजेस ਹੁੰਦੇ ਨੇ ਵੀਰੇ, ਟ੍ਰਾਂਜੈਕਸ਼ਨ ਚਾਰजेस ਜਿਹੜੇ ਹੁੰਦੇ ਨੇ ਉਹ ਚੀਜ਼ ਆ ਉਹ। ਅੱਛਾ ਮਤਲਬ ਜੇ ਅਸੀਂ ਜ਼ਿਆਦਾ ਅਮਾਉਂਟ ਕਰਾਂਗੇ, ਮੰਨ ਲਓ ਆਪਾਂ ਕਿਸੇ ਦੀ 12000 ਕਰਦੇ ਆ ਉਹ ਚ 48 ਆਪਣਾ ਕਮਿਸ਼ਨ ਬਣ ਗਿਆ ਤਾਂ ਉਸ ਚ ਫਿਰ ਕਿੰਨੇ ਚਾਰजेस ਲੱਗਣਗੇ ਕਸਟਮਰ ਨੂੰ? ਦੇਖੋ ਇਹਨਾਂ ਵਿੱਚ ਜਿਹੜੀ ਵੀ ਆਪਾਂ ਟ੍ਰਾਂਜੈਕਸ਼ਨ ਕਰਦੇ ਆ, ਚਾਹੇ ਤੁਸੀਂ ਆਪਣਾ CSC ਰਾਹੀਂ ਕਰ ਲਓ ਜਾਂ ਤੁਸੀਂ ਕਹਿ ਦਈਏ ਕਿ ਆਪਣਾ ਆਨਲਾਈਨ ਨੈਟ ਬੈਂਕਿੰਗ ਰਾਹੀਂ ਕਰ ਲਓ, ਉਹਦੇ ਉੱਪਰ ਇੱਕ ਟ੍ਰਾਂਜੈਕਸ਼ਨ ਅਮਾਉਂਟ ਰੱਖੀ ਜਾਂਦੀ ਹੈ। ਅੱਛਾ ਉਹ ਆਪਾਂ ਕਹਿੰਦੇ ਸਲੈਬ ਹੁੰਦੀ ਹੈ ਕਿ ਤੁਸੀਂ 10000 ਤੱਕ ਕਰਾਉਣੇ ਤਾਂ ਤੁਹਾਡੇ ਇੰਨੇ ਚਾਰजेस ਪੈਣੇ ਆ,
10,000 ਤੋਂ ਵੱਧ ਕਰਾਉਣਾ ਤਾਂ ਤੁਹਾਡੇ ਇੰਨੇ ਪੈਣੇ। ਕਸਟਮਰ ਖੁਦ ਵੀ ਅਗਰ ਕਰੇਗਾ ਆਪਣਾ ਬੈਂਕ ਦੇ ਥਰੂ ਤਾਂ ਉਹਨੂੰ ਚਾਰजेस ਪੈਣੀ ਆ। ਹਾਂਜੀ ਹਾਂਜੀ, ਉਹਦੇ ਚਾਰजेस ਪੈਂਦੇ ਨੇ। ਉਹਦੇ ਵਿੱਚ ਸਾਨੂੰ ਕਮਿਸ਼ਨ ਆਏਗਾ ਜੇ ਕਸਟਮਰ ਨਹੀਂ, ਖੁਦ ਡਾਇਰੈਕਟ ਦੇ ਵਿੱਚ ਨਹੀਂ ਆਏਗਾ ਵੀਰੇ। ਜਿਹੜਾ ਬੰਦਾ ਤੁਹਾਡੇ ਕੋਲ ਆ ਕੇ ਕਰੇਗਾ ਉਹਦਾ ਕਮਿਸ਼ਨ ਆਏਗਾ। ਅੱਛਾ, ਉਹਦਾ ਕਮਿਸ਼ਨ ਆਏਗਾ। ਹਾਂਜੀ ਸਰ ਹਾਂਜੀ ਜੀ ਮਨੋਜ ਜੀ ਤੁਸੀਂ ਦੱਸੋ। ਸਰ ਮਨੀ ਜੀ ਮੈਂ ਨਾ ਸਿਸਟਮ ਖੋਲ ਲਿਆ ਵਾ, ਜੇ ਮੇਰਾ ਆਪਣਾ ਹੀ ਹੋਇਆ ਹੋਇਆ ਪਾਨ ਕਾਰਡ ਨੰਬਰ ਅਮਾਉਂਟ ਪਾਇਆ, ਥੱਲੇ ਨਾ 3 ਕੁਐਸਚਨ ਪੁੱਛ ਰਿਹਾ, ਆਰ ਯੂ ਬਿਟਵੀਨ ਦਾ ਏਜ ਆਫ 80 to 40 ਇਅਰਸ। ਇਹ ਤਾਂ ਆਪਾਂ ਸਾਰਾ ਕੁਝ ਪਹਿਲਾਂ ਸਿਲੈਕਟ ਕਰ ਚੁੱਕੇ, ਹੁਣ ਦੁਬਾਰਾ ਦੇਣਾ ਪਏਗਾ ਇਹਨੂੰ? ਨਹੀਂ, ਕਿਹੜੀ ਜਗ੍ਹਾ ਤੁਸੀਂ ਸਕਰੀਨ ਸ਼ੇਅਰ ਕਰ ਸਕਦੇ ਹੋ ਆਪਣਾ? NPS ਜਿੱਥੇ ਤੁਸੀਂ ਕਿਹਾ ਫਿਲ ਕਰੋ, ਆਟੋਮੈਟਿਕਲੀ ਡਿਟੈਕਟ ਹੋ ਜਾਏ। ਹਾਂਜੀ ਹਾਂਜੀ, ਉਹ ਪਤਾ ਕੀ ਦਿੱਕਤ ਹੈ ਇੱਥੇ ਤੁਹਾਡੀ ਉਹ ਡਿਟੇਲ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਥੇ ਕਿ ਆਟੋ ਕਰਨੀ ਹੈ ਐਕਟਿਵ ਕਰਨੀ ਹੈ, ਇਹ ਉਹ ਹਾਂਜੀ, ਔਰ ਇੱਥੇ ਬੇਸਿਕਲੀ ਉਹ ਤੁਹਾਡਾ ਲਾਈਫ ਸਾਈਕਲ ਸਿਲੈਕਟ ਚੈੱਕ ਕਰ ਰਿਹਾ ਕਿ ਕੀ ਤੁਹਾਡੀ ਉਮਰ ਇੰਨੀ ਹੈ। ਕਿਉਂਕਿ ਇਹਦੇ ਵਿੱਚ ਕੀ ਹੁੰਦਾ, ਮੰਨ ਲਓ ਮੈਂ ਆਪਣੀ ਏਜ ਲੈ ਕੇ ਚੱਲਦਾ ਜੀ, ਮੇਰੀ ਏਜ ਹੈ 31 ਸਾਲ। ਮੈਨੂੰ ਹੁਣ ਕੀ ਹੈ ਕਿ ਬਈ ਮੈਂ 1000 ਰੁਪਏ ਲਾਉਣਾ, ਮੈਂ 2000 ਲਾਉਣਾ ਨਾ, ਤਾਂ ਇੰਨਾ ਕੁ ਮੈਂ ਝੇਲ ਲੂੰਗਾ। ਜੇ ਮੰਨ ਲਓ ਮਾਰਕੀਟ ਡਾਊਨ ਚੱਲਦੀ, ਇਕੁਇਟੀ ਦੇ ਵਿੱਚ ਵੱਧ ਮੈਂ ਲਾ ਕੇ ਆਪਣਾ ਝੇਲ ਸਕਦਾ। ਮੇਰਾ ਪੁਆਇੰਟ ਸਮਝਿਓ, ਮੇਰਾ ਆਲਰੇਡੀ ਪ੍ਰਾਨ ਬਣਿਆ। ਤੁਹਾਡਾ ਪ੍ਰਾਨ ਬਣਿਆ ਹੋਇਆ? CSC ਤੋਂ ਆਲਰੇਡੀ ਪ੍ਰਾਨ ਕਾਰਡ ਬਣਿਆ ਹੋਇਆ ਮੇਰਾ। ਹਾਂ, ਮੈਂ ਉਹਨੂੰ ਆਟੋ ਡੈਬਿਟ ਲਾਣਾ CSC ਵਾਲਟ ਚੋਂ, ਡੀ-ਰੈਮਿਟ ਤੋਂ। ਹਾਂਜੀ, ਮੈਂ CSC ਚ ਗਿਆ, ਮਾਈ ਪ੍ਰੋਫਾਈਲ ਸਿਲੈਕਟ ਕੀਤੀ, ਉੱਥੇ ਕਹਿੰਦਾ ਪ੍ਰਾਨ ਨੰਬਰ ਅਮਾਉਂਟ ਕਿੰਨੀ ਡਿਟੈਕਟ ਕਰਾਣੀ ਹੈ ਉਹ ਦੱਸ ਦਿਓ, ਤੇ ਉਹ 3 ਕੁਐਸਚਨ ਪੁੱਛਿਆ, ਆਰ ਯੂ ਬਿਟਵੀਨ ਦਾ ਏਜ ਆਫ 80 to 40। ਉਹ 80 to 40 ਅੱਜ ਦੀ ਡੇਟ ਏਜ ਪੁੱਛ ਰਿਹਾ ਕਿ ਜਦੋਂ ਮੈਂ ਜੁਆਇਨ ਕੀਤਾ ਸੀ ਉਦੋਂ ਦੀ ਡੇਟ ਪੁੱਛ ਰਿਹਾ। ਅੱਜ ਦੀ। ਪਰ ਉਹਦੇ ਨਾਲ ਅੱਜ ਨਾਲ ਕੀ ਕੰਸਰਨ ਹੋਏਗਾ ਇਹਦਾ? ਨਹੀਂ, ਕੋਈ ਕੰਸਰਨ ਨਹੀਂ, ਹੋ ਵੈਸੇ ਹੀ ਬਸ ਇੱਕ ਐਡ ਆਨ ਦਿੱਤਾ, ਕਿਉਂਕਿ ਇਹਦੇ ਵਿੱਚ ਨਾ ਤੁਸੀਂ ਦੇਖੋਗੇ PM ਸਿਮ ਵੀ ਨਾਲ ਇਨਕਲੂਡ ਕੀਤਾ ਹੋਇਆ ਇਹਨਾਂ ਨੇ, NPS ਐਂਡ PM ਸਿਮ। ਇਹ ਉਹਦੇ ਲਈ ਹੈ ਕਿ ਕਿਤੇ ਇਦਾਂ ਤਾਂ ਨਹੀਂਗਾ ਕਿ, ਕਿਉਂਕਿ ਉਹਦੇ ਵਿੱਚ ਇੱਕ ਸਲੈਬ ਹੁੰਦੀ ਸੀ ਕਿ ਆਪਾਂ 40 ਸਾਲ ਤੱਕ ਦੇ ਬੰਦੇ ਦਾ ਕਰਨਾ ਹੁੰਦਾ। ਹਾਂਜੀ, ਉਹਦੇ 40। ਹਾਂਜੀ, ਤੇ ਉਹਦੇ ਲਈ ਬਸ ਵੈਸੇ ਪੁੱਛਿਆ ਜਾ ਰਿਹਾ ਰੁਪੀਸ 1500 ਔਰ ਬਿਲੋ 15000 ਔਰ ਬਿਲੋ, ਇਹਨੂੰ ਸਿਲੈਕਟ ਕਰਨ ਦੀ ਲੋੜ ਹੈ ਜਾਂ ਨਹੀਂ? ਪਰ ਤਿੰਨਾਂ ਤਾਂ ਮੈਂਡੇਟਰੀ ਪਾਇਆ ਹੋਇਆ ਉਹਨਾਂ ਨੇ। ਅਮਾਉਂਟ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋ ਉਸ ਹਿਸਾਬ ਦੇ ਨਾਲ ਤੁਸੀਂ ਸਿਲੈਕਟ ਇਹਨੂੰ ਕਰ ਸਕਦੇ ਹੋ। ਤਿੰਨ ਨਾ ਕੁਐਸਚਨ ਤੁਹਾਡੇ ਵੱਲੋਂ ਮੈਂਡੇਟਰੀ ਆ ਵੀ 18 ਤੋਂ 40 ਤੱਕ ਹੈਗੇ ਹੋ, ਯੈਸ ਨੋ ਦੇਣਾ, ਮੰਥਲੀ ਇਨਕਮ 15 ਯੈਸ ਨੋ ਦੇਣਾ, ਇਨਕਮ ਟੈਕਸ ਪੇਅਰ ਹੋ ਯੈਸ ਦੇਣਾ। ਇਹਨਾਂ ਤਿੰਨਾਂ ਚੋਂ ਅਸੀਂ ਯੈਸ ਦਈਏ ਕਿ ਯੈਸ ਦਈਏ ਕਿ ਨੋ ਦਈਏ? ਨਹੀਂ ਭਾਜੀ ਦੇਖੋ, ਜਿਹੜਾ ਤਾਂ PM ਸਿਮ ਦੀ ਗੱਲ ਕੀਤੀ ਜਾਂਦੀ ਸੀ ਨਾ, PM ਸਿਮ ਦੇ ਲਈ ਇਹ ਚੀਜ਼ਾਂ ਸੀਗੀਆਂ ਮੈਂਡੇਟਰੀ ਕਿ ਤੁਹਾਡਾ 18 ਤੋਂ 40 ਸਾਲ ਹੋਵੇ, 15000 ਤੋਂ ਤੁਹਾਡੀ ਅਮਾਉਂਟ ਘੱਟ ਹੋਵੇ, ਤੇ ਤੀਜੇ ਨੰਬਰ ਤੇ ਤੁਸੀਂ ਇਨਕਮ ਟੈਕਸ ਪੇਅਰ ਨਾ ਹੋਵੋ। ਬਟ NPS ਦੇ ਲਈ ਇਹ ਚੀਜ਼ਾਂ ਨਹੀਂ ਹੈਗੀਆਂ। ਬਟ ਜੇ ਤੁਹਾਡੇ ਕੋਲ ਇੱਥੇ ਆਪਸ਼ਨ ਆ ਰਹੀ ਹੈ ਤਾਂ ਉਹਨੂੰ ਤੁਸੀਂ ਯੈਸ ਕਰ ਸਕਦੇ ਹੋ ਇੱਥੇ। ਬਟ ਤੁਸੀਂ PM ਸਿਮ ਜਿਹੜਾ ਹੈ, PM ਸਿਮ ਦੀ ਆਪਸ਼ਨ ਡਿਟੇਲ ਨਾ ਫਿਲ ਕਰਿਓ, ਆਪਣੀ NPS ਦੀ ਫਿਲ ਕਰਿਓ ਬਸ। ਉਹ ਆਪਣਾ ਇੱਕ ਧਿਆਨ ਦੇਣ ਵਾਲੀ ਗੱਲ ਹੈ। ਡਿਟੈਕਟ ਹੋਏਗਾ ਇਹ ਆਟੋ? ਭਾਜੀ ਜੇ ਮੰਨ ਲਓ ਤੁਸੀਂ ਆਪਣਾ ਇਸ ਵਾਰੀ ਕਰ ਦਿੰਦੇ ਹੋ ਤਾਂ ਨੈਕਸਟ ਮੰਥ ਤੋਂ ਤੁਹਾਡੀ ਡਿਡਕਸ਼ਨ ਲੱਗ ਜਾਏਗੀ। ਕਿਸ ਡੇਟ ਤੇ ਸਰ? ਡੇਟ ਭਾਈ ਮੈਂ ਕਰਕੇ ਕੰਫਰਮ ਦੱਸ ਦਿੰਦਾ ਤੁਹਾਨੂੰ। ਰਾਮ ਬਾਈ ਤੋਂ ਤੁਸੀਂ ਕੰਫਰਮ ਕਰ ਦਿਓ ਡਿਟੈਕਟ ਹੋਏਗਾ, ਕਿਹੜੀ ਡੇਟ ਹੋਏਗਾ? ਥੋੜਾ ਸਾਈਡ ਤੇ ਹੋ ਰਿਹਾ, ਉਹਦੇ ਕਰਕੇ ਨਾ ਆਪਾਂ ਪ੍ਰੋਪਰ ਇੱਕ ਹੋਰ ਆਪਾਂ BC ਦੇ ਵਿੱਚ 2 ਮਿੰਟ ਦਾ ਅਲੱਗ ਸੈਸ਼ਨ ਲਾ ਲਾਂਗੇ ਇਹਦੇ ਵਿੱਚ, ਹੈ ਨਾ? ਮੈਂ ਹੁਣੇ ਦੱਸ ਦਿੰਦਾ ਵੀਰੇ, ਤੁਸੀਂ ਇੱਕ ਵਾਰੀ ਹੋਰ ਕੁਐਸਚਨ ਕਰ ਲਓ ਕੰਟੀਨਿਊ, ਹਾਂ, ਤੇ ਮੈਂ ਹੁਣੇ ਮੁੰਡਾ ਨੂੰ ਟਾਈਮ ਲੰਮਾ ਹੋ ਜਾਏਗਾ ਨਾ ਫਿਰ ਬਾਕੀ ਬਿਜਲੀ ਨੇ ਹਾਂਜੀ ਕੋਈ ਹਾਂ ਕਿਸੇ ਆਲਰੇਡੀ ਆਪਣੇ ਕੋਲ ਪੌਣਾ ਘੰਟਾ ਹੋ ਚੁੱਕਿਆ ਹੈ ਨਾ, ਤੇ ਮੈਮ ਵੀ ਲਾਈਨ ਤੇ ਬੈਠੇ ਹੈਗੇ ਨੇ, ਤੇ 10-15 ਮਿੰਟ ਹੋਰ ਆਪਾਂ ਘੱਟੋ ਘੱਟ ਲਵਾਂਗੇ। ਤੇ ਠੀਕ ਹੈ, ਕੋਈ ਕੁਐਸਚਨ ਇੱਕ ਦਾ ਕੋਈ ਕੁਐਸਚਨ ਦੋ ਪੁੱਛ ਲਓ। ਹਾਂਜੀ ਸਰ ਹੈਲੋ ਸਰ। ਹੈਲੋ ਹਾਂਜੀ ਬੋਲੋ ਮੈਡਮ, ਬੋਲੋ ਸਰ। ਜਿਹੜਾ ਆਪਣਾ ਰਿਟਰਨ ਹੈ, ਜਿਹੜੀ ਕਹਿੰਦੇ ਮਿਨੀਮਮ 10%, ਬਾਕੀ ਮਾਰਕੀਟ ਦੇ ਹਿਸਾਬ ਨਾਲ, ਮਤਲਬ ਜਿਹੜਾ ਚਾਰਟ ਦਿਖਾਇਆ ਤੁਸੀਂ, ਜਿਹੜੀ ਮਿਨੀਮਮ 10% ਹੈ ਉਹ ਗਾਰੰਟੀਡ ਹੈ? ਮਿਨੀਮਮ 10% ਮਿਲੇਗਾ ਹੀ ਮਿਲੇਗਾ ਮਿਨੀਮਮ? ਸਰ ਐਵਰੇਜ ਲੈ ਕੇ ਚੱਲੇ ਹੋਏ ਆ ਜੀ। ਨਹੀਂ ਐਵਰੇਜ 10% ਲਈ ਹੈ ਮਿਨੀਮਮ, ਕਿ ਆਪਾਂ ਗਾਰੰਟੀਡ ਨਹੀਂ ਹੈ ਕੁਝ। ਇਹ ਐਵਰੇਜ ਲੈ ਕੇ ਚੱਲਿਆ, ਹੋ ਸਕਦਾ 14 ਵੀ ਹੋ ਜਾਵੇ ਜੀ। ਇਹ ਐਵਰੇਜ ਮਿਨੀਮਮ ਲੈ ਕੇ ਚੱਲੇ ਆ। ਹਾਂ ਸਰ, ਉਹ ਤਾਂ ਮੈਂ ਸਮਝ ਗਿਆ, ਗਾਰੰਟੀਡ ਤਾਂ ਨਹੀਂ ਹੈ ਨਾ 10% ਉਹ? ਨਹੀਂ ਮੈਂਡੇਟ ਨਹੀਂ ਹੈ ਜੀ। ਇਹ ਹੋ ਸਕਦਾ 9 ਵੀ ਰਹਿ ਜਾਵੇ, ਹੋ ਸਕਦਾ 14 ਹੋ ਜਾਵੇ। ਕਿਉਂਕਿ ਇਹ ਹੁਣ ਮੇਰੀ ਗੱਲ ਸੁਣੋ, ਜਿਵੇਂ ਆਪਾਂ ਇੱਥੇ 10% ਲੈ ਕੇ ਚੱਲੇ ਆ ਨਾ, ਹੁਣ ਮੈਂ ਕਹਿੰਦਾ ਕਿ HDFC ਵੱਧ ਰਿਟਰਨ ਦੇ ਰਿਹਾ ਹੈਗਾ। HDFC ਤੁਹਾਨੂੰ 10% ਤੋਂ ਉੱਪਰ ਵੀ ਕਰ ਦੇਗਾ। ਬਟ ਜੇ ਆਪਾਂ ਪਹਿਲਾਂ ਹੀ ਮੰਨ ਲਓ ਆਦਿਤਿਆ ਬਿਰਲਾ ਨੂੰ ਸਿਲੈਕਟ ਕਰ ਰਹੇ ਆ, ਜਿਹੜਾ ਆਲ ਓਵਰ ਹੀ 9% ਦੇ ਰਿਹਾ, ਤਾਂ ਆਪਾਂ ਉੱਥੇ ਤਾਂ ਅਚੀਵ ਨਹੀਂ ਕਰ ਸਕਦੇ। ਠੀਕ ਹੈ ਨਾ? ਆ ਦੇਖੋ ਆਪਣੇ ਕੋਲ ਸਾਰੀ ਇਹਦਾ ਚਾਰਟ ਹੈਗਾ ਹੀ, ਮੈਂ PPT ਸ਼ੇਅਰ ਵੀ ਕਰ ਦਾਂਗਾ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। अरे हेलो, मेरा एक क्वेश्चन है।
ਹਾਂਜੀ ਮੈਮ, ਹਾਂਜੀ ਬੋਲੋ। ਹੈਲੋ ਹਾਂਜੀ ਹਾਂਜੀ ਮੈਮ। ਹਾਂਜੀ ਸਰ, ਜਿਸ ਤਰ੍ਹਾਂ ਐਨਪੀਐਸ ਕੀਤੀ ਸੀਗੀ ਪਹਿਲੇ ਵਾਰੀ ਤਾਂ ਪ੍ਰੋਸੈਸ ਉਹਦਾ ਬਿਲਕੁਲ ਸਹੀ ਹੋ ਗਿਆ, ਠੀਕ ਆ। ਜੀ ਜਦੋਂ ਅਸੀਂ ਅਗਲੇ ਮੰਥ ਦੂਜੀ ਕਿਸ਼ਤ ਜਮ੍ਹਾਂ ਕਰਨ ਲੱਗੇ ਉਹਦੀ, ਤੇ ਉਹਦੇ ਵਿੱਚੋਂ ਵੀ ਉਹਨਾਂ ਨੇ 500 ਜਿਵੇਂ ਜਮ੍ਹਾਂ ਕਰਾਏ ਤੇ ਵਿੱਚੋਂ ਪੈਸੇ ਕੱਟ ਗਏ। ਹੈਲੋ ਮੈਮ 530 ਰੁਪਏ ਤੁਹਾਡੇ ਕੱਟੇ ਹੋਣੇ ਆ ਨਾ? ਨਹੀਂ, ਸੀਐਸਸੀ ਦੇ ਥਰੂ ਜਦੋਂ ਕੀਤੇ ਨਾ ਆਪਾਂ 500 ਕੀਤੇ ਮੈਂ ਜਮ੍ਹਾਂ। ਉਹੀ ਦੱਸਦਾ ਜੀ, 500 ਰੁਪਏ ਤੁਸੀਂ ਕੀਤਾ, 530 ਰੁਪਏ ਕੱਟੇ ਹੋਣੇ ਆ ਤੇ 500 ਰੁਪਏ ਤੁਹਾਡੇ ਖਾਤੇ ਜਮ੍ਹਾਂ ਹੋਇਆ ਹੋਣਾ। ਹਾਂਜੀ, ਉਹ ਕਿਉਂ? ਮੈਮ ਜਿਹੜੇ 30 ਰੁਪਏ ਤੁਹਾਨੂੰ ਉਹੀ ਦੱਸ ਕੇ ਹਟਿਆ ਨਾ ਮੈਂ ਕਿ ਟ੍ਰਾਂਜੈਕਸ਼ਨ ਚਾਰजेस ਹੁੰਦੇ ਨੇ, ਉਹ ਡਾਇਰੈਕਟ ਤੁਸੀਂ ਕਰਵਾਉਂਦੇ ਹੋ ਤਾਂ ਉੱਥੇ ਵੀ ਹੋਣਗੇ। ਬਟ ਜੇ ਉਹ ਵੀਐਲਈ ਮੰਨ ਲਓ ਤੁਸੀਂ ਆਪਣੇ ਲਈ ਪਰਚੇਜ਼ ਕੀਤਾ ਹੋਇਆ, ਜਿਵੇਂ ਹੁਣ ਭਾਈ ਸਾਹਿਬ ਪਹਿਲਾਂ ਪੁੱਛ ਰਹੇ ਸੀ ਕਿ ਮੈਂ ਮਾਈ ਪ੍ਰੋਫਾਈਲ ਸੈਕਸ਼ਨ ਤੇ ਜਾ ਕੇ ਉਹਨੂੰ ਅਪਡੇਟ ਕਰ ਰਿਹਾ, ਉਹਦੇ ਥਰੂ ਕਰੂੰਗੇ, ਉੱਥੇ ਚਾਰजेस ਨਹੀਂ ਕੱਟੇ ਜਾਂਦੇ। ਸਰ ਕਸਟਮਰ ਤਾਂ ਇਤਰਾਜ਼ ਕਰਦੇ ਆ, ਕਰਵਾਉਣਾ ਵੀ ਸਾਡੇ ਥਰੂ ਚਾਹੁੰਦੇ ਆ ਜਮ੍ਹਾਂ। ਮੈਮ ਉੱਥੇ ਤਾਂ ਮੈਮ ਉਹ ਚਾਹੇ ਨੈਟ ਬੈਂਕਿੰਗ ਨਾਲ ਵੀ ਕਰਨ, ਮੈਮ ਉੱਥੇ ਚਾਰजेस ਹੁੰਦੇ ਨੇ। ਹੁਣ ਮੈਂ ਆਪਣਾ service ਅਮਾਉਂਟ fees ਨੈਟ ਹੈ ਬੈਂਕਿੰਗ madam, ਰਾਹੀਂ ਉਹ ਤਾਂ ਕਟਾਉਂਦਾ ਹੈਗਾ, ਕੋਈ ਉਹਦੇ ਗੱਲ ਉੱਪਰ ਨਹੀਂ। ਚਾਰजेस ਮੈਮ ਮੈਨੂੰ ਉੱਧਰ ਵੀ ਦੇਣੇ ਪੈਂਦੇ ਨੇ। ਉਹਦਾ ਸਰਵਿਸ ਫੀਸ ਹੈ। ਨੈਟ ਬੈਂਕਿੰਗ, ਹਾਂ ਉਹ ਉਹਦੇ ਸਰਵਿਸ ਚਾਰजेस ਹੈਗੇ ਨੇ। ਨੈਟ ਬੈਂਕਿੰਗ ਤੇ ਨਹੀਂ ਹੈਗੇ ਮਨੀ ਜੀ ਚਾਰजेस? ਭਾਜੀ ਨੈਟ ਬੈਂਕਿੰਗ ਤੇ ਉਦਾਂ ਨਹੀਂ ਹੁੰਦੇ, ਬਟ ਨੈਟ ਬੈਂਕਿੰਗ ਤੇ ਜਦੋਂ ਤੁਸੀਂ ਮਾਈ ਪ੍ਰਾਨ ਲੌਗਇਨ ਕਰਕੇ ਫੇਰ ਕਰਦੇ ਹੋ ਨਾ, ਉੱਥੇ ਤੁਹਾਡੀ ਅਮਾਉਂਟ ਦੇ ਉੱਪਰ ਚਾਰजेस ਹੁੰਦੇ ਨੇ। ਅਗਰ ਕਿਸੇ ਵੀਐਲਈ ਨੇ ਆਪ ਪਲਾਨ ਲੈਣਾ ਹੋਵੇ ਐਨਪੀਐਸ ਵਾਲਾ, ਤਾਂ ਇਹਨਾਂ ਚ ਕਿਹੜੇ ਬੈਂਕ ਦਾ ਲੈਣਾ ਚਾਹੀਦਾ ਵੀਐਲਈ ਨੂੰ ਖੁਦ? ਭਾਜੀ ਮੈਂ ਹੁਣ ਆਪਣੇ ਉਹਦੇ ਉੱਪਰ ਗੱਲ ਕਰਾਂ ਤਾਂ ਤੁਹਾਡੀ ਏਜ ਦੇ ਉੱਪਰ ਡਿਪੈਂਡ ਕਰਦਾ। ਜੇ ਤੁਹਾਡੀ ਏਜ ਮੰਨ ਲਓ ਆਪਾਂ ਗੱਲ ਕਰੀਏ ਕਿ ਮੁੰਡੇ ਕੁੰਡਿਆਂ 25-30 ਸਾਲਾਂ ਦੀ ਏਜ ਹੈਗੀ ਹੈ, ਅਸੀਂ ਕੁਝ ਨਾ ਕੁਝ ਜੇ ਘਾਟਾ ਪੈਂਦਾ ਝੇਲ ਸਕਦੇ ਹਾਂ, ਤਾਂ ਤੁਸੀਂ HDFC ਦਾ ਲੈ ਲਓ, ਵਧੀਆ ਰਿਟਰਨ ਮਿਲੇਗੀ ਤੇ ਉਹਦੇ ਵਿੱਚ ਐਗਰੈਸਿਵ ਲਾਈਫ ਸਾਈਕਲ ਲੈ ਲਓ। ਬਟ ਜੇ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਠੀਕ ਹੈ, ਮੈਂ ਮਤਲਬ ਕੰਜ਼ਰਵੇਟਿਵ ਜਿਹਾ ਰਹਿਣਾ, ਮੈਨੂੰ ਜ਼ਿਆਦਾ ਉਹ ਨਹੀਂਗਾ, ਪੈਸਾ ਨਹੀਂ ਚਾਹੀਦਾ, ਸਿਕਿਉਰਿਟੀ ਚਾਹੀਦੀ ਹੈ, ਤਾਂ ਤੁਸੀਂ ਉਹਦੇ ਵਿੱਚ ਆਪਣਾ ਕੰਜ਼ਰਵੇਟਿਵ ਲਾਈਫ ਸਾਈਕਲ ਵੀ HDFC ਲੈ ਸਕਦੇ ਹੋ। ਬਟ ਤੁਸੀਂ ਚਾਹੁੰਦੇ ਹੋ ਕਿ ਮੈਂ ਪ੍ਰਾਈਵੇਟ ਨਹੀਂ ਜਾਣਾ, ਮੈਂ ਪਬਲਿਕ 'ਚ ਜਾਣਾਗਾ, ਪਬਲਿਕ ਸੈਕਟਰ ਜਾਣਾ, ਤੁਸੀਂ LIC ਕਰ ਸਕਦੇ ਹੋ ਬਾਈ, ਕਿਉਂਕਿ LIC ਪਬਲਿਕ ਸੈਕਟਰ 'ਚ ਵਧੀਆ ਮਾਰਜਨ ਦੇ ਰਿਹਾ ਹੈਗਾ। ਇੱਥੇ ਹੁਣ ਮਤਲਬ ਉਹਨਾਂ ਜਿਵੇਂ ਮੇਰੀ ਏਜ 40 ਹੈ ਤੇ ਮੈਂ ਮਤਲਬ ਮੈਨੂੰ ਹੁਣ 20 ਇਅਰਸ ਹੀ ਪੇ ਕਰਨਾ ਪੈਣਾ ਨਾ, ਬਸ ਪਲਾਨ ਦਾ ਟੋਟਲ 60 ਤੱਕ ਹੀ ਹੁੰਦਾ ਹੈ ਨਾ? ਹਾਂਜੀ, ਨਹੀਂ ਪਲਾਨ ਇਹਦੇ ਵਿੱਚ ਹੁਣ ਤੁਹਾਨੂੰ ਦੱਸਦਾ, ਪਹਿਲਾਂ ਕੀ ਸੀਗਾ, ਪਹਿਲਾਂ 18 ਤੋਂ 60 ਸਾਲ ਸੀਗਾ, ਬਟ ਇਹਨਾਂ ਨੇ ਹੁਣ ਅਪਡੇਸ਼ਨ ਕਰਕੇ ਉਹ 70 ਸਾਲ ਤੱਕ ਕਰ ਦਿੱਤਾ। ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਵੀ ਬੰਦਾ, ਹੁਣ ਮੰਨ ਲਓ ਮੈਂ ਮੇਰੀ ਏਜ 65 ਸਾਲ ਹੈ, ਮੈਂ ਰਾਮ ਬਾਈ ਕੋਲ ਆ ਗਿਆ ਕਿ ਵੀਰੇ ਮੈਂ NPS ਕਰਨਾ ਆਪਣਾ, ਤਾਂ ਮੈਨੂੰ ਪੈਸਾ ਕਿੰਨਾ ਦੇਣਾ ਪੈਣਾਗਾ? ਮੈਂ 5 ਸਾਲ ਦੇ ਲਈ ਪਲਾਨ ਲੈ ਲਿਆ ਤੇ ਪੈਸਾ ਜੇ ਤਾਂ ਮੈਂ 1000 ਰੁਪਇਆ ਦਊਂਗਾ, ਮੈਨੂੰ ਤਾਂ ਜੀ ਪੈਨਸ਼ਨ ਕੁਝ ਵੀ ਨਹੀਂ ਮਿਲਣੀ। ਉਸ ਕੇਸ ਦੇ ਵਿੱਚ ਮੈਂ ਇਕੱਠੀ ਅਮਾਉਂਟ ਆਪਣੇ ਵੱਲੋਂ, ਹੋ ਸਕਦਾ ਮੇਰੇ ਕੋਲ 5 ਲੱਖ ਰੁਪਇਆ ਹੋਵੇ, 10 ਲੱਖ ਰੁਪਇਆ ਹੋਵੇ, ਮੈਂ ਇਕੱਠੀ ਅਮਾਉਂਟ ਦੇ ਦਾਂਗਾ ਬਾਈ ਨੂੰ ਕਿ ਬਾਈ ਮੈਂ ਇੰਨਾ ਆਪਣਾ ਇਨਵੈਸਟ ਕਰਨ ਨੂੰ ਤਿਆਰ ਹੈ ਕਿ ਮੈਨੂੰ ਐਨੂਟੀ ਇੰਨੀ ਦੇਰ ਦੀ ਚਾਹੀਦੀ ਹੈ। ਬਟ ਉਹ ਤੁਹਾਡੀ ਏਜ ਦੇ ਉੱਪਰ ਟੋਟਲੀ ਡਿਪੈਂਡ ਕਰਦਾ। ਜਿੰਨੀ ਆਪਾਂ ਘੱਟ ਏਜ ਦੇ ਵਿੱਚ NPS ਸਟਾਰਟ ਕਰਦੇ ਹਾਂ, ਉਨਾ ਹੀ ਜ਼ਿਆਦਾ ਰਿਟਰਨ ਆਪਾਂ ਨੂੰ ਮਿਲਣ ਦੇ ਚਾਂਸਸ ਹੁੰਦੇ ਨੇ। ਜਿੰਨੀ ਆਪਾਂ ਵੱਧ ਏਜ ਦੇ ਵਿੱਚ ਸਟਾਰਟ ਕਰਦੇ ਹਾਂ, ਉਨੀ ਆਪਾਂ ਨੂੰ ਰਿਟਰਨ ਘੱਟ ਮਿਲਣ ਦੇ ਚਾਂਸਸ ਹੁੰਦੇ, ਕਿਉਂਕਿ ਜੋ ਵੀ ਇਹਦੇ ਵਿੱਚ ਆਪਣੀ ਅਮਾਉਂਟ ਘਟਦੀ ਵੱਧਦੀ ਹੈ ਨਾ, ਉਹ ਡੇਲੀ ਬੇਸਿਸ ਤੇ ਘਟਦੀ ਵੱਧਦੀ ਹੈ। ਇਹ ਕੰਪਾਊਂਡਿੰਗ ਦੇ ਉੱਪਰ ਗੇਮ ਚੱਲਦੀ ਹੈ ਜੀ। ਤੇ ਇਹ ਵਾਲਟ ਤੇ ਜਾਏਗਾ ਜਾਂ ਇਹਦਾ EPS ਵਗੈਰਾ ਬੈਂਕ ਤੋਂ ਵੀ ਲੈ ਕੇ ਆਂਦਾ ਕਿੱਦਾਂ? ਹਾਂਜੀ ਹਾਂਜੀ ਸਰ, ਡੀਡੈਮਿਟ ਤੁਸੀਂ ਆਪਣਾ ਉਧਰੋਂ ਵੀ ਕਰਾ ਸਕਦੇ ਹੋ, ਵਾਲਟ ਤੋਂ ਵੀ ਕਰਾ ਸਕਦੇ ਹੋ। ਤੇ ਜ਼ਰੂਰੀ ਤਾਂ ਨਹੀਂ ਹੈ ਮੰਥਲੀ ਹੈ, ਕੁਆਟਰਲੀ, ਹਾਫ ਈਅਰਲੀ ਵੀ ਹੋ ਸਕਦਾ ਵਾ? ਭਾਜੀ ਡੀਡੈਮਿਟ ਮੰਥਲੀ ਰਹੇਗਾ, ਜਿਹੜਾ ਉਦਾਂ ਤੁਸੀਂ ਆਪਣੇ ਵੱਲੋਂ ਜਮ੍ਹਾਂ ਕਰਾਉਣਾ ਚਾਹੁੰਦੇ ਹੋ ਉਹ ਤੁਹਾਡੇ ਉੱਪਰ ਹੈ। ਉਹ ਚਾਹੇ ਤੁਸੀਂ ਅੱਜ 1000 ਰੁਪਏ ਦੀ ਟ੍ਰਾਂਜੈਕਸ਼ਨ ਕਰਤੀ, ਅਗਲੇ ਸਾਲ ਕਰਾ ਦਿਓ 1000 ਰੁਪਇਆ, ਉਹ SUBODH ਬਸ, ਕੋਈ ਪਿੱਛੇ ਸਰਨੇਮ ਤਾਂ ਨਹੀਂ ਹੈ ਕੋਈ? SUBODH ਠੀਕ। ਪਾਠੀ ਜੀ ਤੁਸੀਂ ਇੱਧਰ ਗੱਲ ਕਰਨੀ ਹੈ ਤਾਂ ਪਲੀਜ਼ ਦੱਸੋ, ਨਹੀਂ ਤਾਂ ਫਿਰ ਮਿਊਟ ਕਰੀ। ਹੈਲੋ ਠੀਕ ਹੈ, ਇੱਥੇ ਤੱਕ ਕਲੀਅਰ ਆਪਾਂ ਨੂੰ? मोबाइल नंबर आपका? ਅਜੀਤ ਭਾਈ ਇਹਨਾਂ ਨੂੰ ਕਰਿਓ ਮਿਊਟ ਪਾਠੀ ਜੀ ਨੂੰ। ਕੀ ਨਾਮ ਸੀ ਇਹਨਾਂ ਦਾ? ਦੇਖਦਾ ਰਹਿ ਨਹੀਂ ਹੈਗਾ ਵੈਸੇ, ਮੈਂ ਥੋੜਾ ਜਿਹਾ ਦੇਖ ਰਿਹਾ ਸੀ। ਕਿਸੇ ਦਾ ਹੋਰ ਕੁਐਸਚਨ ਹੈਗਾ ਇੱਥੇ ਤੱਕ? ਫਿਰ ਅੱਗੇ ਆਪਾਂ ਦੇਖੀਏ ਕਿਸ ਤਰ੍ਹਾਂ ਕੀ NPS ਮੈਨੂਅਲ ਕਿਵੇਂ ਪ੍ਰੋਸੈਸ ਪਾਉਣਾ ਹੈਗਾ, ਉਹ ਦੇਖ ਲੈਣੇ ਆਪਾਂ। हेलो ਸਰ, ਮੇਰਾ ਕੁਐਸਚਨ ਹੀ ਸੀਗਾ, ਮੈਂ ਤਾਂ ਹੀ ਮਾਈਕ ਅਨਮਿਊਟ ਕੀਤਾ ਸੀਗਾ, ਫਿਰ ਕਸਟਮਰ ਆ ਗਿਆ ਤਾਂ ਹੋ ਗਿਆ। ਸਰ ਜਿਵੇਂ ਸਰ ਪੁੱਛ ਰਹੇ ਸੀ ਨਾ ਹੁਣੀ, ਮੇਰੇ VLE ਭਾਈ ਸਾਹਿਬ ਹੋਰ ਪੁੱਛ ਰਹੇ ਸੀ, ਉਹਨਾਂ ਨੇ ਖੁਦ ਦੀ ਕਰਾਉਣ ਲਈ ਸੇਮ ਚੀਜ਼ ਮੈਂ ਪੁੱਛਣੀ ਸੀ ਆਪਣੇ ਕਰਵਾਉਣ ਲਈ, ਕਿ ਮੰਨ ਲਓ ਜਿਵੇਂ ਮੈਂ ਹੁਣ ਦੇਖ ਰਿਹਾ ਸੀਗਾ ਨਾਲ ਪੋਰਟਲ ਖੋਲ ਕੇ, ਉਹ ਤਾਂ ਜਿਵੇਂ ਮੇਰੀ 37 ਸਾਲ ਏਜ ਹੈ, ਤਾਂ ਉਹ ਮੈਨੂੰ 23 ਸਾਲ ਦਾ ਪਲਾਨ ਦੱਸਦਾ ਪਿਆ। ਜਿਵੇਂ ਹੁਣ ਸਰ ਨਾਲ ਕਹਿ ਰਹੇ ਕਿ ਮੇਰੇ ਕੋਲ ਇਕੱਠਾ ਫੰਡ ਪਿਆ, ਮੰਨ ਲਓ ਇਕੱਠਾ ਫੰਡ ਪਾਣਾ, ਆਪਾਂ ਇਕੱਠੇ ਫੰਡ ਨੂੰ ਸਾਲ ਲਈ, 6 ਮਹੀਨੇ ਲਈ, 2 ਸਾਲ ਲਈ ਆਬਜ਼ਰਵ ਕਰ ਸਕਦੇ ਹਾਂ ਕਿ ਹਾਂ ਆਪਣਾ ਕੀ ਰਿਟਰਨ ਆ ਰਿਹਾ, ਉੱਤੇ ਕੀ ਕਰੀਏ? ਭਾਜੀ ਮਿਨੀਮਮ ਇਹਦੇ ਵਿੱਚ ਕੀ ਹੈ ਕਿ 5 ਸਾਲ NPS ਦੇ ਵਿੱਚ ਤੁਹਾਨੂੰ ਰੱਖਣਾ ਪੈਂਦਾ ਆਪਣਾ ਫੰਡ, ਪਹਿਲੀ ਚੀਜ਼। ਦੂਜੀ ਚੀਜ਼, ਜੇ ਤੁਹਾਡੇ ਕੋਲ ਇਕੱਠਾ ਫੰਡ ਪਿਆ, ਮੰਨ ਲਓ 5 ਲੱਖ ਰੁਪਏ ਪਿਆਗਾ, ਤੁਸੀਂ ਤੁਹਾਡੇ ਕੋਲ 2 ਆਪਸ਼ਨ ਹੈ
ਠੀਕ ਹੈ ਉਹ ਜੀ। ਆਪਸ਼ਨ ਇਹ ਹੈ ਕਿ ਇੱਕ ਟਾਇਰ 1 ਚੂਜ਼ ਕਰ ਲਓ, ਇੱਕ ਟਾਇਰ 2 ਕਰ ਲਓ। ਜੇ ਤੁਹਾਨੂੰ ਰਿਬੇਟ ਨਾਲ ਕੋਈ ਆਈ ਮਤਲਬ ਨਹੀਂ ਸੀ ਰਹੀ ਸਰ। ਭਾਜੀ ਆਏਗੀ ਪਹਿਲੀ ਵਾਰੀ ਜਦੋਂ ਤੁਸੀਂ ਐਨਪੀਐਸ ਆਪਣਾ ਸਿਲੈਕਟ ਕਰਦੇ ਹੋ, ਟਾਇਰ 1 ਹੀ ਓਪਨ ਹੋਏਗਾ। ਹਾਂਜੀ ਉਸ ਤੋਂ ਬਾਅਦ ਜਦੋਂ ਤੁਹਾਨੂੰ ਦੱਸਿਆ ਕਿ ਵੈਬਸਾਈਟ ਤੇ ਜਾ ਕੇ ਕੀ ਕੰਟੈਕਟ ਤੇ ਜਾ ਕੇ ਲੌਗਇਨ ਕਰਾਂਗੇ ਨਾ, ਲੌਗਇਨ ਕਰਕੇ ਉੱਥੇ ਟਾਇਰ 2 ਐਕਟੀਵੇਸ਼ਨ ਦੀ ਆਪਸ਼ਨ ਆਉਂਦੀ ਹੈ। ਠੀਕ ਹੈ ਉਹ ਬਾਅਦ ਦਾ ਪ੍ਰੋਸੈਸ ਹੈ। ਟਾਇਰ 1 ਇਜ਼ ਮੈਂਡੇਟਰੀ ਫॉर ਆਲ, ਟਾਇਰ 2 ਐਡੀਸ਼ਨ ਹੈ ਕਿ ਜੇ ਤੁਸੀਂ ਲੈਣਾ ਚਾਹੁੰਦੇ ਹੋ। ਹੁਣ ਗੱਲ ਆਉਂਦੀ ਹੈ ਕਿ ਅਮਾਉਂਟ ਜਿਹੜੀ ਤੁਹਾਡੇ ਕੋਲ ਹੈ, ਮੰਨ ਲਓ 5 ਲੱਖ ਰੁਪਏ ਆਪਣੇ ਕੋਲ ਪਿਆ, ਠੀਕ ਹੈ, 5 ਲੱਖ ਆਪਾਂ ਟਾਇਰ 1 ਚ ਪਾਤਾ, ਉਹ 5 ਲੱਖ ਤੁਹਾਡਾ ਉੱਥੇ ਬੌਂਡ ਹੈ ਫॉर 60 ਇਅਰਸ ਤੱਕ, ਏਜ ਤੱਕ, ਠੀਕ ਹੈ ਜੀ। ਉਸ ਤੋਂ ਬਾਅਦ ਵੀ ਤੁਸੀਂ 60% ਕਢਵਾ ਸਕਦੇ ਹੋ ਉਹ 5 ਲੱਖ ਚੋਂ। ਜੇ ਤੁਹਾਡਾ ਮਤਲਬ 3 ਸਾਲ ਤੋਂ ਉੱਪਰ ਹੋ ਜਾਂਦਾ ਤਾਂ 25% ਤੁਸੀਂ ਉਹਦਾ ਕਢਵਾ ਸਕਦੇ ਹੋ। ਬਟ ਜੇ ਤੁਹਾਨੂੰ ਰਿਬੇਟ ਦੇ ਨਾਲ ਕੋਈ ਮਤਲਬ ਨਹੀਂਗਾ, ਤੁਹਾਨੂੰ 1.5 ਲੱਖ ਇਨਵੈਸਟਮੈਂਟ ਚ ਨਹੀਂ ਉਹ ਆਪਾਂ ਕਹਿੰਦੇ ਰਿਬੇਟ ਚਾਹੀਦੀ, ਬਈ ਜੀ ਸਿੱਧੀ ਗੱਲ ਟਾਇਰ 2 ਚ ਪਾਓ, ਅੱਜ ਪੈਸਾ ਪਾਓ, ਇੱਕ ਦਿਨ ਬਾਅਦ ਤੁਹਾਡੇ ਖਾਤੇ 'ਚ ਉਹ ਰਿਫਲੈਕਟ ਕਰ ਦਿੰਦਾ ਹੈਗਾ। ਜਿੱਦਣ ਤੁਹਾਨੂੰ ਲੋਡ ਆ ਆਪਣਾ ਪੇ ਆਊਟ ਮਾਰ ਲਓ, 100% ਪੇ ਆਊਟ ਮਿਲਦਾ ਤੇ ਟੋਟਲ ਕਾਰਪਸ ਦਾ ਪੇ ਆਊਟ ਲੈ ਸਕਦੇ ਹੋ ਉਹਦੇ ਵਿੱਚ। ਇੱਧਰ ਤਾਂ ਹੈ ਨਾ ਕਿ ਜੇ ਮੰਨ ਲਓ ਮੈਂ ਐਗਜ਼ਾਮਪਲ ਦਿੰਦਾ, ਮੈਂ ਖੁਦ ਦੀ ਗੱਲ ਕਰਦਾ, ਮੈਂ ਪਿਛਲੇ ਸਾਲ ਟਾਇਰ 2 ਆਪਣਾ ਐਕਟੀਵੇਟ ਕੀਤਾ, ਮੇਰੇ ਕੋਲ ਪੈਸੇ ਪਏ ਸੀ ਕਿ ਕੁਝ 15000 ਰੁਪਇਆ ਮੈਂ ਪਾਤਾ, 1000 ਰੁਪਏ ਨਾਲ ਅਕਾਊਂਟ ਐਕਟੀਵੇਟ ਕੀਤਾ, 16000 ਹੋ ਗਿਆ, 12000 ਇੱਕ ਦਿਨ ਮੇਰੀ ਸੈਲਰੀ ਚੋਂ ਬਚਿਆ, ਮੈਂ ਉਹ ਪਾਤਾ, 28000 ਹੋ ਗਿਆ। ਮੈਨੂੰ ਕਿਤੇ ਸਡਨ ਲੋਡ ਪੈ ਗਈ ਪੈਸੇ ਦੀ ਕਿ ਬਾਈ 25000 ਰੁਪਏ ਚਾਹੀਦਾ ਸੀਗਾ, ਮੈਂ ਕਾਰਡ ਸਵੈਪ ਕਰਕੇ ਆਪਣਾ ਕੰਮ ਟਾਈਮ ਸਾਰ ਲਿਆ। ਉਸ ਤੋਂ ਬਾਅਦ ਮੈਂ ਇੱਧਰੋਂ ਪੇ ਆਊਟ ਮਾਰਿਆ, ਮੇਰਾ 3 ਦਿਨਾਂ ਬਾਅਦ ਮੇਰੇ ਖਾਤੇ 'ਚ ਪੈਸੇ ਆਏ। T+3 ਡੇਜ਼ ਦੇ ਉੱਪਰ ਇਹ ਕੰਮ ਚੱਲਦਾ ਹੈਗਾ ਤੇ 100% ਜਿਹੜਾ ਮਤਲਬ ਮੇਰਾ ਪੈਸਾ ਸੀ 28000, ਉਹਦੇ ਅਗੇਂਸਟ ਮੈਨੂੰ ਮੇਰੇ ਖਿਆਲ 29,500 ਰੁਪਇਆ ਮੇਰਾ ਖਾਤੇ 'ਚ ਵਾਪਸ ਆ, ਜੋ ਮੇਰਾ ਉਹ 20-22 ਦਿਨਾਂ ਦੇ ਵਿੱਚ 1000-1500 ਰੁਪਇਆ ਪੈਸਾ ਵਧਿਆ ਸੀ, ਉਹ ਮੈਂ ਉਨੀ ਦਿਨ ਦੇ ਵਿੱਚ ਪੂਰੇ ਦਾ ਪੂਰਾ ਵਾਪਸ ਲੈ ਲਿਆ। ਹਾਂ, ਮੈਂ ਇਹੀ ਚੀਜ਼ ਤਾਂ ਕਨਫਰਮ ਕਰਨਾ ਚਾਹ ਰਿਹਾ ਸਰ। ਜਿਵੇਂ ਮਤਲਬ ਇਹ ਤਾਂ ਨਹੀਂ ਹੋਊਗਾ ਕਿ ਹਾਂ ਵੀ ਜਿਵੇਂ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ 60 ਸਾਲ ਤੋਂ ਬਾਅਦ ਹੀ ਉਹ 5 ਲੱਖ ਮਿਲਣਾ, ਇੱਕ ਚੀਜ਼ ਹੈ ਕਿ 5 ਭਾਜੀ ਨਹੀਂ, ਟਾਇਰ 2 ਦੇ ਵਿੱਚ ਜਿਹੜਾ ਪੈਸਾ ਲਾਇਆ ਹੋਏਗਾ ਵੀਰੇ, ਉਹ ਤੁਸੀਂ ਕਦੇ ਵੀ ਕਢਵਾ ਸਕਦੇ ਹੋ। ਇਹਦਾ ਮਤਲਬ ਟਾਇਰ 1 ਚ ਆਪਾਂ ਸਿਰਫ ਐਜ਼ ਅ ਨੋਮੀਨਲ ਰੱਖੀਏ ਬਸ 1000-2000 ਦੀ, ਉਹ ਤੁਹਾਡੇ ਉੱਪਰ ਹੈ ਵੀਰੇ। ਜੇ ਹੁਣ ਮੇਰੀ ਗੱਲ ਸੁਣੋ, ਮੰਨ ਲਓ ਤੁਹਾਡੇ ਕੋਲ ਵੀਰੇ ਤੁਸੀਂ ਟੈਕਸ ਰਿਬੇਟ ਲੈਣੀ ਹੈ ਨਾ 1.5 ਲੱਖ ਤੱਕ, ਆਪਣੀ ਸੇਵਿੰਗ ਸ਼ੋ ਕਰਨੀ ਹੈ, ਉਹਦੇ ਲਈ ਤੁਹਾਨੂੰ ਕੁਝ ਨਾ ਕੁਝ 1.5 ਲੱਖ ਰੁਪਏ ਮਿਨੀਮਮ ਪਾਉਣਾ ਪੈਣਾ ਹੈ। ਅੱਛਾ ਜੀ, ਉਸ ਫਾਈਨੈਂਸ਼ੀਅਲ ਈਅਰ ਦੇ ਲਈ ਨਾ। ਬਟ ਜੇ ਆਪਾਂ ਗੱਲ ਕਰੀਏ ਕਿ ਨਹੀਂ ਸਾਨੂੰ ਉਹਦੀ ਲੋੜ ਹੀ ਹੈ ਟੈਕਸ ਲੈਣ ਦੀ, ਯਾਰ ਮੈਂ ਤਾਂ ਬਸ ਬਾਹਰ ਹੀ ਹਾਂ, ਜੋ ਵੀ ਹੈ ਉਹ ਕੱਟ ਲੈਣ ਟੈਕਸ, ਤਾਂ ਟਾਇਰ 2 ਬਹੁਤ ਵਧੀਆ। ਅੱਜ ਪੈਸਾ ਪਾਓ, ਪੂਰੇ ਸਾਰੇ ਆਪਣੇ ਬੈਨੀਫਿਟ ਮਿਲਣਗੇ। ਤੇ ਜਿੱਦਣ ਤੁਹਾਨੂੰ ਪੈਸੇ ਦੀ ਲੋੜ ਹੈ, ਮੰਨ ਲਓ 2-3 ਦਿਨ ਦੇ ਆਪਣੇ ਗੈਪ ਦੇ ਉੱਪਰ ਤੁਸੀਂ ਪੈਸਾ ਆਪਣਾ ਟ੍ਰਾਂਸਫਰ ਮਾਰ ਸਕਦੇ ਹੋ, ਉਹ ਤੁਹਾਡੇ ਜਿਹੜਾ ਜੁਆਇੰਟ ਅਕਾਊਂਟ ਆਪਣਾ ਇਸ ਨਾਲ ਜੁਆਇੰਟ ਕੀਤਾ ਹੁੰਦਾ ਉਹਦੇ ਵਿੱਚ ਪੇ ਆਊਟ ਆ। ਸਮਝ ਗਿਆ, ਠੀਕ ਹੈ ਜੀ। ਮੈਂ ਅੱਗੇ ਸਟਾਰਟ ਕਰੀਏ ਫਿਰ ਆਪਾਂ ਕਰਕੇ ਦੇਖਦੇ ਹਾਂ। ਤੁਸੀਂ ਇੱਕ ਕੰਮ ਕਰੋ, ਆਪਣਾ ਐਨਪੀਐਸ ਕੀਤਾ ਹੋਇਆ ਤੁਸੀਂ? ਨਹੀਂ ਸਰ, ਮੈਂ ਕੀਤਾ ਕੁਝ ਨਹੀਂ ਹੋਇਆ, ਬਸ ਮੈਂ ਜਸਟ ਹੁਣ ਲਾਸਟ ਤੱਕ ਪਹੁੰਚ ਗਿਆ ਹਾਂ ਜਿੱਥੇ ਨੋਮਿਨੀ ਡਿਟੇਲ ਭਰਵਾਉਂਦਾ। ਹੁਣ ਨੋਮਿਨੀ ਦਾ ਸ਼ੇਅਰ ਪੁੱਛਦਾ ਪਿਆ ਮੈਨੂੰ ਇਹ। ਹਾਂਜੀ, ਨੋਮਿਨੀ ਜੇ ਇੱਕ ਰੱਖਣਾ ਤਾਂ 100 ਕਰ ਲਓ, ਜੇ 2 ਨੋਮਿਨੀ ਬਣਾਉਣੇ ਤਾਂ ਫਿਰ ਪਰਸੈਂਟੇਜ ਕਰ ਲਓ ਆਪਣੀ। ਇਹਨੇ ਇੱਕ ਹੀ ਰੱਖਣਾ, 2 ਤਾਂ। ਹਾਂਜੀ, ਇਹਦੇ ਵਿੱਚ ਹੁਣ ਇੱਕ ਚੀਜ਼ ਹੈ ਕਿ ਜੋ ਵੀ ਮੰਨ ਲਓ ਤੁਸੀਂ ਆਪਣਾ ਐਨਪੀਐਸ ਕੱਟਿਆ ਨਾ, ਐਨਪੀਐਸ ਕੱਟ ਕੇ ਲੌਗਇਨ ਜਿਵੇਂ ਤੁਹਾਨੂੰ ਦੱਸਿਆ ਵੈਬਸਾਈਟ ਤੇ ਜਾ ਕੇ ਕਰਨਾ, ਉੱਥੇ ਜਾ ਕੇ ਟਾਇਰ 2 ਐਕਟੀਵੇਸ਼ਨ ਆ ਜਾਂਦੀ। ਉੱਥੇ ਤੁਸੀਂ ਟ੍ਰਾਇਲ ਬੇਸਿਸ ਦੇ ਉੱਪਰ 1000 ਰੁਪਇਆ ਪਹਿਲਾਂ ਐਕਟੀਵੇਟ ਕਰ ਲਿਆ, ਉਸ ਤੋਂ ਬਾਅਦ ਤੁਸੀਂ 1000-2000 ਰੁਪਇਆ ਆਪਣੇ ਵੱਲੋਂ ਵੈਸੇ ਪਾ ਕੇ ਰੱਖ ਲਓ। ਹਾਂ, ਉਹਨੇ ਮੈਨੂੰ ਪੁੱਛਦਾ ਪਿਆ ਹੈਗਾ ਕਿ ਟਾਇਰ 1 ਚ ਕੰਟਰੀਬਿਊਸ਼ਨ ਅਮਾਉਂਟ ਕਿੰਨੀ ਪਾਣੀ ਹੈ ਤੇ ਅੱਗੋਂ ਕੰਪਨੀ ਕਿਹੜੀ ਸੈਟ ਕਰਨਾ ਹੈ, ਉੱਤੇ 500 ਕਰ ਦਵਾਂ। ਹਾਂਜੀ, ਪੈਨਸ਼ਨ ਫੰਡਸ ਕਿੱਥੇ ਪਾਣੇ ਆ, HDFC ਚ ਪਾਣੇ ਕਿੱਥੇ ਪਾਈਏ? ਮੈਂ ਵੀ ਆਪਣਾ HDFC ਚਲਾਇਆ, ਤੁਸੀਂ HDFC ਕਰ ਲਓ, LIC ਕਰ ਲਓ। HDFC ਤੁਸੀਂ ਦਿਖਾਇਆ ਵੈਸੇ ਕੁਝ PPTs ਤਾਂ ਤੁਸੀਂ HDFC ਦਾ ਹੀ ਦਿਖਾਇਆ, ਥੋੜਾ 12-13% ਜਿਹੜਾ ਵੀ ਹੈ। ਇਹ ਮੈਂ ਤੁਹਾਨੂੰ ਇਹ ਦੱਸ ਦਿੰਦਾ, ਇਹਦੇ ਉੱਪਰ ਨਾ ਦੇਖੋ ਡੇਟ ਲਿਖੀ ਹੋਈ ਹੈ, ਕਿਹੜੀ ਹੈ ਵੀਰੇ ਡੇਟ? ਮੈਂ ਹਾਂਜੀ 17 ਜੂਨ ਹੈ। ਤੇ ਤੁਸੀਂ ਪ੍ਰੈਜ਼ੈਂਟ ਡੇਟ ਚੈੱਕ ਕਰਨੀ ਚਾਹੁੰਦੇ ਹੋ ਤਾਂ ਇੱਕ ਵੈਬਸਾਈਟ ਹੈ nps.trust.org, ਉਹ ਵੈਬਸਾਈਟ ਤੇ ਜਾਓ, ਉਹ ਤੁਹਾਨੂੰ ਪ੍ਰੈਜ਼ੈਂਟ ਡੇਟ ਦਾ ਦੱਸ ਦੇਗਾ। ਪਿਛਲੇ ਹਫਤੇ ਦਾ ਸੀਨ ਦੇਖਣਾ ਤੁਸੀਂ, ਉਸ ਤੋਂ ਬਾਅਦ ਮਹੀਨੇ ਦਾ ਦੇਖਣਾ, ਉਹ ਸਾਰਾ ਕੁਝ ਦੱਸ ਦੇਗਾ nps trust। ਐਕਵਲ ਤੱਕ ਆਏਗਾ। ਤੇ ਮੈਂ ਸਰ ਇਹ ਪੁੱਛਦਾ ਸੀ, ਮੈਂ ਕਿਹਾ ਹੁਣ ਆਪਸ਼ਨ ਦਿਖਾ ਰਿਹਾ ਟਾਈਪ ਆਫ ਲਾਈਫ ਸਾਈਕਲ, ਕੰਜ਼ਰਵੇਸ਼ਨ, ਮੋਡਰੇਟ, ਐਗਰੈਸਿਵ। ਭਾਜੀ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਪੈਸਾ ਵੱਧ ਕਿੱਧਰ ਲਗਾਉਣਾ ਚਾਹੁੰਦੇ ਹੋ, ਉਹ ਸਿਲੈਕਟ ਕਰ ਲਓ। ਨਹੀਂ, ਮੈਨੂੰ ਦੱਸੋ ਨਾ ਕਿ ਇੱਕ ਮਿੰਟ ਬੜੇ ਭਾਈ, ਤੁਸੀਂ ਐਨਡੈਕਸ ਦੇ ਦਿਓ 2 ਮਿੰਟ ਬਾਅਦ, ਹੈ ਨਾ, ਆਪਾਂ ਕਰਵਾ ਲੈਂਦੇ ਹਾਂ। ਕੋਈ ਨਹੀਂ ਵੀਰੇ, ਆਪਾਂ ਇਸ ਤੋਂ ਬਾਅਦ ਕਰ ਲਾਂਗੇ, ਕਿਉਂਕਿ ਆਪਣੇ ਕੋਲ 90 ਬੰਦੇ ਸੀਗੇ, ਹੁਣ ਮੇਰੇ 56 ਰਹਿ ਗਏ ਆ, ਤਾਂ ਟਾਈਮ ਜ਼ਿਆਦਾ ਵੇਸਟ ਹੋਏਗਾ, ਤਾਂ ਫਿਰ ਉਹਦਾ ਆਪਾਂ ਨੂੰ ਦਿੱਕਤ ਆਏਗੀ ਸਾਰਿਆਂ ਨੂੰ, ਹਨਾ। ਮੈਂ ਕਰਵਾ ਦੇਣਾ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਮੈਂ ਐਨਡੈਕਸ ਲੈ ਲਾਂਗਾ। 15 ਮਿੰਟ ਦਾ ਹੋਰ 20 ਮਿੰਟ ਦਾ ਸੈਸ਼ਨ ਲਾ ਕੇ ਫਿਰ ਕੰਪਲੀਟ ਕਰਦੇ ਆ ਬਾਈ। ਠੀਕ ਹੈ।
ਟੀਮ ਅੱਗੇ ਆਪਾਂ ਸਟਾਰਟ ਕਰਦੇ ਆ ਯਾਰ, ਹੁਣ ਜ਼ਿਆਦਾ ਕੁਐਸਚਨ ਨਹੀਂ ਲੈਂਦੇ ਹੈਗੇ। ਜੇ ਕੁਐਸਚਨ ਤੁਹਾਡੇ ਆਉਣਗੇ ਤਾਂ ਤੁਸੀਂ ਸਾਨੂੰ ਡਾਇਰੈਕਟ ਫੋਨ ਕਰ ਬਈ ਕੋਈ ਰਾਮ ਭਾਈ ਕੋਈ ਦਿੱਕਤ ਨਹੀਂ, ਜੇ ਕਿਸੇ ਨੂੰ ਕੁਐਸਚਨ ਠੀਕ ਹੈ। ਆਉਂਦਾ ਵੀ ਹੈ, ਲੋੜ ਪੈਂਦੀ ਵੀ ਹੈ, ਆਪਾਂ ਵੀ ਇੱਕ ਸੈਸ਼ਨ ਹੋਰ ਰੱਖ ਲਾਂਗੇ। ਰਾਈਟ ਬਿਲਕੁਲ ਸਹੀ ਹੈ ਸਰ, ਬਿਲਕੁਲ ਕੋਈ ਸਹੀ ਹੈ ਦਿੱਕਤ ਨਹੀਂ ਹੈ, ਆਪਾਂ ਨੂੰ ਠੀਕ ਹੈ। ਆਪਾਂ ਅਵੇਲੇਬਲ ਹੈ। ਬਾਕੀ ਜੇ ਕਿਸੇ ਨੂੰ ਕੋਈ ਇਸ਼ੂ ਆਉਂਦਾ, ਕਿਸੇ ਨੂੰ ਕਲੈਰਿਟੀ ਚਾਹੀਦੀ ਤਾਂ ਤੁਸੀਂ ਪੁੱਛ ਵੀ ਸਕਦੇ ਹੋ। ਇੱਕ ਗੂਗਲ ਫਾਰਮ ਵਗੈਰਾ ਤੁਸੀਂ ਆਪਣਾ ਵੀਰੇ ਇੱਥੇ ਸ਼ੇਅਰ ਕਰ ਦਿਓ, ਨਹੀਂ ਤਾਂ ਮੈਂ ਨਾ ਇਹਦੇ ਵਿੱਚ ਮੈਸੇਜ ਬਾਕਸ 'ਚ ਸ਼ੇਅਰ ਕਰ ਰਿਹਾ, ਤੁਸੀਂ ਬਾਈ ਜੀ ਉਹਦੇ ਉੱਪਰ ਆਪਣਾ ਮੈਸੇਜ ਭੇਜ ਦਿਓ, ਭਾਵੇਂ ਉਹਦੇ ਵਿੱਚ ਮੈਸੇਜ ਆਪਣਾ ਫਿਲ ਕਰ ਦਿਓ, GST ID ਵਗੈਰਾ ਫਿਲ ਕਰਕੇ ਤੁਹਾਨੂੰ ਰਿਵਰਟ ਕਾਲ ਕਰ ਦੂੰਗਾ। ਠੀਕ ਹੈ ਰਾਮ ਭਾਈ। ਟੀਮ ਕੋਈ ਕੁਐਸਚਨ ਹੈਗਾ ਹੋਰ ਇੱਥੇ ਤੱਕ? ਤੇ ਫਿਰ ਅੱਗੇ ਆਪਾਂ ਪ੍ਰੋਸੈਸ ਸਟਾਰਟ ਕਰੀਏ। ਚਲੋ ਆਪਾਂ ਅੱਗੇ ਸਟਾਰਟ ਕਰਦੇ ਹਾਂ। ਹਾਂ ਅੱਗੇ ਆਪਾਂ ਦੇਖੋ ਕਾਫੀ ਸਾਰੇ ਵੀਡੀਓ ਤਾਂ ਪਹਿਲਾਂ ਕਰਕੇ ਦੇਖਿਆ ਹੋਇਆ, ਜਿਨ੍ਹਾਂ ਨੇ ਹਾਲੇ ਤੱਕ NPS ਰਜਿਸਟਰ ਨਹੀਂ ਕੀਤਾ ਤਾਂ ਕਾਈਂਡਲੀ ਕਰ ਲਵੋ। ਇਹਦੇ ਵਿੱਚ ਆਪਾਂ ਤੁਹਾਨੂੰ ਰਜਿਸਟਰ ਕਰਨ ਦਾ ਤਰੀਕਾ ਔਰ ਜਿਹੜਾ ਐਡੀਸ਼ਨਲ ਕੰਟਰੀਬਿਊਸ਼ਨ ਐਡ ਕਰਨ ਦਾ ਤਰੀਕਾ ਦੋਨੇ ਦੱਸਾਂਗੇ। ਠੀਕ ਹੈ, ਆਪਾਂ ਸਟਾਰਟ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ ਡਾਕੂਮੈਂਟ ਕੀ ਚਾਹੀਦੇ ਹੈਗੇ ਨੇ, ਉਹ ਤੁਹਾਨੂੰ ਮੈਂ ਸ਼ੋ ਦਿਖਾ ਰਿਹਾ ਹੈਗਾ। ਅਗਰ ਤੁਸੀਂ PPT ਦੇਖ ਪਾ ਰਹੇ ਹੋ, ਅਗਰ ਤੁਸੀਂ ਆਨਲਾਈਨ ਹਾਂਜੀ ਜੀ ਹਾਂਜੀ ਸਰ हेलो हाँ बोल भाई बोल। हेलो सर वो ओनली आधार कार्ड से हो जाएगा? हाँ हो आधार कार्ड ਨਾਲ ਹੋ ਜਾਏਗਾ ਔਰ ਬੈਂਕ ਡਿਟੇਲ ਚਾਹੀਦੀ ਹੈ। ਆ ਦੇਖੋ ਤੁਹਾਡੇ ਸਕਰੀਨ ਉੱਪਰ ਸ਼ੇਅਰ ਕੀਤਾ ਹੋਇਆ बैंक ਉਹਦੇ ਵਿੱਚ ਨਾ ਪਹਿਲਾਂ ਲੌਗਇਨ करने के लिए पहले पैन नंबर मांग रहा है, ਜਿਹਦੇ ਕੋਲ ਪੈਨ ਨੰਬਰ ਨਾ ਹੋਇਆ ਫਿਰ ਉਹਦਾ ਪੈਨ ਨੰਬਰ ਤੋਂ ਬਿਨਾਂ ਨਹੀਂ ਹੋਏਗਾ, ਪੈਨ ਕਾਰਡ ਮੈਂਡੇਟਰੀ ਹੈ। ਹਾਂ ਉਹੀ ਪੁੱਛਣਾ ਸੀਗਾ ਕਿਉਂਕਿ ਇੱਕ ਦੋ ਹੈਗਾ ਕਸਟਮਰ ਕਹਿੰਦੇ ਮੇਰਾ ਵੀ ਕਰਾਣਾ ਹੈ ਤੇ ਦੋ ਪੈਨ ਕਾਰਡ ਨਹੀਂ ਹੈ ਉਹਦੇ ਕੋਲ। ਕੋਈ ਗੱਲ ਨਹੀਂ, ਪੈਨ ਕਾਰਡ ਲਾਜ਼ਮੀ ਹੈ। ਠੀਕ ਹੈ, 18 ਤੋਂ ਔਰ 70 ਸਾਲ ਦੀ ਏਜ ਵਿੱਚ ਕਰ ਸਕਦੇ ਆ। ਦੇਖੋ ਆਪਣੇ ਕੋਲ ਦੋ ਤਰੀਕੇ ਹੈਗੇ ਆ। ਇੱਕ ਤਾਂ ਆਪਾਂ ਆਧਾਰ ਆਨਲਾਈਨ ਜਿਹੜਾ ਆਪਾਂ ਜਿਹੜਾ ਪੇਪਰਲੈਸ ਆਧਾਰ ਕਹਿੰਦੇ ਆ ਉਹ ਡਾਊਨਲੋਡ ਕਰਕੇ ਉਹਦੇ ਨਾਲ ਵੀ ਹੋ ਜਾਂਦਾ ਹੈ, ਔਰ ਅਗਰ ਆਪਾਂ ਡਾਕੂਮੈਂਟ ਅਪਲੋਡ ਕਰਕੇ ਕਰਨਾ ਸਾਰੇ ਤਾਂ ਉਹਦੇ ਨਾਲ ਵੀ ਹੋ ਜਾਂਦਾ ਹੈ। ਤਾਂ ਪਰਸਨਲ ਡਿਟੇਲ ਚਾਹੀਦੀ ਹੈ, ਬੈਂਕ ਡਿਟੇਲ ਚਾਹੀਦੀ ਹੈ, ਨੋਮਨੀ ਡਿਟੇਲ ਚਾਹੀਦੀ ਹੈ, ਔਰ ਜਿਹੜੀ ਪੇਮੈਂਟ ਆ ਉਹ ਸਾਰਾ ਕੁਝ ਇਹਦੇ ਵਿੱਚ ਰਹੂਗਾ। ਠੀਕ ਹੈ, ਅੱਗੇ ਚੱਲਦੇ ਆ। ਦੇਖੋ ਇਹ ਵਾਲਾ ਆਪਣਾ CSC ਵਾਲਾ ਪੋਰਟਲ ਹੋਏਗਾ। ਇਹਦੇ ਵਿੱਚ ਤੁਸੀਂ NPS ਸਰਚ ਕਰੋਗੇ ਤਾਂ ਇਹ ਇਦਾਂ ਦਾ ਲਿੰਕ ਆਏਗਾ, ਉਹਦੇ ਉੱਪਰ ਕਲਿੱਕ ਕਰਕੇ ਤੇ ਅੱਗੇ ਆਪਣੇ ਕੋਲ ਇਹ ਵਾਲਾ ਪੇਜ ਖੁੱਲ੍ਹ ਜਾਏਗਾ। ਇਹਦੇ ਵਿੱਚ ਦੇਖੋ ਅਗਰ ਨਿਊ ਕਸਟਮਰ ਰਜਿਸਟ੍ਰੇਸ਼ਨ ਕਰਨੀ ਹੈ ਤਾਂ ਕਸਟਮਰ ਰਜਿਸਟ੍ਰੇਸ਼ਨ ਤੇ ਕਲਿੱਕ ਕਰੋ, ਔਰ ਕੋਈ ਐਡੀਸ਼ਨਲ ਉਹਦੇ ਵਿੱਚ ਪੇਮੈਂਟ ਐਡ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਸੈਕੰਡ ਆਪਸ਼ਨ ਤੇ ਜਾ ਕੇ ਕਰ ਸਕਦੇ ਹੋ। ਅਗਰ ਪੈਨਸ਼ਨ ਕੈਲਕੂਲੇਟਰ ਵੀ ਇਹਦੇ ਵਿੱਚ ਹੈਗਾ, ਅਗਰ ਤੁਸੀਂ ਕੈਲਕੂਲੇਟ ਕਰਨੀ ਹੈ ਪੈਨਸ਼ਨ ਵੀ ਉਹਦੀ ਏਜ ਕਿੰਨੀ ਹੈ ਔਰ ਕਿੰਨੀ ਅਮਾਊਂਟ ਉਹ ਜਮ੍ਹਾਂ ਕਰਾਉਣਾ ਚਾਹੁੰਦਾ ਮੰਥਲੀ, ਔਰ ਉਸ ਨੂੰ ਕੀ ਲਾਸਟ ਤੇ ਜਾ ਕੇ ਉਹਨੂੰ ਜਿਹੜਾ ਪੇ ਆਊਟ ਮਿਲੇਗਾ ਤਾਂ ਉਹ ਆਪਾਂ ਇਹਦੇ ਵਿੱਚ ਜਾ ਕੇ ਦੇਖ ਸਕਦੇ ਹੈਗੇ ਆ। ਠੀਕ ਹੈ, ਰਜਿਸਟ੍ਰੇਸ਼ਨ ਤੇ ਜਾ ਕੇ ਤੁਸੀਂ ਇੱਥੇ ਹੈਲਪ ਬਾਈ DM ਕਰ ਦੋਗੇ, ਬੈਸਟ ਹੈ। ਸੈਲਫ ਰਜਿਸਟ੍ਰੇਸ਼ਨ ਕਰਦੇ ਹੋ ਹੈਲਪ ਬਾਈ ਸੁਸਾਇਟੀ ਦਾ ਆਪਣੇ ਹੈ ਹੀ ਨਹੀਂ। ਠੀਕ ਹੈ, ਜੇ DM ਦੇ ਕਰੋਗੇ ਤਾਂ ਉੱਥੇ ਨੀਚੇ DM ਦੇ ਨਾਮ ਆ ਜਾਣਗੇ, ਅਜੀਤ ਹੈ, ਸਤਿੰਦਰ ਆਏਗਾ, ਰਾਮ ਸਿੰਘ ਆਏਗਾ। ਫਿਲਹਾਲ ਤੁਹਾਡੇ ਕੋਲ ਦੋ DM ਹੈਗੇ ਨੇ, ਅਜੀਤ ਸਿੰਘ ਜੀ ਔਰ ਰਾਮ ਸਿੰਘ। ਅਸੀਂ ਦੋ DM ਹੈਗੇ ਆ, ਤੀਸਰਾ DM CSC ਦਾ ਲੁਧਿਆਣੇ ਵਿੱਚ ਫਿਲਹਾਲ ਕੋਈ ਨਹੀਂ ਹੈਗਾ। ਸਤਿੰਦਰ ਜੀ ਆਪਣੇ ਛੱਡ ਕੇ ਚਲੇ ਗਏ ਨੇ, ਔਰ ਨੇਮ ਸ਼ਾਇਦ ਉਹਨਾਂ ਦਾ ਪਲਾਟ ਹੋ ਜਾਏਗਾ ਨੀਚੇ, ਪਰ ਉਹ ਸਿਲੈਕਟ ਨਹੀਂ ਕਰਨਾ। ਉਸ ਤੋਂ ਅੱਗੇ ਆਪਣਾ ਪੈਨ ਨੰਬਰ ਪਾਉਣਾ ਹੈ, ਜਿਸ ਵੀ ਕਸਟਮਰ ਦਾ ਆਪਣੇ ਕਰਨਾ ਹੈ ਉਹਦਾ ਪੈਨ ਨੰਬਰ ਪਾਓ, ਔਰ ਆਓ ਦੀ ਡਿਟੇਲ ਸਿੰਪਲ ਜੀ ਫਿਲ ਕਰਨੀ ਹੈ, ਨੇਮ, ਮੋਬਾਈਲ ਨੰਬਰ, ਈਮੇਲ ID। ਇਹਦੇ ਵਿੱਚ ਦੋ ਚੀਜ਼ਾਂ ਮੇਰੇ ਧਿਆਨ ਰੱਖਣ ਵਾਲੀਆਂ ਹੈਗੀਆਂ ਨੇ। ਤੁਸੀਂ ਮੇਲ ID ਇਹਦੇ ਵਿੱਚ ਜੈਨੂਅਨ ਮੇਲ ID ਪਾਉਣੀ ਹੈ ਜਿਹੜੀ ਚੱਲਦੀ ਹੋਵੇ, ਕਿਉਂਕਿ ਉਹਦੇ ਉੱਪਰ ਲਾਸਟ ਤੇ ਜਾ ਕੇ OTP ਆਉਂਦਾ ਹੈ। ਮੋਬਾਈਲ ਦੇ ਉੱਪਰ ਦਾ OTP ਉਹ ਨਾਲ ਹੀ ਵੈਰੀਫਾਈ ਕਰ ਲਏਗਾ। ਮੇਲ ID ਦੇ ਉੱਪਰ ਜਿਹੜਾ OTP ਹੈ ਉਹ ਬਿਲਕੁਲ ਲਾਸਟ ਤੇ ਜਾ ਕੇ ਆਉਂਦਾ ਹੈ, ਤਾਂ ਮੇਲ ID ਬਿਲਕੁਲ ਤੁਸੀਂ ਸਹੀ ਪਾਉਣੀ ਹੈ। ਬਾਅਦ 'ਚ ਚੇਂਜ ਕਰਨ ਵਿੱਚ ਵੀ ਕਿਤੇ ਪ੍ਰੋਬਲਮ ਆਉਂਦੀ ਹੈ, ਉਹਦੇ ਕਰਕੇ ਧਿਆਨ ਰੱਖੋ ਮੇਲ ID ਔਰ ਮੋਬਾਈਲ ਨੰਬਰ ਸਹੀ ਪਾਓ। ਠੀਕ ਹੈ, ਉਸ ਤੋਂ ਅੱਗੇ ਤੁਹਾਡਾ ਹੀ ਜਿਹੜੀ ਪਰਸਨਲ ਡਿਟੇਲ ਫਿਲ ਕਰਨੀ ਹੈ, ਪੈਨ ਨੰਬਰ, ਮੇਲ ID ਸਾਰਾ ਕੁਝ ਆਪਣੇ ਆਪ ਆ ਜਾਏਗਾ। ਜਿਹੜਾ ਬਾਕੀ ਕੁਝ ਹੋਏਗਾ ਤੁਸੀਂ ਡੇਟ ਆਫ ਬਰਥ ਵਗੈਰਾ ਜਾਂ ਕੁਝ ਵੀ ਹੈ ਉਹ ਸਾਰੀ ਜਿਹੜੀ ਡਿਟੇਲ ਹੈ ਬਿਲਕੁਲ ਸਹੀ ਫਿਲ ਕਰ ਦੇਣੀ ਹੈ। ਇੱਥੇ ਤੱਕ ਕੋਈ ਇਸ਼ੂ ਨਹੀਂ ਹੋਗਾ, ਸਿੰਪਲ ਫਾਰਮ ਵਾਂਗੂ ਫਾਰਮ ਹੀ ਫਿਲ ਕਰਨਾ ਹੈ। ਅੱਗੇ ਆਪਣੇ ਕੋਲ ਦੋ ਆਪਸ਼ਨ ਆ ਰਹੀਆਂ ਨੇ, ਆਨਲਾਈਨ ਆਧਾਰ ਜਾਂ ਪਰਮਾਨੈਂਟ ਅਕਾਊਂਟ ਨੰਬਰ। ਇਹਦੇ ਵਿੱਚ ਦੇਖੋ ਬਈ ਇੱਕ ਰਾਂਬਈ ਇਹਦੇ ਵਿੱਚ ਐਡੀਸ਼ਨ ਕਰਨਾ, ਜੇ ਕਿਸੇ ਦਾ ਮੰਨ ਲਓ ਕੋਈ ਡਿਟੇਲ ਗਲਤ ਹੋ ਵੀ ਜਾਂਦੀ ਹੈ ਨਾ, ਡਰਨ ਵਾਲੀ ਲੋੜ ਨਹੀਂ ਹੈ। ਉਹ ਤੁਸੀਂ ਆਪਣਾ ਪੈਨ ਨੰਬਰ ਸ਼ੇਅਰ ਕਰਕੇ ਨਾ ਐਪਲੀਕੇਸ਼ਨ ਨੂੰ ਡਿਲੀਟ ਕਰਵਾ ਸਕਦੇ ਹੋ। ਉਹ ਤੁਸੀਂ ਆਪਣੇ DM ਨਾਲ ਸ਼ੇਅਰ ਕਰ ਦੇਣਾ ਤੇ ਅਸੀਂ ਉਹ ਵਿਦਨ ਆਰ ਉਹ ਚੇਂਜ ਕਰਵਾ ਲਵਾਂਗੇ। ਰਾਈਟ ਸਰ ਮਤਲਬ ਜੋ ਅੱਗੇ ਸਕਸੈਸ ਨਹੀਂ ਹੁੰਦੀ ਹੈ ਨਾ, ਲਾਸਟ ਜਾ ਕੇ ਸਰ ਪ੍ਰੋਬਲਮ ਆਉਂਦੀ ਹੈ, ਇੱਕ ਦੋ ਵੀਲ ਦੀ ਰਹੀ ਵੀ ਸੀਗੀ, ਤਾਂ ਉਹ ਚੀਜ਼ ਜਿਹੜੀ ਹੋ ਸਕਦੀ ਹੈ। ਬਿਲਕੁਲ ਕਰਵਾ ਦਾਂਗੇ। ਰਾਈਟ ਸਰ,
ਚਲੋ ਅੱਗੇ KYC ਡਿਟੇਲ ਦੇ ਵਿੱਚ ਜਿਵੇਂ ਆਪਾਂ ਕੀ ਦੱਸਿਆ ਹੈ ਕਿ ਆਨਲਾਈਨ ਆਧਾਰ ਦਾ ਜਿਹੜਾ ਉਹ ਡਾਊਨਲੋਡ ਕਰਕੇ ਉਸ ਨੂੰ ਅਪਲੋਡ ਕਰਨਾ ਹੈ ਜਾਂ ਪਰਮਾਨੈਂਟ ਪੈਨ ਨੰਬਰ ਨਾਲ ਤੁਸੀਂ ਕਰ ਸਕਦੇ ਹੋ। ਪੈਨ ਨੰਬਰ ਨਾਲ ਕਰੋਗੇ ਤਾਂ ਤੁਹਾਨੂੰ ਉਹ ਸਾਰੇ ਡਾਕੂਮੈਂਟ ਜਿਹੜੇ ਹੈਗੇ ਨੇ ਫੋਟੋ, ਆਧਾਰ ਕਾਰਡ, ਫਰੰਟ ਬੈਕ ਔਰ ਕੈਂਸਲ ਚੈੱਕ, ਇਹ ਸਾਰਾ ਕੁਝ ਅਪਲੋਡ ਕਰਨਾ ਪਏਗਾ। ਜੇ ਆਧਾਰ ਆਨਲਾਈਨ ਨਾਲ ਕਰੋਗੇ ਤਾਂ ਕੁਝ ਚੀਜ਼ਾਂ ਸਕਿਪ ਹੋ ਜਾਂਦੀਆਂ ਨੇ, ਫੋਟੋ ਵਗੈਰਾ ਉਹ ਸਾਰਾ ਕੁਝ ਉੱਥੋਂ ਹੀ ਚੱਕ ਲੈਂਦਾ ਹੈ। ਠੀਕ ਹੈ, ਉਹ ਜਿਹੜਾ ਆਪਾਂ ਅਪਲੋਡ ਕਰਾਂਗੇ ਉਹਦਾ ਤੁਹਾਨੂੰ ਪਤਾ ਹੀ ਆਪਾਂ ਇੱਕ ਰੱਖਦੇ ਸਰ ਇਹਦੇ ਬਾਰੇ ਦੱਸਿਓ ਜਰਾ, ਮੈਨੂੰ ਲੱਗਦਾ ਉੱਥੇ ਕੁਝ ਹੋਰ ਆਉਂਦਾ, ਇੱਥੇ ਕੁਝ ਹੋਰ ਆ ਰਿਹਾ। ਮਨੀਸ਼ ਸਰ। ਹਾਂਜੀ ਵੀਰੇ। ਸਰ ਇਹਦੇ ਬਾਰੇ ਦੇਖੋ, ਆ ਚੇਂਜ ਹੋ ਗਿਆ ਸਿਸਟਮ ਵਾਲਾ। ਨਹੀਂ ਇਹ ਵੀਰੇ ਜੇ ਡਿਜੀ ਲੋਕਰ ਵਾਲਾ ਆਪਾਂ ਉਹ ਕਰਨਾ ਨਾ, ਪ੍ਰੋਸੈਸ ਵਾਲੇ ਤਿਆਰ ਹੋ ਰਿਹਾ ਹੈਗਾ, ਇਨ ਫਿਊਚਰ ਆਏਗਾ। ਹਾਂਜੀ ਠੀਕ ਹੈ, ਤੁਸੀਂ ਕਰ ਲਓ, ਅੱਗੇ ਫਾਰਵਰਡ ਕਰ ਲਓ, ਫਿਲਹਾਲ ਨਹੀਂ ਆ ਕਰ ਰਹੇ ਹਾਂ। ਹਾਂਜੀ ਠੀਕ ਹੈ, ਦੇਖੋ ਜੇ ਤੁਸੀਂ ਪੈਨ ਨੰਬਰ ਨਾਲ ਕਰੋਗੇ ਮੈਨੂੰ ਲੱਗਦਾ ਅੱਗੇ ਉਹਦੀ ਡਿਟੇਲ ਆਊਗੀ ਨਹੀਂ, ਹਾਂ ਆਊਗਾ। ਠੀਕ ਹੈ ਟੀਮ, ਦੇਖੋ ਤੁਸੀਂ ਇੱਥੇ ਪੈਨ ਨਾਲ ਪਰਮਾਨੈਂਟ ਅਕਾਊਂਟ ਨੰਬਰ ਜਿਹੜਾ ਪੈਨ ਹੈ ਉਹਦੇ ਨਾਲ ਹੀ ਫਿਲ ਕਰਿਓ। ਫਿਲਹਾਲ ਜਿਹੜੀ ਉਹ ਅਪਡੇਸ਼ਨ ਚੱਲ ਰਹੀ ਹੈ ਉਹ ਆਪਾਂ ਫਿਰ ਅਗਲੀ ਵਾਰ ਡਿਸਕਸ ਕਰ ਲਾਂਗੇ ਜੇ ਉਹ ਐਪਲੀਕੇਬਲ ਹੋਈ ਤਾਂ। ਠੀਕ ਹੈ, ਉਹਦੇ ਵਿੱਚ ਉਸ ਤੋਂ ਅੱਗੇ ਬੈਂਕ ਡਿਟੇਲ ਮੰਗੇਗਾ, ਆਪਣਾ ਅਕਾਊਂਟ ਨੰਬਰ, IFSC ਕੋਡ ਇਹ ਸਹੀ ਪਾ ਦਿਓ। ਤੇ ਆ ਤੁਹਾਡੀ ਅੱਗੇ ਨੋਮਨੀ ਡਿਟੇਲ ਹੋਏਗੀ, ਜਿਸ ਤਰ੍ਹਾਂ ਭਾਜੀ ਕਹਿ ਰਹੇ ਸੀਗੇ ਕਿ ਸ਼ੇਅਰ ਕਿੰਨੇ % ਦੇਣਾ ਹੈ। ਉਹ ਅਗਰ ਤੁਸੀਂ 2 ਨੋਮਨੀ ਬਣਾਉਣੇ ਨੇ ਤਾਂ ਉਸ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਜਿੰਨਾ ਸ਼ੇਅਰ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਦਿਓਗੇ। ਜੇ ਇੱਕ ਹੀ ਨੋਮਨੀ ਬਣਾਉਣਾ ਹੈ ਤਾਂ ਉਹਨੂੰ 100% ਸ਼ੇਅਰ ਦਿਓਗੇ। ਅਗਰ ਜਿਹੜਾ ਨੋਮਨੀ ਹੈ ਉਹ 18 ਸਾਲ ਤੋਂ ਘੱਟ ਹੈ ਤਾਂ ਉਹਦੇ ਨੀਚੇ ਗਾਰਡੀਅਨ ਦਾ ਨੇਮ ਵੀ ਤੁਹਾਨੂੰ ਜ਼ਰੂਰ ਪਾਉਣਾ ਪਏਗਾ, ਔਰ ਨੋਮਨੀ ਤੁਸੀਂ ਇੱਕ ਤੋਂ ਜ਼ਿਆਦਾ ਵੀ ਐਡ ਕਰ ਸਕਦੇ ਹੈਗੇ ਹੋ। ਉਸ ਤੋਂ ਅੱਗੇ ਜਿਸ ਤਰ੍ਹਾਂ ਆਪਾਂ ਪਹਿਲਾਂ ਸਰ ਗੱਲ ਆਪਾਂ ਦੱਸ ਚੁੱਕੇ ਹੈਗੇ ਨੇ ਕਿ ਆਪਾਂ ਜਿਹੜਾ ਪੈਨਸ਼ਨ ਫੰਡ ਜਿਹੜਾ ਕਿਹਨਾਂ ਨੂੰ ਦੇ ਰਹੇ ਹਾਂ, ਜਿਵੇਂ ਕਿਹਨਾਂ ਤੋਂ ਲੈਣਾ ਚਾਹੁੰਦੇ ਆ, HDFC ਤੋਂ, ICICI ਤੋਂ, ਕੋਟਕ ਮਹਿੰਦਰਾ ਜਾਂ LIC ਹੈ, ਉਹ ਤੁਸੀਂ ਇਹਦੇ ਵਿੱਚ ਸਿਲੈਕਟ ਕਰ ਲਓਗੇ। ਦੇਖੋ ਉਹਦਾ ਆਪਾਂ ਤੁਹਾਨੂੰ ਪਹਿਲਾਂ ਦਿਖਾ ਵੀ ਚੁੱਕੇ ਹਾਂ, ਉਹਦਾ ਜਿਹੜਾ ਬੈਨੀਫਿਟ ਹੈਗਾ ਉਹਦੇ ਹਿਸਾਬ ਨਾਲ ਤੁਸੀਂ ਆਪਣਾ ਜਿਹੜਾ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਇਹਦੇ ਵਿੱਚੋਂ ਸਿਲੈਕਟ ਕਰ ਲਵੋਗੇ। ਠੀਕ ਹੈ, ਸਿਲੈਕਟ ਕਰਕੇ ਅੱਗੇ ਜਿਹੜਾ ਮਿਨੀਮਮ ਕੰਟਰੀਬਿਊਸ਼ਨ ਹੈ ਉਹ 500 ਰੁਪਏ ਹੀ ਰਹੇਗਾ। ਇਸ ਜਗ੍ਹਾ ਤੇ ਤੁਹਾਡੇ ਡਾਕੂਮੈਂਟ ਅਪਲੋਡ ਹੋ ਜਾਣੇ ਨੇ, ਫੋਟੋ, ਸਿਗਨੇਚਰ, ਕੈਂਸਲ ਚੈੱਕ ਔਰ ID ਪ੍ਰੂਫ ਤੇ ਐਡਰੈਸ ਪ੍ਰੂਫ। ਇਹਨਾਂ ਵਿੱਚ ਤੁਸੀਂ ਆਧਾਰ ਕਾਰਡ ਅਪਲੋਡ ਕਰ ਦਿਓ ਨੀਚੇ ਵਾਲੇ ID ਤੇ ਐਡਰੈਸ ਪ੍ਰੂਫ ਦੇ ਵਿੱਚ। ਜੇ ID ਪ੍ਰੂਫ ਦੇ ਵਿੱਚ ਤੁਸੀਂ ਕਰਨਾ ਹੈ ਤਾਂ ਪੈਨ ਕਾਰਡ ਵੀ ਉੱਥੇ ਤੁਸੀਂ ਅਪਲੋਡ ਕਰ ਸਕਦੇ ਹੋ। ਸਿਗਨੇਚਰ, ਫੋਟੋ, ਇਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਅਪਲੋਡ ਕਰਨੀਆਂ ਨੇ, ਨਾਲ ਕੈਂਸਲ ਚੈੱਕ। ਔਰ ਇਹਦੇ ਵਿੱਚ ਨਾ ਕੁਝ ਵੀ ਜਿਹਨੂੰ ਪ੍ਰੋਬਲਮ ਆਉਂਦੀ ਹੈ, ਤੁਸੀਂ ਜਿਹੜਾ ਇਹਨਾਂ ਦਾ ਫਾਈਲ ਦਾ ਨੇਮ ਹੈ ਨਾ ਉਹ ਤੁਸੀਂ ਜ਼ਿਆਦਾ ਲੰਬਾ ਨਹੀਂ ਰੱਖਣਾ। ਜਿਸ ਤਰ੍ਹਾਂ ਆਪਾਂ WhatsApp ਤੋਂ ਫੋਟੋ ਡਾਊਨਲੋਡ ਕਰਦੇ ਹਾਂ ਤੇ ਉਹਦਾ ਜਿਹੜਾ ਫਾਈਲ ਨੇਮ ਹੈ ਉਹ ਕਾਫੀ ਲੰਬਾ ਬਣ ਜਾਂਦਾ ਹੈ, ਪਰ ਉਹਦਾ ਆਪਣਾ ਕੋਈ ਫਾਇਦਾ ਨਹੀਂ ਹੁੰਦਾ, ਉਹ ਸਿਸਟਮ ਐਰਰ ਹੀ ਦਿਖਾਈ ਜਾਂਦਾ ਰਹਿੰਦਾ। ਤਾਂ ਉਹਦੇ ਵਾਸਤੇ ਜਿਹੜਾ ਤੁਸੀਂ ਉਹ ਨੇਮ ਰੱਖੋਗੇ, ਜਿਵੇਂ ABCD 4 ਲੈਟਰ ਦਾ, 5 ਲੈਟਰ ਦਾ ਹੀ ਰੱਖੋ, ਇਸ ਤੋਂ ਜ਼ਿਆਦਾ ਨਾ ਰੱਖੋ, ਨਹੀਂ ਤਾਂ ਆਪਾਂ ਨੂੰ ਬਾਅਦ 'ਚ ਦਿੱਕਤ ਕਰਦਾ ਹੈ। ਤੇ 2 KB ਤੋਂ ਲੈ ਕੇ 2 MB ਤੱਕ ਇਹ ਜਿਹੜੀ ਫਾਈਲ ਚੱਕ ਲੈਂਦਾ ਹੈ। ਤੁਸੀਂ ਕੋਸ਼ਿਸ਼ ਰੱਖੋ ਕਿ ਜਿਹੜੀ ਫਾਈਲ ਅਪਲੋਡ ਕਰਦੇ ਹੋ ਉਹ ਰੀਡੇਬਲ ਹੋਵੇ, ਯਾਨੀ ਕਿ ਪੜ੍ਹੀ ਜਾ ਸਕਦੀ ਹੋਵੇ। ਠੀਕ ਹੈ ਟੀਮ, ਉਸ ਤੋਂ ਅੱਗੇ ਬਸ ਤੁਹਾਡੀ ਪੇਮੈਂਟ ਮੰਗੇਗਾ, ਪੇਮੈਂਟ ਨੂੰ ਸਕੈਸ ਕਰ ਦੋਗੇ ਤੇ ਇਹ ਵਾਲਾ ਤੁਹਾਡਾ ਜਿਹੜਾ ਹੈ ਇਹ ਰਸੀਦ ਆ ਜਾਏਗੀ। ਇਹਦੇ ਵਿੱਚ ਜਿਵੇਂ ਤੁਹਾਡਾ 160 ਰੁਪਏ ਕਮਿਸ਼ਨ ਸੀਗਾ ਤਾਂ ਇੱਥੇ ਤੁਹਾਨੂੰ ਦਿਖਾ ਰਿਹਾ 325 ਰੁਪਏ ਘੱਟ ਰਿਹਾ, 500 ਰੁਪਏ ਲੈ ਰਹੇ ਆਪਾਂ, ਤੇ ਉਹੀ ਜਿਹੜਾ ਬਾਕੀ ਦਾ ਤੁਹਾਡਾ 175 ਰੁਪਏ ਤੁਹਾਡਾ ਜਿਹੜਾ ਹੈ ਉਹ ਕਮਿਸ਼ਨ ਦਿਖਾ ਰਿਹਾ ਇੱਥੇ। ਠੀਕ ਹੈ, ਇਦਾਂ ਦੀ ਰਸੀਦ ਆ ਜਾਏਗੀ ਔਰ ਇਸ ਨੂੰ ਪ੍ਰਿੰਟ ਕਰਕੇ ਤੁਸੀਂ ਦੇ ਸਕਦੇ ਹੋ। ਔਰ ਜਿਹੜਾ ਉਹਨਾਂ ਦਾ ਪੁਰਾਣ ਕਾਰਡ ਹੈਗਾ, ਅਗਰ ਉਹਦੇ ਵਿੱਚ ਹੁਣ ਆਪਸ਼ਨ ਆਉਂਦੀ ਹੈਗੀ ਹੈ ਕਿ ਤੁਸੀਂ ਫਿਜ਼ੀਕਲੀ ਮੰਗਾਉਣਾ ਹੈ ਜਾਂ ਆਪਣਾ ਤੁਸੀਂ ਡਿਜੀਟਲ ਚਾਹੀਦਾ ਹੈ, ਤੁਸੀਂ ਅਗਰ ਬੋਥ ਵੀ ਕਰਦੇ ਹੋਗੇ ਪੈਨ ਕਾਰਡ ਦੀ ਤਰ੍ਹਾਂ ਤਾਂ ਮੇਲ ਤੁਹਾਡੀ ਈਮੇਲ ਆਈਡੀ ਦੇ ਉੱਪਰ ਨਾਲ ਦੀ ਨਾਲ ਉਹਦਾ ਜਿਹੜਾ ਪੁਰਾਣ ਕਾਰਡ ਹੈ ਉਹ ਵੀ ਬਣ ਕੇ ਆ ਜਾਂਦਾ ਹੈ। ਅਗਰ ਫਿਜ਼ੀਕਲੀ ਮੰਗਾਉਣਾ ਹੈ ਤਾਂ ਉਹ ਵੀ ਜਿਸ ਤਰ੍ਹਾਂ ਆਪਣਾ ਪੈਨ ਕਾਰਡ ਆਉਂਦਾ ਹੈ ਸੇਮ ਉਸੇ ਤਰ੍ਹਾਂ ਜਿਹੜੇ ਦਿੱਤੇ ਹੋਏ ਐਡਰੈਸ ਤੇ ਉਹ ਡਿਲੀਵਰ ਹੋ ਜਾਂਦਾ ਹੈ। ਤੇ ਇਹ ਵੀ ਆਪਣੇ ਕੋਲ ਆਪਸ਼ਨ ਹੈਗੀ ਹੈ। ਟੀਮ ਇੱਥੇ ਤੱਕ ਤਾਂ ਕੋਈ ਜ਼ਿਆਦਾ ਹੈਗੀ ਹੈ, ਕਿਸੇ ਨੂੰ ਕਲੈਰਿਟੀ ਚਾਹੀਦੀ ਹੋਵੇ ਤਾਂ ਅਪਲਾਈ ਕਰਨ ਦੇ ਵਿੱਚ ਦੇਖੋ ਸਿੰਪਲ ਜਿਹਾ ਪ੍ਰੋਸੈਸ ਹੈ। ਫਿਰ ਵੀ ਅਗਰ ਕੋਈ ਦਿੱਕਤ ਆਵੇ ਤਾਂ ਕਾਲ ਕਰ ਸਕਦੇ ਹੋ, ਅਸੀਂ ਐਨੀਟਿਕਸ ਲੈ ਕੇ ਵੀ ਕਰਵਾ ਦੇਵਾਂਗੇ। ਪਰ ਇੱਕ ਵਾਰ ਤੁਸੀਂ ਥੋੜਾ ਇਸ ਨੂੰ ਦੇਖ ਲਵੋ ਕਿ ਕਿਸ ਤਰੀਕੇ ਨਾਲ ਕਿਹੜੇ ਡਾਕੂਮੈਂਟ ਆਪਾਂ ਨੂੰ ਚਾਹੀਦੇ ਹੈਗੇ ਨੇ। ਡਾਕੂਮੈਂਟ ਇਸ ਜਗ੍ਹਾ ਤੇ ਅਪਲੋਡ ਹੋਣੇ ਨੇ। ਫਾਈਲ ਦਾ ਨੇਮ ਮੈਂ ਦੱਸ ਚੁੱਕੀ ਹਾਂ ਕਿ ਕਿਸ ਤਰ੍ਹਾਂ ਦਾ ਫਾਈਲ ਦਾ ਨੇਮ ਰੱਖਣਾ ਹੈਗਾ, ਔਰ ਕਿਹੜੇ ਡਾਕੂਮੈਂਟ, ਜਿਵੇਂ ਪਹਿਲਾਂ ਫੋਟੋਗ੍ਰਾਫ, ਉਹਨਾਂ ਦੀ ਪਾਸਪੋਰਟ ਸਾਈਜ਼ ਫੋਟੋ ਜਿਹੜੀ ਕਿ ਜਿਵੇਂ ਤੁਸੀਂ ਪੈਨ ਕਾਰਡ ਤੇ ਲਗਾਉਂਦੇ ਹੋ